ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਚੇ ਸਾਹਿਬ टाइम हो गया अपना? हाँ जी बिल्कुल हो गया जी। हाँ प्लीज आप कथा शुरू करो। हाँ जी अज आप ਜਿਹੜੇ ਹੈਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 93 ਅੰਗ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਸ ਜੀ ਹੁਣ ਫਾਈਨਲ ਫਤਿਹ ਬੁਲਾ ਲਈ ਆਪਾਂ, ਫਿਰ ਸ਼ੁਰੂ ਕਰੀਏ। ਇਹ 93 ਅੰਗ ਤੋਂ ਗਿਆਨ ਸ਼ੁਰੂ ਕਰਨਾ ਹੈ ਜੀ। ਤੇ ਭਗਤਾਂ ਦੀ ਬਾਣੀ ਲੈ ਰਹੇ ਆ ਆਪਾਂ। ਉਹਦੇ ਵਿੱਚ ਜਿਹੜਾ ਹੈਗਾ ਬੇਣੀ ਭਗਤ ਜੀ ਹੈਗੀ, ਉਹਨਾਂ ਦੀ ਬਾਣੀ ਲੈਣੀ ਆ। ਤੇ ਸ੍ਰੀ ਰਾਗ ਦੇ ਵਿੱਚ ਹੈਗੀ ਅੱਖਰ ਬੋਲਦਾ ਕਰੋ ਜੀ ਨਾਲ। ਪਹਿਰੇ ਰੇ ਨਰ ਗਰਭ ਕੁੰਡਲ ਜਬ ਆਛਤ ਉਰਦ ਧਿਆਨ ਲਿਵ ਲਾਗਾ। ਰੇ ਨਰ ਗਰਭ ਕੁੰਡਲ ਜਬ ਆਛਤ ਉਰਦ ਧਿਆਨ ਲਿਵ ਲਾਗਾ। ਇਹਦੇ ਉੱਪਰ ਜਿਹੜਾ ਹੈਗਾ ਬਾਣੀ ਦੇ ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ ਦੇਖੋ ਮਹਾਰਾਜ ਜਿਹੜੇ ਹੈਗੇ ਭਗਤਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਕਿੰਨਾ ਰਿਸਪੈਕਟ ਕਰ ਰਹੇ ਆ। ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ ਪਹਿਰਿਆਂ ਕੇ ਕਹਿ ਕਰੇ ਗਾਵਣਾ। ਇਹਨੂੰ ਗਾਉਣ ਦਾ ਜਿਹੜਾ ਹੈਗਾ ਉਹ ਵੀ ਹਿਦਾਇਤ ਦਿੱਤੀ ਹੋਈ ਹੈ ਭਾਈ, ਪਹਿਰਿਆਂ ਦੇ ਘਰ ਚ ਗਾਉਣਾ ਇਹਨੂੰ। ਹੁਣ ਪਹਿਰਿਆਂ ਦਾ ਕਿਹੜਾ ਘਰ ਹੋਇਆ ਭਾਈ? ਪਹਿਰਿਆਂ ਦਾ ਘਰ ਹੋਇਆ ਵੀ ਸ੍ਰੀ ਰਾਗ ਦੇ ਵਿੱਚ ਹੀ ਪਹਿਰੇ ਵੀ ਹੈਗੇ ਆ। ਕਹਿੰਦੇ ਜਿਹੜੇ ਘਰ ਚ ਪਹਿਰੇ ਹੈਗੇ ਆ ਉਹ ਪਹਿਰਿਆਂ ਦਾ ਘਰ ਹੈਗਾ। ਤੇ ਉਹ ਪਹਿਰਿਆਂ ਦੇ ਘਰ ਜਿਹੜੇ ਹੈਗੇ ਉਹਦੇ ਵਿੱਚ ਦੇਖੋ ਅੰਗ ਜਿਹੜਾ ਹੈਗਾ, ਜੇ ਕਿਸੇ ਨੇ 74-75 ਅੰਗ ਦੇ ਉੱਤੇ ਪਹਿਰਿਆਂ ਦੇ ਘਰ ਹੈਗੇ ਆ, ਉੱਥੇ ਉੱਪਰ ਹੈਡਿੰਗ ਲਿਖਿਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਪਹਿਰੇ। ਸ੍ਰੀ ਰਾਗ ਪਹਿਰੇ ਮਹੱਲਾ ਪਹਿਲਾ ਘਰ ਪਹਿਲਾ। ਘਰ ਪਹਿਲਾ ਲਿਖਿਆ ਹੋਇਆ ਹੈ। ਆਇਆ ਪਹਿਰਿਆਂ ਦਾ ਘਰ, ਕਿਉਂਕਿ ਮਹਾਰਾਜ ਜਿਹੜੇ ਹੈਗੇ ਉੱਥੇ ਵੀ ਲਿਖ ਸਕਦੇ ਸੀਗੇ ਘਰ ਪਹਿਲਾ। ਬੇਣੀ ਜੀ ਦੇ ਸ਼ਬਦ ਦੇ ਉੱਤੇ ਘਰ ਪਹਿਲਾ ਲਿਖ ਸਕਦੇ ਸੀ। ਉਹਨਾਂ ਨੂੰ ਕੀ ਉੱਥੇ ਘਰ ਲਿਖਣ ਨੂੰ ਕੀ ਹੁੰਦਾ ਸੀਗਾ, ਪਰ ਕਿਉਂ ਨਹੀਂ ਲਿਖਿਆ? ਇਸ ਕਰਕੇ ਨਹੀਂ ਲਿਖਿਆ ਭਾਈ ਕਿ ਆਪਾਂ ਨੂੰ ਪਤਾ ਲੱਗੇ ਵੀ ਘਰ ਦੀ ਇੰਨੀ ਇੰਪੋਰਟੈਂਸ ਹੈਗੀ ਆ। ਉੱਥੇ ਲਿਖਿਆ ਹੋਇਆ, ਤੁਸੀਂ ਉੱਥੇ ਦੇਖੋ ਬਈ ਉਹ ਕਿਹੜੇ ਘਰ 'ਚ ਹੈਗਾ, ਉਸੇ ਘਰ 'ਚ ਇਹਨੂੰ ਗਾਉਣਾ ਆ ਔਰ ਇਹਨੂੰ ਵਿਚਾਰਨਾ ਹੈਗਾ। ਜੇ ਕੋਈ ਗਾਇਕ ਜਿਹੜਾ ਹੈਗਾ ਗਾ ਰਿਹਾ ਹੈ ਤੇ ਉੱਥੇ ਹੀ ਵਿਸ਼ਰਾਮ ਲੈਣਾ ਚਾਹੀਦਾ ਹੈ, ਜਿੱਥੇ ਜਿਹੜਾ ਹੈਗਾ ਜਿੱਥੇ ਘਰ ਕਹਿ ਰਿਹਾ ਹੈ। ਪਹਿਲੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਹੁਕਮ ਪਿਆ ਗਰਬਾਸ। ਇੱਥੇ ਪੂਰਾ ਇੱਥੇ ਵਿਸ਼ਰਾਮ ਲਓ, ਇਹਦੇ ਪੂਰੇ ਦੇ ਅਰਥ ਕੱਢੋ, ਉਸ ਤੋਂ ਬਾਅਦ ਅੱਗੇ ਚਲੋ। ਇਹ ਆ ਘਰ ਪਹਿਲਾ। ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਉੱਥੇ ਜਿਹੜਾ ਹੈਗਾ ਆਪਾਂ ਹੁਣ ਬੇਣੀ ਜੀ ਦਾ ਜਿਹੜਾ ਸ਼ਬਦ ਸੀਗਾ ਪਹਿਲੇ ਘਰ ਦੇ ਵਿੱਚ ਰੇ ਨਰ ਗਰਭ ਕੁੰਡਲ ਜਬ ਆਛਤ ਉਰਦ ਧਿਆਨ ਲਿਵ ਲਾਗਾ। ਇੱਥੇ ਪੂਰਾ ਲੈ ਲਿਆ। ਹੁਣ ਇਹਦੇ ਅਰਥ ਕਰੀਏ ਆਪਾਂ। ਹੇ ਇਨਸਾਨ, ਹੇ ਮਨੁੱਖ। ਹੁਣ ਇੱਥੇ ਜਿਹੜਾ ਹੈਗਾ ਨਰ ਲਿਖਿਆ ਹੋਇਆ, ਨਾਰੀ ਨਹੀਂ ਲਿਖਿਆ। ਬਾਣੀ ਜਿਹੜੀ ਆ ਨਰ ਨਾਰੀ ਦੇ ਉੱਤੇ ਨਹੀਂ ਜਾਂਦੀ। ਬਾਣੀ ਜਿਹੜੀ ਹੈਗੀ ਆ ਉਹ ਕਹਿੰਦੇ ਜਿਹੜਾ ਵੀ ਇਨਸਾਨ ਦੀ ਜੂਨ ਦੇ ਵਿੱਚ ਆ, ਭਾਵੇਂ ਨਰ ਹੈ ਨਾਰੀ ਹੈ, ਦੋਨਾਂ ਦੇ ਵਾਸਤੇ ਗਿਆਨ ਸੇਮ ਹੈਗਾ। ਜੇ ਨਰ ਦੇ ਵਾਸਤੇ ਲਿਖਿਆ ਸਮਝ ਲੈ ਨਾਰੀ ਆਪਣੇ ਵਾਸਤੇ ਪਾਈ, ਜੇ ਨਾਰੀ ਵਾਸਤੇ ਲਿਖਿਆ ਤੇ ਨਰ ਸਮਝ ਲੈ। ਰੇ ਨਰ ਗਰਭ ਕੁੰਡਲ ਜਬ ਆਛਤ। ਹੈ ਇਨਸਾਨ, ਜਦ ਤੂੰ ਮਾਂ ਦੇ ਪੇਟ ਦੇ ਵਿੱਚ ਸੀਗਾ, ਗਰਭ ਕੁੰਡ ਦੇ ਵਿੱਚ ਸੀਗਾ, ਉਰਦ ਧਿਆਨ ਲਿਵ ਲਾਗਾ। ਉਦੋਂ ਤੇਰਾ ਉਰਤ ਜਿਹੜਾ ਹੈਗਾ ਉਹ ਉੱਪਰ ਪਰਮਾਤਮਾ ਵੱਲ ਨੂੰ ਤੇਰਾ ਜਿਹੜਾ ਹੈਗਾ ਧਿਆਨ ਲੱਗਿਆ ਹੋਇਆ ਸੀਗਾ। ਕਿਉਂ? ਕਿਉਂਕਿ ਉਦੋਂ ਜਿਹੜਾ ਹੈਗਾ ਅਰਧ ਨਹੀਂ ਸੀਗਾ, ਮਾਂ ਦੇ ਪੇਟ 'ਚ ਸੀਗਾ। ਉਦੋਂ ਤੇਰੀ ਆਪਣੀ ਬਾਡੀ ਵੀ ਨਹੀਂ ਸੀਗੀ, ਬਾਡੀ ਦੀ ਰਚਨਾ ਹੀ ਨਹੀਂ ਹੋਈ ਸੀਗੀ। ਤੇਰੀ ਅੱਖਾਂ, ਕੰਨ, ਨੱਕ, ਇੰਦਰੀਆਂ, ਗਿਆਨ ਇੰਦਰੀਆਂ, ਕਰਮ ਇੰਦਰੀਆਂ ਪੈਦਾ ਹੀ ਨਹੀਂ ਹੋਈਆਂ ਸੀਗੀਆਂ। ਉਦੋਂ ਜਿਹੜਾ ਹੈਗਾ ਤੇਰਾ ਸੁਰਤ ਜਿਹੜੀ ਹੈਗੀ ਆ, ਇਹ ਸਾਰਾ ਸੂਖਸ਼ਮ ਸਰੀਰ ਪੂਰਾ ਸੀਗਾ। ਸੁਰਤ ਮਤ ਮਨ ਬੁੱਧ
ਇਹ ਸਾਰੀਆਂ ਸੀਗੀਆਂ ਤੇ ਗਿਆਨ ਇੰਦਰੀਆਂ ਕਰਮ ਇੰਦਰੀਆਂ ਨਹੀਂ ਸੀਗੀਆਂ। ਉਦੋਂ ਧਿਆਨ ਲੱਗਿਆ ਹੋਇਆ ਸੀ, ਉਦੋਂ ਹੋਰ ਕੋਈ ਆਪਸ਼ਨ ਹੀ ਨਹੀਂ ਸੀਗਾ, ਸਿਰਫ ਮਾਲਕ ਹੀ ਸੀਗਾ। ਰੇਨਰ ਗਰਭ ਕੁੰਡਲ ਜਬ ਆਛਤ ਉਰਦ ਧਿਆਨ ਲਿਵ ਲਾਗਾ, ਉਦੋਂ ਲਿਵ ਲੱਗੀ ਹੋਈ ਸੀ ਤੇਰੀ। ਕਿਉਂ? ਮ੍ਰਿਤਕ ਪਿੰਡ ਪਦ ਮਦ ਨਾ। ਮ੍ਰਿਤਕ ਪਿੰਡ ਕਹਿੰਦੇ ਆ ਜਿਹੜਾ ਹੈ ਤੇਰਾ ਨਾਸ਼ਵਾਨ ਸਰੀਰ ਪਦ, ਇਹ ਪਦ ਇਹ ਜਿਹੜਾ ਹੈਗਾ ਇਹ ਤੇਰੀ ਜਿਹੜੀ ਹੈਗੀ ਇਹ ਸਟੇਜ ਨਹੀਂ ਸੀਗੀ ਤੇਰੇ ਕੋਲ ਸਰੀਰ ਵਾਲੀ, ਤੇਰੇ ਕੋਲ ਸਰੀਰ ਸੀਗਾ ਹੀ ਨਹੀਂ, ਇਹਦੇ ਉੱਤੇ ਮਾਨ ਕਰਨ ਦਾ ਤੇਰੇ ਕੋਲ ਚਾਂਸ ਹੀ ਨਹੀਂ ਸੀਗਾ, ਤੇਰੀ ਬਾਡੀ ਨਹੀਂ ਸੀਗੀ। ਮ੍ਰਿਤਕ ਪਿੰਡ ਪਦ ਮਦ ਨਾ, ਇਹਦੇ ਉੱਪਰ ਤੇਰਾ ਹੰਕਾਰ ਨਹੀਂ ਸੀਗਾ, ਇਹਦਾ ਨਸ਼ਾ ਨਹੀਂ ਸੀ ਤੈਨੂੰ। ਅਹਨਿਸ ਏਕ, ਰਾਤ ਦਿਨ ਇੱਕ ਮਾਲਕ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਸੀਗਾ। ਉਰਦ ਧਿਆਨ ਲਿਵ ਲਾਗਾ, ਅਹਨਿਸ ਰਾਤ ਦਿਨ, ਤੇਰੇ ਲਈ ਰਾਤ ਦਿਨ ਵੀ ਇੱਕ ਬਰੋਬਰ ਸੀਗੇ, ਕੋਈ ਅੱਖਾਂ ਹੀ ਨਹੀਂ ਸੀ ਦੇਖਣ ਵਾਲੀਆਂ। ਅਹਨਿਸ ਏਕ ਅਗਿਆਨ ਸੋ ਨਾਗਾ, ਨਾਗਾ ਮਤਲਬ ਉਹਦਾ ਨਾਗਾ ਸੀਗਾ, ਅਗਿਆਨਤਾ ਨਹੀਂ ਸੀਗੀ ਉਸ ਟਾਈਮ। ਅਗਿਆਨਤਾ ਕੀ ਹੈ? ਮਾਇਆ, ਪਰਮ ਧੋਖਾ ਕਹਿੰਦੇ ਉਹ ਨਹੀਂ ਸੀਗੀ ਮਾਇਆ। ਕੋਈ ਪਹਾੜ, ਕੋਈ ਪਾਣੀ, ਕੋਈ ਕੁਛ ਨਹੀਂ ਸੀਗਾ ਉਸ ਵੇਲੇ, ਨਾ ਤੂੰ ਮਹਿਸੂਸ ਕਰਨ ਵਾਲਾ, ਨਾ ਤੇਰੀਆਂ ਗਿਆਨ ਇੰਦਰੀਆਂ, ਨਾ ਤੇਰੀਆਂ ਕਰਮ ਇੰਦਰੀਆਂ। ਮ੍ਰਿਤਕ ਪਿੰਡ ਪਦ ਮਦ ਨਾ, ਅਹਨਿਸ ਏਕ ਅਗਿਆਨ ਸੋ ਨਾਗਾ। ਸੇ ਦਿਨ ਸੰਮਲ ਕਸ਼ਟ ਮਹਾ ਦੁਖ, ਅਬ ਚਿਤ ਅਧਿਕ ਪਸਾਰਿਆ। ਇਹ ਜਿਹੜਾ ਹੈਗਾ ਇਹ ਨਹੀਂ ਹੈਗਾ ਕਿ ਉੱਥੇ ਜਿਹੜਾ ਹੈਗਾ ਮਾਂ ਦੇ ਪੇਟ ਦੇ ਵਿੱਚ ਜਿਹੜਾ ਹੈ ਮਹਾ ਦੁੱਖ ਜਿਹੜਾ ਹੈਗਾ ਉਹਦੀ ਗੱਲ ਕਰ ਰਹੇ ਮਹਾਰਾਜ। ਕਹਿੰਦੇ ਨਹੀਂ, ਤੂੰ ਉਹ ਦਿਨ ਸੋਚ ਲਾ ਜਿੱਥੋਂ ਤੈਨੂੰ ਇਹ ਜਿਹੜਾ ਸਰੀਰ ਲੱਭਿਆ ਹੈ, ਉਹ ਕਸ਼ਟ ਉਹ ਯਾਦ ਕਰ ਲਾ। ਮਹਾ ਸੇ ਦਿਨ ਸੰਭਲ, ਉਹ ਦਿਨ ਸੋਚ, ਕਸ਼ਟ ਮਹਾ ਦੁੱਖ ਅਬ ਚਿਤ ਅਧਿਕ ਪਸਾਰਿਆ। ਕਹਿੰਦੇ ਹੁਣ ਜਿਹੜਾ ਹੈਗਾ ਤੂੰ ਚਿੱਤ, ਜਦ ਤੇਰਾ ਸਰੀਰ ਮਿਲ ਗਿਆ, ਤੈਨੂੰ ਬਾਹਰ ਆ ਗਿਆ ਹੈ, ਤੇ ਤੂੰ ਉਹ ਸਾਰਾ ਜਿਹੜਾ ਹੈਗਾ ਪਿਛਲੀਆਂ ਜੂਨਾਂ ਔਰ ਮਾਂ ਦੇ ਪੇਟ ਦਾ ਦੁੱਖ, ਇਹ ਸਾਰਾ ਦਾ ਸਾਰਾ ਤੂੰ ਭੁੱਲ ਗਿਆ ਹੈ ਭਾਈ। ਹੁਣ ਤੂੰ ਪਸਾਰ ਲਿਆ ਚਿੱਤ ਜਿਹੜਾ ਹੈਗਾ ਤੇਰਾ, ਚਾਰ ਛਪੇਰੇ ਮਾਇਆ ਦੇ ਨਾਲ ਜਿਹੜਾ ਹੈਗਾ ਸਾਰਾ ਤੇਰਾ ਚਿੱਤ ਜਿਹੜਾ ਹੈਗਾ ਇਧਰ ਨੂੰ ਲਾਤਾ ਤੂੰ ਪੂਰਾ ਦਾ ਪੂਰਾ। ਤੇਰੇ ਵਿਚਾਰ, ਤੇਰੇ ਸੋਚ, ਤੇਰਾ ਸਾਰਾ ਕੁਝ ਇਹੀ ਹੈਗਾ। ਹੁਣ ਗਰਭ ਛੋੜ ਮਿਰਤ ਮੰਡਲ ਆਇਆ, ਮਾਂ ਦੇ ਪੇਟ ਚੋਂ ਬਾਹਰ ਨਿਕਲ ਆਇਆ ਭਾਈ। ਤੋ ਨਰਹਰ ਮਨੋਂ ਵਿਸਾਰਿਆ, ਔਰ ਨਰਹਰੀ ਜਿਹਨੇ ਤੈਨੂੰ ਇਹ ਸਰੀਰ ਦਿੱਤਾ ਹੈ, ਜਿਹਨੇ ਤੈਨੂੰ ਸਾਰਾ ਕੁਝ ਦਿੱਤਾ ਹੈ, ਉਸ ਮਾਲਕ ਪਰਮਾਤਮਾ ਨੂੰ ਤੂੰ ਆਪਣੇ ਮਨ ਤੋਂ ਵਿਸਾਰ ਦਿੱਤਾ। ਹਾਂਜੀ ਗੁਰਕੀ ਸਾਹਿਬ, ਇਹ ਰੇਨਰ ਗਰਭ ਕੁੰਡਲ ਜਬ ਆਛਤ ਉਰਦ ਧਿਆਨ ਲਿਵ ਲਾਗਾ। ਜਦ ਮਾਂ ਦੇ ਪੇਟ 'ਚ ਗਰਭ ਕੁੰਡ 'ਚ ਸੀਗਾ ਇਹ ਇਨਸਾਨ, ਤੇ ਉਰਦ ਮਾਲਕ ਪਰਮਾਤਮਾ ਵੱਲ ਨੂੰ, ਉੱਪਰ ਨੂੰ ਤੇਰਾ ਧਿਆਨ ਲੱਗਿਆ ਹੋਇਆ ਸੀ। ਅਰਧ ਵੱਲ ਨਹੀਂ ਸੀਗਾ, ਉਰਦ ਵੱਲ ਸੀਗਾ ਧਿਆਨ। ਅਰਧ ਜਿਹੜਾ ਹੈ ਸੰਸਾਰ, ਉਰਦ ਕਰਤਾਰ, ਉੱਥੇ ਲਿਵ ਲੱਗੀ ਹੋਈ ਸੀ ਤੇਰੀ। ਔਰ ਤੇਰਾ ਇਹ ਮ੍ਰਿਤਕ ਪਿੰਡ ਨਹੀਂ ਸੀਗਾ, ਮ੍ਰਿਤਕ ਪਿੰਡ ਪਦ, ਇਹ ਜਿਹੜੀ ਪਦਵੀ ਨਹੀਂ ਸੀ ਤੇਰੇ ਕੋਲ ਸਰੀਰ ਵਾਲੀ। ਮਦ ਨਾ, ਇਹਦੇ ਤੇ ਹੰਕਾਰ ਨਹੀਂ ਸੀ ਤੇਰੇ ਕੋਲ, ਇਹਦਾ ਨਸ਼ਾ ਨਹੀਂ ਸੀ ਤੈਨੂੰ। ਅਹਨਿਸ ਏਕ, ਰਾਤ ਦਿਨ ਇੱਕ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਸੀ। ਅਗਿਆਨ ਸੋ ਨਾਗਾ, ਅਗਿਆਨਤਾ ਦਾ ਨਾਗਾ ਸੀਗਾ, ਉੱਥੇ ਅਗਿਆਨਤਾ ਨਹੀਂ ਸੀਗੀ। ਸੇ ਦਿਨ ਸੰਮਲ ਕਸ਼ਟ ਮਹਾ ਦੁੱਖ ਅਬ ਚਿਤ ਅਧਿਕ ਪਸਾਰਿਆ। ਕਹਿੰਦੇ ਉਹ ਦਿਨ ਯਾਦ ਕਰ, ਚੇਤੇ ਕਰ। ਮਹਾ ਦੁੱਖ ਜਿਹੜਾ ਸੀਗਾ, ਜੂਨਾਂ ਦੇ ਵਿੱਚ ਭਟਕਦਾ ਸੀਗਾ, ਮਾਂ ਦੇ ਪੇਟ 'ਚ ਲਟਕਦਾ ਸੀ ਪੁੱਠਾ। ਹੁਣ ਜਿਹੜਾ ਹੈਗਾ ਜਦ ਬੰਦੇ ਤੇ ਸਾਰਾ ਡਿਵੈਲਪ ਹੋ ਜਾਂਦਾ ਹੈ, ਬੱਚਾ ਜਿਹੜਾ ਹੱਥ ਪੈਰ ਹਰਕਤ ਕਰਦਾ ਹੈ ਬੱਚਾ, ਕਹਿੰਦੇ ਉਹ ਦਿਨ ਤੈਨੂੰ ਭੁੱਲ ਗਏ ਆ। ਸੇ ਦਿਨ ਸੰਮਲ ਕਸ਼ਟ ਮਹਾ ਦੁੱਖ ਅਬ ਚਿਤ ਅਧਿਕ ਪਸਾਰਿਆ। ਹੁਣ ਤੂੰ ਜਿਹੜਾ ਹੈਗਾ ਬਾਹਰ ਆ ਕੇ ਜਿਹੜਾ ਹੈਗਾ ਪੂਰਾ ਚਿੱਤ ਮਾਇਆ ਦੇ ਵਿੱਚ ਜੋੜਤਾ ਹੈ, ਉਹ ਮਾਲਕ ਪਰਮਾਤਮਾ ਨੂੰ ਬਿਲਕੁਲ ਹੀ ਹੁਣ ਭੁਲਾ ਦਿੱਤਾ। ਗਰਭ ਛੋੜ ਮਿਰਤ ਮੰਡਲ ਆਇਆ, ਤਉ ਨਰ ਹਰ ਮਨੋਂ ਵਿਸਾਰਿਆ। ਫਿਰ ਬਾਰ-ਬਾਰ ਕਹਿ ਰਹੇ ਮਹਾਰਾਜ, ਭਾਈ ਤੂੰ ਜਿਹੜਾ ਹੈਗਾ ਗਰਭ ਛੱਡ ਕੇ ਔਰ ਇਹ ਮ੍ਰਿਤੂ ਲੋਕ ਦੇ ਵਿੱਚ ਆ ਗਿਆ ਆ। ਇੱਥੇ ਜਿਹੜਾ ਹੈਗਾ ਉਹ ਨਰਹਰੀ ਜਿਹੜੇ ਕੰਮ ਵਾਸਤੇ ਆਇਆ ਆ, ਉਹ ਕੰਮ ਬਿਲਕੁਲ ਹੀ ਤੇਰੀ ਆਊਟ ਆਫ ਮੈਮੋਰੀ ਹੋ ਗਿਆ, ਬਿਲਕੁਲ ਭੁਲਾ ਹੀ ਦਿੱਤਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਨਿੱਜਾ ਸਾਹਿਬ। ਆਪ ਨੂੰ ਕੱਲ ਦੀ ਕਥਾ ਦੇ ਬਾਰੇ ਥੋੜੀ ਜਿਹੀ ਵਿਚਾਰ ਕਰਨੀ ਆ। ਆਪ ਨੂੰ ਪਤਾ ਹੈ ਨਾ ਕਿ ਕੱਲ ਦੀ ਕਥਾ ਦੇ ਵਿੱਚ ਉਹਨਾਂ ਨੇ ਕਿਹਾ ਕਿ
ਕਰੋੜਾਂ ਦੇ ਵਿੱਚੋਂ ਕੁਝ ਮਨੁੱਖ ਏਦਾਂ ਦੇ ਹੁੰਦੇ ਨੇ ਜਿਹੜੇ ਇਸ ਗੱਲ ਨੂੰ ਸਮਝਦੇ ਨੇ ਕਿ ਐਕਚੁਅਲੀ ਇਹ ਬ੍ਰਹਿਮੰਡ ਦੇ ਪਿੱਛੇ ਕੋਈ ਵਿਧਾਤਾ ਹੈਗਾ। ਆਪਾਂ ਜੋ ਸਧਾਰਨ ਤੌਰ ਤੇ ਮੱਥਾ ਟੇਕ ਆਉਂਦੇ ਹਾਂ, ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਪਰਮਾਤਮਾ ਨੂੰ ਸੱਚੀ ਮੰਨਦੇ ਹਾਂ। ਠੀਕ ਹੈ ਨਿਜਰ ਸਾਹਿਬ? ਬਿਲਕੁਲ ਠੀਕ ਹੈ। ਇੱਕ ਜਸਟ ਇੱਕ ਚੀਜ਼ ਆਪ ਅੰਡਰਸਟੈਂਡ ਕਰੋ, ਇਹਦੇ ਪਿੱਛੇ ਆਪਾਂ ਨਹੀਂ ਸੋਚਦੇ ਕਿ ਇਹ ਬ੍ਰਹਿਮੰਡ ਦੇ ਪਿੱਛੇ ਕੋਈ ਸ਼ਕਤੀ ਹੈਗੀ ਹੈ। ਕਿੱਥੋਂ ਚੱਲਣ ਦਿਆ ਸਿਸਟਮ, ਏਦਾਂ ਦਾ ਬੰਦੇ ਨੂੰ ਯਕੀਨ ਨਹੀਂ ਹੈਗਾ। ਵੈਸੇ ਜਿਹੜਾ ਆਪਾਂ ਮੱਥਾ ਟੇਕਣ ਜਾਂਦੇ ਹਾਂ ਉਹ ਅਸੀਂ ਇਸ ਲਈ ਜਾਂਦੇ ਹਾਂ ਕਿਉਂਕਿ ਸਾਨੂੰ ਸਿਖਾਇਆ ਗਿਆ ਵਾ ਕਿ ਚਲੋ ਜੀ ਏਦਾਂ ਭਗਤੀ ਕਰਦਾ ਵਾ ਕਿ ਜੀਵਨ ਸੌਖਾ ਹੋ ਜਾਂਦਾ ਹੈ, ਦੁੱਖਾਂ ਕਲੇਸ਼ਾਂ ਤੋਂ ਮੁਕਤੀ ਮਿਲ ਜਾਂਦੀ ਹੈ, ਘਰ ਚ ਪਦਾਰਥ ਆ ਜਾਂਦੇ ਨੇ, ਕੋਈ ਕੰਮ ਨਹੀਂ ਹੋਣ ਦਿਆ, ਚਲੋ ਜੀ ਮੱਥਾ ਟੇਕੋ। ਇਸ ਲਈ ਜਾਂਦੇ ਹਾਂ ਆਪਾਂ। ਉੱਥੇ ਸਾਡੇ ਨਾਲ ਬ੍ਰਹਮ ਦੇ ਨਾਲ ਕੋਈ ਕਨੈਕਸ਼ਨ ਨਹੀਂ ਹੈਗਾ ਕਿ ਬ੍ਰਹਮ ਵੀ ਕੋਈ ਹੈਗਾ। ਆਪ ਜਸਟ ਥੋੜਾ ਜਿਹਾ ਵਿਚਾਰ ਕਰੋ ਆਪਣੇ ਮਨ ਦੇ ਅੰਦਰ ਕਿ ਨਾ ਹੀ ਇੰਨੀ ਗਹਿਰੀ ਸੋਚ ਸਾਡੇ ਅੰਦਰ ਕਿਹਨੇ ਪੈਦਾ ਕੀਤੀ ਹੈ। ਆਪਾਂ ਬਹੁਤ ਇੱਕ ਟਿਪੀਕਲ ਜੀਵਨ ਬਤੀਤ ਕਰਦੇ ਹਾਂ, ਉਹਦੇ ਚ ਖਾਸ ਸਾਡੀ ਰਿਕੁਆਇਰਮੈਂਟ ਨਹੀਂ ਹੈਗੀ ਹੈ। ਮੰਨ ਲਓ ਮੈਨੂੰ ਕੀ ਹੈ, ਮੈਂ ਪਰਮਾਤਮਾ ਨੂੰ ਕਿਉਂ ਯਾਦ ਕਰ ਰਿਹਾ? ਹਾਂ ਠੀਕ ਹੈ, ਪਰਮਾਤਮਾ ਇੱਕ ਹੈਲਪਫੁਲ ਸ਼ਕਤੀ ਹੈਗੀ ਹੈ, ਏਦਾਂ ਪਤਾ ਲੱਗਦਾ। ਬਾਕੀ ਲੋਕੀ ਵੀ ਕਹਿੰਦੇ ਆ ਕਿ ਕੋਈ ਕੰਮ ਨਹੀਂ ਬਣਦਾ ਤੇ ਆਂਢ ਗੁਆਂਢ ਕਹਿੰਦੇ ਆ ਕਿ ਜਾਓ ਗੁਰਦੁਆਰੇ ਮੱਥਾ ਟੇਕੋ, ਉੱਥੇ ਪ੍ਰਸ਼ਾਦ ਚੜਾਓ। ਹਾਂਜੀ, ਫਿਰ ਉਹ ਪਰਮਾਤਮਾ ਕਿੱਦਾਂ ਖੁਸ਼ ਹੋਊਗਾ? ਫਿਰ ਉਸ ਤੋਂ ਕਿ ਮੇਰੇ ਵਰਗਾ ਨੌਸਕੀਆ ਇਹ ਕਹਿ ਦਿੰਦਾ ਹੈ ਕਿ ਤਾਂ ਕਰੋ ਜੀ 5-6 ਪਾਠ ਪੜ੍ਹ ਲਓ, 5-6 ਦਿਨ ਉੱਥੇ ਦੁਪਹਿਰੇ ਸੁੱਕ ਲਓ। ਏਦਾਂ ਹੀ ਹੈ ਨਿਜਰ ਸਾਹਿਬ ਕਿ ਹੋਰ ਕੁਛ ਹੈ? ਨਾ ਬਿਲਕੁਲ ਇਸ ਤਰ੍ਹਾਂ ਹੀ ਆ, ਬਿਲਕੁਲ ਇਸ ਤਰ੍ਹਾਂ ਹੀ ਆ, ਬਿਲਕੁਲ। ਹਾਂ, ਆਪਣੇ ਮਨ ਦੇ ਅੰਦਰ ਜਿਹੜੀ ਆਪਾਂ ਦੇਖੀਏ, ਇਸ ਕਰਕੇ ਆਪ ਜੀ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝਾਇਆ ਜਾਂਦਾ ਹੈ। ਇਹ ਜਿਹੜਾ ਗਰੁੱਪ ਬੈਠਾ ਹੈ ਨਾ, ਇਹ ਕੋਈ ਮਾਮੂਲੀ ਗਰੁੱਪ ਨਹੀਂ ਹੈ। ਇਸ ਦੁਨੀਆ ਦੇ ਵਿੱਚ ਇੱਕ ਅਲੌਕਾ, ਇੱਕ ਖਾਸ, ਔਰ ਤੁਸੀਂ ਉਹਦੇ ਹਿੱਸੇ ਜੋ। ਆਪ ਜਸਟ ਇੰਨਾ ਹੀ ਬਹੁਤ ਤੁਹਾਡੇ ਲਈ ਪ੍ਰਾਊਡ ਆ। ਤੁਸੀਂ ਇੱਕ, ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਸੁਪੀਰੀਅਰ ਕੰਪਲੈਕਸ, ਮੈਂ ਜਸਟ ਆਪ ਜੀ ਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਚਾਹੁੰਦਾ। ਜੇ ਤੁਸੀਂ ਇਸ ਸੰਗਤ ਦੇ ਹਿੱਸੇਦਾਰ ਜੋ ਔਰ ਇਹ ਕਥਾ ਸਰਵਣ ਕਰਦੇ ਜੋ, ਆਪ ਜਸਟ ਸੋਚੋ ਕਿ ਆਪ ਨੂੰ ਪਤਾ ਨਹੀਂ ਕਿ ਆਪ ਨੂੰ ਇੰਨੀ ਮਹਿੰਗੀ ਚੀਜ਼ ਮਿਲ ਗਈ। ਆਪ ਨੂੰ ਪਤਾ ਨਹੀਂ ਹੈ। ਮੈਂ ਇਹ ਵੀ ਦੱਸਣਾ ਚਾਹੁੰਦਾ ਇਹਦੀ ਕੀਮਤ ਨਹੀਂ ਹੈਗੀ। ਆਪ ਜਸਟ ਸੋਚੋ, ਇਹ ਕਰੋੜਾਂ ਦੇ ਵਿੱਚੋਂ ਜਿਹੜਾ ਉਹ ਸੁਣਿਆ ਨੀ ਬਾਣੀ ਦੇ ਵਿੱਚ ਕਹਿੰਦੇ ਨਹੀਂ ਕਿ ਕੋਟਨ ਮੇ ਏਕ। हाँ ऐनिस माया कारणे प्राणी डोलत नीत, कोटन में नानक कोऊ नारायण जह चीत। हाँ, आप जस्ट सोचो कि ये आज ਤੁਹਾਨੂੰ ਮੈਂ ਸਾਰਿਆਂ ਨੂੰ ਸਰਟੀਫਿਕੇਟ ਦੇਣਾ ਚਾਹੁੰਦਾ ਆਪਣੇ ਵੱਲੋਂ, ਉਹ ਤੁਸੀਂ ਉਹ ਲੱਕੀ ਵਨ ਜੋ। ਆਪ ਜਸਟ ਸੋਚੋ, ਗੱਲਾਂ ਹੀ ਸੁਣੀਆਂ ਨਾ ਲੋਕਾਂ ਨੇ, ਗਿਆਨ ਬ੍ਰਹਮ ਕਿੱਥੇ ਤੇ ਬਾਣੀ ਪੜੋ। ਤੇ ਜਿੰਨੀ ਤੁਹਾਡੀ ਡਾਇਰੈਕਸ਼ਨ ਹੈ, ਤੁਹਾਡਾ ਮਾਰਗ, ਕੇਵਲ ਗ੍ਰੰਥਾਂ ਨੇ ਕਲੈਰੀਫਾਈ ਕਰਨਾ ਹੈ ਕਿ ਤੁਹਾਡਾ ਮਾਰਗ ਸਹੀ ਹੈ। ਆਪ ਜੀ ਜਸਟ ਸੋਚੋ, ਕਿਉਂਕਿ ਸ਼ਬਦ ਬ੍ਰਹਮ ਚਾਹੀਦਾ ਹੈ। ਗ੍ਰੰਥਾਂ ਨੇ ਤੁਹਾਡੇ ਮਾਰਗ ਨੂੰ ਪ੍ਰਮਾਣ ਕਰਨਾ ਹੈ ਕਿ ਹਾਂ ਤੁਸੀਂ ਕਿਸ ਰਸਤੇ ਜਾ ਰਹੇ, ਕੀ ਹੈ ਉਹ ਰਸਤਾ, ਕਿ ਸੱਚੀ ਉਹ ਪਰਮਾਤਮਾ ਕੋਈ ਸ਼ਕਤੀ ਹੈ। ਇਹ ਵਿਕਾਰ ਦੇ ਪਿੱਛੇ ਇਹ ਹੱਥ ਕਿੱਥੋਂ ਆ ਗਏ? ਥੋੜਾ ਮਾਈਕ ਦੇ ਅੱਗੇ ਹੋ ਜਾਓ ਗੋਰਕੀ ਸਾਹਿਬ, ਥੋੜਾ ਮਾਈਕ ਅੱਗੇ ਕਰ ਲਓ। ਹਾਂਜੀ ਬਸ। ਹਾਂ, ਆਹ ਸਿਸਟਮ ਹੈ। ਆਪਾਂ ਥੋੜਾ ਜਿਹਾ ਗਹਿਰਾ ਜਾਣੇ ਆ, ਆਪਾਂ ਇਹ ਸੋਚ ਹੁਣ, ਠੀਕ ਹੈ ਨਿਜਰ ਸਾਹਿਬ? ਆਵਾਜ਼ ਬਿਲਕੁਲ, ਬਹੁਤ ਵਧੀਆ। ਹਾਂ, ਆਪਾਂ ਜਸਟ ਸੋਚੀਏ ਕਿ ਸਰੀਰ ਦੇ ਅੰਦਰ ਇੰਨੀ ਵਧੀਆ ਜਟਲ ਕਿਰਿਆ ਚੱਲ ਰਹੀ ਆ, ਪਰ ਸਾਨੂੰ ਪਤਾ ਨਹੀਂ ਹੈ। ਪਰ ਪਤਾ ਹੁਣ ਲੱਗਦਾ ਜਦੋਂ ਥੋੜੀ ਜਿਹੀ ਗੜਬੜ ਹੁੰਦੀ ਹੈ, ਮਾੜੀ ਜੀ, ਇਹ ਜੀ ਕੀ ਹੋ ਗਿਆ? ਤੁਹਾਡਾ ਬਲੱਡ ਪ੍ਰੈਸ਼ਰ ਵੱਧ ਗਿਆ ਜੀ। ਅੱਛਾ, ਵੱਧ ਗਿਆ? ਅੱਛਾ ਜੀ, ਕੀ ਹੋਇਆ? ਜੀ ਤੁਹਾਡਾ ਨਾ ਬਲੱਡ ਪ੍ਰੈਸ਼ਰ ਘਟ ਗਿਆ। ਅੱਛਾ, ਘਟ ਗਿਆ? ਅੱਛਾ ਜੀ, ਤੁਹਾਡੇ ਨਾਲ ਦਿਲ ਦੀ ਧੜਕਣ ਵੱਧ ਗਈ। ਅੱਛਾ ਜੀ, ਇਹ ਘਟ ਗਈ ਹੈ। ਅੱਛਾ ਜੀ, ਇਹ ਤੁਹਾਡੀਆਂ ਨਜ਼ਰ ਥੋੜੀ ਕਮਜ਼ੋਰ ਹੋ ਗਈ ਹੈ। ਅੱਛਾ, ਮਤਲਬ ਪਹਿਲਾਂ ਕੀ ਸਹੀ ਸੀ? ਹਾਂ, ਪਹਿਲਾਂ ਸਹੀ ਸੀ, ਹੁਣ ਤੁਹਾਡੀ ਘੱਟ ਹੈ। ਤੁਹਾਡੇ ਕੰਨਾਂ ਦੀ ਸੁਣਨ ਦੀ ਸ਼ਕਤੀ ਨਾ ਥੋੜੀ ਘਟ ਗਈ ਹੈ। ਅੱਛਾ, ਘਟ ਗਈ। ਅੱਛਾ, ਤੁਹਾਨੂੰ ਨਾ ਭੁੱਖ ਘੱਟ ਲੱਗਦੀ ਹੈ। ਅੱਛਾ, ਭੁੱਖ ਘੱਟ ਲੱਗਦੀ ਹੈ। ਅੱਛਾ, ਕਿ ਤੁਹਾਡੀ ਜਿਹੜੀ ਸਕਿਨ ਦਾ ਰੰਗ ਨਾ ਖਰਾਬ ਹੋ ਗਿਆ, ਤੇ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਗਈਆਂ। ਜੀ ਤੁਹਾਡੇ ਅੰਦਰ ਨਾ ਵਿਟਾਮਿਨ ਦੀ ਕਮੀ ਆ ਗਈ ਹੈ, ਵਿਟਾਮਿਨ ਡੀ ਦੀ ਕਮੀ ਆ ਗਈ। ਜੀ ਤੁਹਾਡੇ ਅੰਦਰ ਪ੍ਰੋਟੀਨ ਦੀ ਕਮੀ ਆ ਗਈ, ਵਿਟਾਮਿਨ ਦੀ ਕਮੀ ਆ ਗਈ। ਇਹਦਾ ਮਤਲਬ ਕਮੀ ਆ ਗਈ ਹੈ ਤੇ ਇਹਦੀ ਕੋਈ ਪ੍ਰੋਪਰ ਲੈਵਲ ਵੀ ਹੋਊਗਾ। ਇਹ ਕਾਮਨ ਸੈਂਸ ਹੈ ਨਾ, ਜਿਸ ਇਹ ਸਵਾਲ ਹੋਣਾ ਚਾਹੀਦਾ ਆਪਣੇ ਕਿ ਨਹੀਂ? ਬਿਲਕੁਲ, ਤੇ ਪਤਾ ਪੈ ਗਿਆ ਨਾ।
ਇਹਦਾ ਮਤਲਬ ਕਿ ਲੈਵਲ ਕਿੰਨੇ ਫਿਕਸ ਕੀਤਾ ਵਾ? ਕੌਣ ਹੈ ਉਹ ਜਿਹਨੇ ਹਰ ਚੀਜ਼ ਨੂੰ ਸੈਟਿੰਗ ਕਰਕੇ ਰੱਖਿਆ? ਤੇ ਜਿਗਿਆਸਾ ਪੈਦਾ ਹੋਣੀ ਚਾਹੀਦੀ ਹੈ ਨਾ ਕਿ ਬਿਨਾ ਮੇਰੀ ਮਰਜ਼ੀ। ਹੁਣ ਮੈਂ ਸੋਚ ਛੱਡਿਆ, ਪੱਖਾ ਚੱਲਿਆ, ਠੀਕ ਹੈ ਨੀਚੇ ਸਾਹਿਬ। ਹੁਣ ਕਿਸੇ ਬੱਚੇ ਨੂੰ ਇੱਥੇ ਲਿਆਂਦਾ ਜਾਵੇ, ਉਹ ਪੱਖਾ ਘੁੰਮਦਾ ਵੇਖੀ ਜਾਵੇ, ਉਹਨੂੰ ਤਾਂ ਪਤਾ ਹੀ ਨਹੀਂ ਕਿ ਪੱਖਾ ਚੱਲਣ ਦਿਆ ਵਾ। ਇਹਨੂੰ ਚਲਾਉਣ ਵਾਸਤੇ ਪਿੱਛੇ એનર્ਜੀ ਆ। ਉਹ ਜਦੋਂ ਬੱਚਾ ਵੱਡਾ ਹੁੰਦਾ ਇਹਨੂੰ ਗਿਆਨ ਹੁੰਦਾ ਹੈ ਕਿ ਇਹ ਜਿਹੜਾ ਪੱਖਾ ਹੈ ਐਵੇਂ ਨਹੀਂ ਚੱਲਣ ਦਿਆ, ਇਹ ਮਗਰੋਂ ਬੱਤੀ ਆਉਂਦੀ ਆ। ਤੇ ਥੋੜਾ ਜਿਹਾ ਹੋ ਜਿਗਿਆਸਾ ਉਹ ਜ਼ਾਹਰ ਕਰਦਾ, ਅੱਛਾ ਪਿੱਛੋਂ ਬੱਤੀ ਆਉਂਦੀ ਹੈ, ਪਿੱਛੋਂ ਆਉਂਦੀ ਹੈ। ਉਹ ਸੋਚਦਾ ਹੋਊਗਾ ਕਿ ਸਿਟੀ ਦੇ ਵਿੱਚ ਕੋਈ ਬਿਜਲੀ ਘਰ ਹੈਗਾ, ਉੱਥੋਂ ਆਉਂਦੀ ਹੈ, ਠੀਕ ਹੈ ਨੀਚੇ ਸਾਹਿਬ। ਇੰਨੀ ਸੋਚ ਹੋਊਗੀ ਉਹਦੀ। ਬਿਲਕੁਲ। ਫਿਰ ਉਹ ਜੋ ਹੋਰ ਥੋੜਾ ਜਿਹਾ ਦਾਰਸ਼ਨਿਕ ਹੈਗਾ, ਉਹ ਕਹਿੰਦਾ ਸਿਟੀ ਦੇ ਵਿੱਚ ਕੋਈ ਮੈਨੂੰ ਲੱਗਦਾ ਨਹੀਂ ਪ੍ਰੋਡਕਸ਼ਨ ਯੂਨਿਟ ਹੈਗਾ, ਇੱਥੇ ਤੇ ਬੱਤੀ ਆਉਣ ਨਹੀਂ ਦੇ। ਫਿਰ ਉਹਨੇ ਥੋੜੀ ਜਿਹੀ ਹੋਰ ਖੋਜ ਕਰਨੀ ਆ ਕਿ ਇੱਥੇ ਨਹੀਂ ਹੈਗਾ ਇਹਦਾ ਸਿਸਟਮ, ਫਿਰ ਕਿੱਥੇ ਹੈਗਾ। ਫਿਰ ਉਹਨੇ ਸਟੱਡੀ ਕਰਨੀ ਆ, ਪੇਪਰਾਂ 'ਚ ਲੱਭਣਾ, ਜਿੱਦਾਂ ਆਪਾਂ ਗ੍ਰੰਥਾਂ 'ਚ ਲੱਭਦੇ ਆ। ਫਿਰ ਉਹਨੇ ਫੋਲਦੇ ਨੇ ਵੇਖਿਆ ਇੱਥੇ ਕਿਤੇ ਸਿਟੀ ਦੇ ਵਿੱਚ ਬਹੁਤ ਵੱਡਾ ਇਲੈਕਟ੍ਰਿਸਿਟੀ ਯੂਨਿਟ ਹੈ, ਉੱਥੋਂ ਬੱਤੀ ਆਉਂਦੀ ਆ। ਫਿਰ ਉਹਨੇ ਜਾ ਕੇ ਉੱਥੇ ਵੀ ਵੇਖਣਾ ਇੱਥੇ ਵੀ ਕਿਹੜੇ ਟਰਾਂਸਫਾਰਮਰ ਨੇ, ਇੱਥੇ ਵੀ ਬੱਤੀ ਨਹੀਂ ਆਉਂਦੀ। ਦੇਖੋ ਉਹ ਜਦੋਂ ਆਪਣੀ ਜਿਗਿਆਸਾ ਪੈਦਾ ਹੋ ਜਾਂਦੀ ਆ, ਇਹ ਗ੍ਰੰਥ ਜਿਗਿਆਸਾ ਹੀ ਪੈਦਾ ਕਰਦੇ ਆ ਕਿ ਇਹ ਜਿਹੜਾ ਪੱਖਾ ਤੇਰੇ ਘਰੇ ਘੁੰਮਣ ਦਿਆ ਨਾ ਸੱਜਣਾ, ਇਹ ਕਿਉਂ ਘੁੰਮਣ ਦਿਆ। ਹੁਣ ਆਦੀਆਂ ਜਿਹੜੀਆਂ ਅੰਦਰੀਆਂ ਸੈਟਿੰਗਸ ਹੈਗੀਆਂ ਨੇ, ਆਪ ਜਸਟ ਸੋਚੋ ਕਿ ਅੰਦਰ ਕਿੰਨੀ ਵੱਡੀ ਸ਼ਕਤੀ ਸਾਡੇ ਅੰਦਰ ਕੰਮ ਕਰ ਰਹੀ ਹੈ। ਔਰ ਜਦੋਂ ਉਹ ਥੋੜੀ ਜੀ ਸਾਡੀ ਲਾਈਫ ਦੇ ਕਰਕੇ ਜਾਂ ਜੀ ਕੁਛ ਏਦਾਂ ਦਾ ਕੰਮ ਕਰਦੇ ਆ ਜਿਹਦੇ ਕਰਕੇ ਉਹ એનર્ਜੀ ਡਿਸਟਰਬ ਹੋ ਜਾਂਦੀ, ਔਰ ਫਿਰ ਉਹਦੇ ਕਰਕੇ ਸਾਡੇ ਸਰੀਰ 'ਚ ਵੀ ਗੜਬੜਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਕਾਫੀ ਹੱਦ ਤੱਕ ਜਿਹੜੀ ਬੋਡੀ ਆ ਸਾਡੀ ਬਹੁਤ ਮਜ਼ਬੂਤ ਬਣੇਗੀ। ਜਿਹੜਾ ਸਾਡੇ ਤੇ ਲੀਵਰ ਆ, ਆਪ ਜਸਟ ਸੋਚੋ ਇੱਕ ਜਿਨ੍ਹਾਂ ਦੇ ਆਪਣੇ ਨਿਜਰ ਸਾਹਿਬ ਦੇ ਬ੍ਰਦਰ ਹੈਗੇ ਨੇ, ਜਿਨ੍ਹਾਂ ਦਾ ਲੀਵਰ ਦੀ ਥੋੜੀ ਪ੍ਰੋਬਲਮ ਆ, ਕਿਡਨੀ ਦੀ ਪ੍ਰੋਬਲਮ, ਉਹਨਾਂ ਦੀ ਕਿਡਨੀ ਹੈ, ਕਿਡਨੀ ਕੰਮ ਨਹੀਂ ਕਰਦੀ। ਹਾਂ, ਕਿਡਨੀ ਕੰਮ ਨਹੀਂ ਕਰਦੀ। ਤੇ ਉਹ ਕਿਡਨੀ ਦੇ ਵਿੱਚ ਜਦੋਂ ਖੂਨ ਜਾਂਦਾ ਹੈ, ਉਹ ਖੂਨ ਨੂੰ ਪਿਉਰੀਫਿਕੇਸ਼ਨ ਕਰਨ ਦੇ ਲਈ ਆਪ ਨੂੰ ਪਤਾ ਹੋਣਾ ਚਾਹੀਦਾ ਵਾ। ਕਹਿੰਦੇ ਕਿ ਮੈਂ ਤੇ ਕਿਤਾਬ 'ਚ ਪੜ੍ਹਿਆ ਸੀ, ਇੱਕ ਦਿਨ ਦੇ ਅੰਦਰ ਸਾਡਾ ਦਿਲ 1600 ਦੇ ਕਰੀਬ, ਪਤਾ ਨਹੀਂ 1000 ਤੋਂ ਉੱਪਰ ਲੀਟਰ ਹਰ ਦਿਨ ਖੂਨ ਪੰਪ ਕਰਦਾ ਜੀ। ਆਪ ਜਸਟ ਸੋਚੋ ਇਹਦੀ ਸ਼ਕਤੀ। ਆਪ ਜਸਟ ਸੋਚੋ 1600 ਲੀਟਰ ਉਹ ਸ਼ਕਤੀ ਜਿਹੜੀ ਹੈ ਅੰਦਰ ਸਾਡੇ ਅੰਦਰ ਖੂਨ ਨੂੰ ਪੰਪ ਕਰਦੀ ਹੈ। ਉਹ ਖੂਨ ਸਾਡੀਆਂ ਨਾੜੀਆਂ ਆਪ ਇੱਕ ਨਾ ਕਿਤੇ ਮੈਂ ਆਪ ਜੀ ਨੂੰ ਹੋਰ ਥੋੜਾ ਜਿਹਾ ਇੱਕ ਹੋਰ ਸੌਖਾ ਤਰੀਕਾ ਦੱਸਦਾ ਹੈ। ਇੱਕ ਪਕਾਨੇ 'ਚ ਹਵਾ ਭਰ ਕੇ ਵੇਖੋ ਕਿੰਨੀ ਕੁ ਸੌਖੀ ਹੈ। ਐਡਾ ਵੱਡਾ ਪਕਾਨਾ ਹੈ, ਉਹਦੇ ਅੰਦਰ ਹਵਾ ਭੇਜਣੀ ਕਿੰਨੀ ਔਖੀ ਹੈ। ਔਰ ਤੁਹਾਡੀਆਂ ਨਾੜੀਆਂ ਜਿਹੜੀਆਂ ਨੇ ਵਾਲਾਂ ਤੋਂ ਬਰੀਕ ਨੇ, ਉਹਦੇ ਅੰਦਰ ਪੰਪ ਕਰਨ ਲਈ ਖੂਨ ਕਿੰਨਾ ਵੱਡਾ ਦਿਲ ਹੋਊਗਾ, ਕਿੰਨੀ ਪਾਵਰਫੁਲ ਪੰਪ ਹੋਊ। ਬਿਲਕੁਲ। ਆਪ ਜਸਟ ਉਹਦਾ ਕਦੇ ਦਿਲ ਜਸਟ YouTube ਤੇ ਜਾ ਕੇ ਜਸਟ ਸੋਚੋ ਕਿ ਹਾਰਟ ਕਿੱਦਾਂ ਕੰਮ ਕਰ ਰਿਹਾ। ਇਹ ਮਕੈਨਿਜ਼ਮ ਦੇਖੋ, ਪ੍ਰਮਾਤਮਾ ਨੇ ਚੀਜ਼ ਬਣਾਈ ਆ, ਉਹ ਐਸਾ ਪ੍ਰਮਾਤਮਾ ਹੈ, ਉਹਨੂੰ ਆਪਾਂ ਲੱਭਣਾ ਵਾ। ਆਪ ਜਸਟ ਸੋਚੋ ਜਿਹਦੇ ਪਿੱਛੇ ਬੈਠਾ ਹੋ, ਉਹ ਤੁਹਾਡੀ ਕਥਾ ਮੇਰੀ ਸੁਣ ਰਿਹਾ, ਉਹਨੂੰ ਪਤਾ ਹੈ ਸ਼ਰਾਰਤੀ ਬੱਚੇ ਹੈਗੇ ਆ, ਇਹਨਾਂ ਨੇ ਇੱਕ ਨਾ ਇੱਕ ਦਿਨ ਮੇਰੇ ਕੋਲ ਪਹੁੰਚ ਜਾਣਾ, ਕਿਉਂਕਿ ਐਸੀ ਚੀਜ਼ ਲੱਭ ਰਹੇ ਨੇ। ਔਰ ਬ੍ਰਹਮ ਇੱਕ ਐਸੀ ਸ਼ਕਤੀ ਹੈ, ਜਦੋਂ ਵੀ ਅਸੀਂ ਬ੍ਰਹਮ ਦੀ ਜਿਗਿਆਸਾ ਕੀਤੀ, ਮੈਂ ਕੋਈ ਮੂਰਤੀ ਦੀ ਗੱਲ ਨਹੀਂ ਮੈਂ ਕਿਤੇ ਨਹੀਂ ਕਰਦਾ, ਕਿਉਂਕਿ ਉਹ ਵੀ ਠੀਕ ਆਪਣੀ ਜਗ੍ਹਾ। ਆਪਾਂ ਤੇ ਬੜਾ ਚੋਟੀ ਦਾ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹਾਂ, ਅਸੀਂ ਉਹਨੂੰ ਜਾਣਨਾ ਚਾਹੁੰਦੇ ਹਾਂ ਜਿਹੜਾ ਬ੍ਰਹਮ ਦੇ ਪਿੱਛੇ ਬੈਠਾ। ਇਹ ਜਿਹੜਾ ਬ੍ਰਹਮ, ਇਹ ਜਿਹੜਾ ਪਾਰ ਬ੍ਰਹਮ ਆ, ਜਿਹੜਾ ਬ੍ਰਹਮ ਦੇ ਪਿੱਛੇ ਬੈਠਾ ਹੈ, ਜਿਹਦੇ ਅੰਦਰ ਹੀ ਸਾਰਾ ਕੁਝ ਪੈਦਾ ਹੋ ਰਿਹਾ, ਜਿਹਦੇ ਅੰਦਰ ਹੀ ਸਾਰਾ ਕੁਝ ਖਤਮ ਹੋ ਰਿਹਾ ਹੈ, ਉਹ ਕਿੱਦਾਂ ਬੈਠਾ ਵਾ, ਬਸ ਉਹਨੂੰ ਵੇਖਣਾ ਚਾਹੁੰਦੇ। ਜਦ ਤੱਕ ਉਹਨੂੰ ਵੇਖਦੇ ਨਹੀਂ ਆ, ਉਹਨਾਂ ਚਿਰ ਤੱਕ ਕੁਛ ਨਹੀਂ ਪਤਾ ਲੱਗਾ। ਪਤਾ ਲੱਗਣ ਦਾ ਇੱਕੋ ਹੀ ਤਰੀਕਾ ਹੈ, ਉਹ ਅਕਿਰਿਆ ਅਵਸਥਾ 'ਚ ਬੈਠਾ। ਇੱਕ ਸਿੰਪਲ ਜੀ ਅੱਜ ਮੇਰੀ ਜਵਾਬ ਜੀ ਥੋੜਾ ਜਿਹਾ ਹੀ ਆਪ ਪੜ੍ਹ ਲਓ। ਉਹ ਕੁਛ ਕਰਦਾ ਨਹੀਂ ਜੋ, ਬਸ ਇੰਨਾ ਜੋ, ਉਹ ਵੀ ਕੁਛ ਨਹੀਂ ਕਰਦਾ। ਔਰ ਜਦੋਂ ਅਸੀਂ ਵੀ ਕੁਛ ਨਹੀਂ ਕਰਦੇ, ਸਾਡੇ 'ਚ ਤੇ ਉਹ 'ਚ ਕੋਈ ਭੇਦ ਨਹੀਂ, ਅਸੀਂ ਉਹਨੂੰ ਜਾਣਦੇ ਹਾਂ। ਪਰ ਇਹ ਅਵਸਥਾ ਜਿਹੜੀ ਕੁਛ ਨਾ ਕਰਨਾ ਕੋਈ ਛੋਟੀ ਅਵਸਥਾ ਨਹੀਂ ਹੈ, ਕਾਫੀ ਉੱਚੀ ਅਵਸਥਾ ਹੈ। ਔਰ ਇਹ ਅਵਸਥਾ ਵੀ ਬ੍ਰਹਮ ਦੀ ਮਰਜ਼ੀ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦੀ। ਹਾਂ, ਸਾਧਨਾ ਕਰਨਾ ਇੱਕ ਅਲੱਗ ਚੀਜ਼ ਹੈ, ਸਾਧਨਾ ਸੁਧਨਾ ਕੁਛ ਨਹੀਂ ਹੈਗੀ, ਬਸ ਅਸੀਂ ਕਰ ਰਹੇ ਹਾਂ। ਜਿੱਦਾਂ ਉਹ ਨਿਜਰ ਸਾਹਿਬ ਉਹ ਜਿਹੜਾ ਸਵਾਲ ਹੱਲ ਕਰਨ ਲਈ ਇਹਦੀ ਵੈਲਿਊ ਕੀ ਹੈ, ਐਕਸ, ਕੁਛ ਅੰਦਾਜ਼ੇ ਨਾਲ ਹੀ ਕੁਛ ਲਾ ਲਿਆ ਜੀ, ਇਹਦੀ ਕੀਮਤ 5 ਰੁਪਏ। ਇੰਨਾ ਕੁ ਆਪਾਂ ਕੰਮ ਕਰਦੇ ਹਾਂ। ਅਗਲਾ ਜਿਹੜਾ ਸਵਾਲ ਆ, ਸਾਰਾ ਰਸਤਾ, ਸਾਰੀ ਸਾਧਨਾ, ਸਾਰਾ ਕੁਛ ਵੀ ਉਹਨੇ ਕਰਾਉਣਾ।
ਔਰ ਇੱਥੋਂ ਤੱਕ ਕਿ ਇਹ ਵੀ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਭਗਤੀ ਜੇ ਨਹੀਂ ਹੋ ਰਹੀ ਤੇ ਸਮਝੋ ਕਿ ਬ੍ਰਹਮ ਅਜੇ ਤੁਹਾਡੇ ਤੋਂ ਕਰਾਉਣਾ ਹੀ ਨਹੀਂ ਚਾਹੁੰਦਾ, ਕਿਉਂਕਿ ਬਿਨਾਂ ਉਹਦੀ ਮਰਜ਼ੀ ਤੋਂ ਭਗਤੀ ਵੀ ਨਹੀਂ ਹੋ ਸਕਦੀ, ਖਾਸ ਕਰਕੇ ਉਹਦੀ ਭਗਤੀ। ਅੱਜਕੱਲ ਇੱਛਾ ਤੇ ਪ੍ਰਗਟ ਹੋਊਗੀ ਨਾ, ਇੱਛਾ ਚਿੱਤ 'ਚ ਕੋਈ ਇੱਛਾ ਹੀ ਨਹੀਂ ਆਊਗੀ, ਕਿੱਦਾਂ ਭਗਤੀ ਕਰ ਲਓ ਆਪ? ਜਸਟ ਤਾਈਓ ਤੇ ਬਾਣੀ ਬਾਰ-ਬਾਰ ਕਹਿੰਦੀ ਹੈ ਕਿ ਮੇਰੇ ਪਿਤਾ ਮੈਨੂੰ, ਮੇਰੇ ਅੰਦਰ ਪਿਆਸ ਜਾਗੇ ਤੇਰੇ ਨਾਮ ਦੀ। ਮਤਲਬ ਕਿ ਜਿੱਦਾਂ ਕੋਈ ਨਹੀਂ ਕਹਿ ਦਿੰਦੇ ਕਿ ਮੈਂ ਤੇਰੀ ਭਗਤੀ ਕਰਾਂ, ਉਹ ਇਹ ਨਹੀਂ ਕਹਿੰਦੇ ਇੰਨੀ ਵੀ ਜ਼ਿੰਮੇਵਾਰੀ ਨਹੀਂ ਚੁੱਕਣੀ। ਆਪ ਜਸਟ ਸੋਚੋ, ਉਦੋਂ ਕੱਲ ਦੀ ਪਰਸੋਂ ਦੀ ਕਥਾ 'ਚ ਆਇਆ, ਕਹਿੰਦੇ ਕਿ ਮੈਂ ਕੀੜੀ ਵਾਂਗੂ ਬਿਲਕੁਲ ਹੀ ਛੋਟਾ, ਇੰਨੀ ਹਲੀਮੀ ਵਿੱਚ ਫਰਕੀ ਆ। ਇੱਥੇ ਵੀ ਉਹੀ ਮਤਲਬ ਇਹ ਆ ਕਿ ਮੇਰੇ ਪਿਤਾ ਜਿਹੜੀ ਮੇਰੀ ਭਗਤੀ ਆ, ਮੈਨੂੰ ਰਾਤ ਨੂੰ 1 ਵਜੇ 2 ਵਜੇ ਮੈਨੂੰ ਉਠਾਉਣਾ ਤੇ ਤੂੰ ਉਠਾ, ਕਿਉਂਕਿ ਮੇਰੇ ਰਿਸਕ ਨਹੀਂ ਲੈਣਾ ਚਾਹੁੰਦੇ ਹੋ। ਕੋਈ ਵੀ ਨਹੀਂ ਕਹਿੰਦੇ ਕਿ ਮੈਂ ਤੇਰੀ ਭਗਤੀ ਕਰਾਂ, ਉਹ ਕਹਿੰਦੇ ਭਗਤੀ ਕਰਨ ਦੀ ਇੱਛਾ ਵੀ ਮੇਰੇ ਅੰਦਰ, ਮੇਰੇ ਪ੍ਰਮਾਤਮਾ ਬ੍ਰਹਮ ਨੂੰ ਕਹਿੰਦੇ ਆ, ਪਾਰ ਬ੍ਰਹਮ ਕਿਰਪਾ ਕਰ, ਮੈਂ ਇੱਕ ਕੰਮ ਕਰ ਸਕਦਾ, ਮੈਂ ਤੇਰੇ ਦੀ ਮੱਥਾ ਟੇਕ ਸਕਦਾ, ਬਸ ਬਸ ਬਸ, ਬਹੁਤ ਵਧੀਆ। ਉਸ ਤੋਂ ਵੱਧ ਮੈਂ ਨਹੀਂ ਕੁਛ ਕਰ ਸਕਦਾ। ਐਵੇਂ ਕੰਮਾਂ ਤੁਹਾਨੂੰ ਮੈਂ ਭਗਤੀ ਕਰਾ ਸਕਦਾ ਜਾਂ ਨਿੱਜੇ ਸਾਹਿਬ ਕਰਾ ਸਕਦੇ, ਕੋਈ ਵੀ ਨਹੀਂ ਕਰਾ ਸਕਦਾ। ਠੀਕ ਹੈ ਜੀ ਸਾਹਿਬ? ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ। ਇਸ ਤੋਂ ਵੱਧ ਨਹੀਂ ਗੱਲ ਹੋਈ ਜੀ ਅਜੇ ਤੱਕ। ਔਰ ਰਹੀ ਗੱਲ ਬ੍ਰਹਮ ਦੀ, ਕੋਈ ਬੱਚਿਆਂ ਦਾ ਖੇਲ ਨਹੀਂ ਉਹਨੂੰ ਮਿਲ ਜਾਣਾ। ਆਪ ਜਸਟ ਸੋਚੋ, ਉਸ ਸ਼ਕਤੀ ਦੀ ਕਿਰਪਾ 3 ਲੱਖ ਪਰ ਸੈਕਿੰਡ ਕਿਰਨ ਦੀ, ਸੂਰਜ ਦੀ ਕਿਰਨ ਦੀ ਸਪੀਡ ਆ। ਆਪ ਜਸਟ ਸੋਚੋ, 3 ਲੱਖ ਕਿਲੋਮੀਟਰ ਪਰ ਸੈਕਿੰਡ ਦੀ ਸਪੀਡ ਆ ਪ੍ਰਕਾਸ਼ ਦੀ। ਅਗਰ ਇੰਨੀ ਸਪੀਡ ਨਾਲ ਕਹਿੰਦੇ ਰੇਤਾ ਦਾ ਕਣ ਅਗਰ ਧਰਤੀ ਵੱਲ ਸੁੱਟਿਆ ਜਾਵੇ ਨਾ, ਤੇ ਧਰਤੀ ਦੇ ਅੰਦਰ ਇੰਨੀ ਸ਼ਕਤੀ ਨਹੀਂ ਹੈ ਨਿੱਜਾ ਸਾਹਿਬ ਉਸ ਪ੍ਰਕਾਸ਼ ਦੇ ਕਣ ਨੂੰ ਰੋਕ ਲੇ। ਆਪਾਂ ਜਸਟ ਸੋਚੋ, ਤੇ ਇਹਦਾ ਮਤਲਬ ਕਿ ਪ੍ਰਕਾਸ਼ ਦੀ ਗਤੀ ਨੂੰ ਕੌਣ ਕੰਟਰੋਲ ਕਰ ਰਿਹਾ ਹੈ? ਆਪ ਜਸਟ ਦੇਖੋ ਕਿ ਸੂਰਜ ਦੀ ਜਿਹੜੀ ਰੇਂਜ ਆ ਉਹ ਧਰਤੀ ਤੋਂ ਇੰਨੀ ਦੂਰ ਆ, ਨਾ ਤੇ ਧਰਤੀ ਨੂੰ ਕੁਝ ਕਹਿੰਦਾ ਵਾ ਤੇ ਨਾ ਹੀ ਉਹ ਮਤਲਬ ਉਹ ਕੁਝ ਨਹੀਂ ਕਹਿੰਦਾ, ਮਤਲਬ ਇਹ ਨੁਕਸਾਨ ਨਹੀਂ ਪਹੁੰਚਾਉਂਦਾ। ਸੂਰਜ ਦਾ ਪ੍ਰਕਾਸ਼ ਇੰਨਾ ਕਿ ਲਿਮਟਿਡ ਸਾਡੇ ਕੋਲ ਆਉਂਦਾ। ਆਪ ਮੈਂ ਜਸਟ ਅੱਜ ਦੀ ਕਥਾ ਕਰਨ ਦਾ ਕਾਰਨ ਇਹ ਆ 2 ਮਿੰਟ ਲਾਉਣ ਦਾ, ਕਿ ਇਹ ਜਿਹੜਾ ਬ੍ਰਹਮ ਆ, ਜੋ ਸਿਸਟਮ ਚੱਲਣ ਦਿਆ ਹੈ, ਇਹਦੇ ਪਿੱਛੇ ਸ਼ਕਤੀ ਆ। ਜਦ ਤੱਕ ਤੁਸੀਂ ਇਹ ਨਹੀਂ ਨਾ ਸੋਚਦੇ, ਤੁਸੀਂ ਬ੍ਰਹਮ ਨੂੰ ਕਿੱਥੋਂ ਮਿਲੋਗੇ? ਇਹ ਜਿਹੜੀਆਂ ਅੱਖਾਂ ਨੇ ਤੁਹਾਡੀਆਂ ਕਿੱਥੋਂ ਆ ਗਈਆਂ? ਕੌਣ ਹੈ ਦਿੱਤੀ? ਇਹ ਤੁਸੀਂ ਸੋਚਦੇ ਬੱਚਾ ਐਵੇਂ ਜੰਮ ਜਾਊਗਾ? ਇੱਕ ਇੱਟ ਦੇ ਵਿੱਚ ਇੱਟ ਬਣੀ, ਅਕਸਰ ਕਿੰਨੇ ਬਣਾਈ ਆ? ਮੈਂ ਬਣਾਈ ਜਾਂ ਨਿੱਜੇ ਸਾਹਿਬ ਨੇ ਬਣਾਈ ਤੇ ਜਾਂ ਇੱਟਾਂ ਵਾਲੇ ਨੇ ਬਣਾਈ? ਤੇ ਜੇ ਆਪਾਂ ਇਹ ਸੋਚੀਏ ਕਿ ਟਾਪੇ ਰੱਬਾਂ ਤੋਂ ਛੱਤ ਤੋਂ ਡਿੱਗਦੀਆਂ, ਭੱਟੀਆਂ ਚੋਂ ਆਉਂਦੀਆਂ ਵਾ, ਤੇ ਅਸੀਂ ਬੇਵਕੂਫ ਹਾਂ, ਸਾਨੂੰ ਨਹੀਂ ਪਤਾ। ਔਰ ਸਾਨੂੰ ਉਹ ਵੀ ਜਾਣਨ ਦੀ ਲੋੜ ਹੈ ਕਿ ਭੱਟੇ ਝੁੱਟਾਂ ਬਣ ਰਹੀਆਂ ਨੇ, ਔਰ ਪ੍ਰਮਾਤਮਾ ਹੀ ਇੱਕ ਐਸਾ ਭੱਟਾ ਹੈ ਜਿਹਦੇ ਅੰਦਰ ਸਾਰਾ ਕੁਝ ਹੋ ਰਿਹਾ ਵਾ, ਤੇ ਔਰ ਉਹਦੇ ਕਰਕੇ ਹੀ ਸਾਡੇ ਜੀਵਨ ਵਿੱਚ ਜਿਹੜੀ ਉਚਾਈ ਆ ਰਹੀ ਹੈ ਬਸ। ਔਰ ਇਹ ਜਿਹੜਾ ਦੇਖੋ, ਮੈਂ ਇਸ ਦੀ ਕਥਾ ਕਰਨ ਦਾ ਮਤਲਬ ਇਹੋ ਹੀ ਹੈ ਤੁਹਾਨੂੰ ਯਕੀਨ ਦਿਵਾਉਣਾ ਕਿ ਤੁਸੀਂ ਪੂਰਾ ਜਿਹਾ ਪੂਰੀ ਬਰੀਕ ਬੁੱਧੀ ਦੇ ਨਾਲ ਇਹ ਸਮਝਣ ਦੀ ਕੋਸ਼ਿਸ਼ ਕਰੋ, ਇਹ ਜਿਹੜਾ ਸਿਸਟਮ ਹੈ, ਇਹਦੇ ਪਿੱਛੇ ਜਿਹੜੀ ਸ਼ਕਤੀ ਕੰਮ ਕਰਦੀ ਹੈ, ਉਹਦਾ ਨਾ ਤੇ ਰੂਪ ਜੀ, ਨਾ ਰੰਗ ਤੇ ਨਾ ਰੇਖ। ਉਹ ਕੋਈ ਸਧਾਰਨ ਸ਼ਕਤੀ ਨਹੀਂ ਹੈਗੀ। ਉਹ ਸਾਡੇ ਵਾਂਗੂ, ਤੁਹਾਡੇ ਵਾਂਗੂ, ਨਿੱਜਰ ਸਾਹਿਬ ਵਾਂਗੂ ਲਿਮਟਿਡ ਨਹੀਂ ਆ। ਕੋਈ ਲਿਮਟ, ਉਹਦੀ ਲਿਮਟਲੈਸ ਸ਼ਕਤੀ, ਔਰ ਉਹ ਐਸੀ ਸ਼ਕਤੀ ਹੈ, ਉਹ ਜਿਹੜੇ ਵੀ ਪਦਾਰਥ ਨੂੰ ਹੁਕਮ ਕਰਦੀ ਹੈ, ਉਹ ਪਦਾਰਥ ਉਸੇ ਤਰ੍ਹਾਂ ਹੀ ਰਿਐਕਸ਼ਨ ਕਰਦਾ ਹੈ। ਔਰ ਉਹ ਐਸੀ ਸ਼ਕਤੀ ਹੈ, ਉਹਦੀ ਕੋਈ ਹੱਥ ਪੈਰ ਨਹੀਂ ਹੈਗੇ ਨਹੀਂ ਉਹਦੇ, ਪਰ ਇਹਦੇ ਬਾਵਜੂਦ ਵੀ ਅਰਬਾਂ ਖਰਬਾਂ ਧਰਤੀ ਤੇ ਜੋ ਵੀ ਜੀਵ ਜੰਤੂ ਕਿਸਮ ਦੇ ਹੈਗੇ ਨੇ, ਪ੍ਰਾਣੀ ਹੈਗੇ ਨੇ, ਅਰਬਾਂ ਵੀ ਕਹਦਾ, ਖਰਬਾਂ ਵੀ ਕਹਦਾ, ਤੇ ਇਹ ਵੀ ਉਹਦਾ ਤੋਲਣ ਵਾਲਾ ਹਿਸਾਬ ਆ। ਪਰ ਅਸੰਖ ਜਿਹੜੇ ਵੀ ਜੀਵ ਹੈਗੇ ਨੇ, ਉਹਨਾਂ ਦੇ ਹੱਥਾਂ ਦੇ ਰਹੀ ਉਹ ਸ਼ਕਤੀ ਕੰਮ ਕਰਦੀ। ਜਿੰਨੀ ਵੀ ਆਪਾਂ ਨੂੰ ਸ਼ਕਤੀ ਮਿਲਦੀ ਆ, ਉਹ ਸਾਰੀ ਉਹ ਪਰਮਾਤਮਾ ਤੋਂ ਜਿਹੜੀ ਚੇਤਨਾ ਹੈ ਨਾ ਸਾਡੇ ਅੰਦਰ, ਜਿਹੜੀ ਚੇਤਨਾ, ਪਰਮਾਤਮਾ ਚੇਤਨ ਨਹੀਂ ਹੈਗਾ, ਇਹ ਵੀ ਨਾ ਸੋਚੋ ਕਿ ਪਰਮਾਤਮਾ ਚੇਤਨ ਉਦੋਂ ਹੁੰਦਾ ਵਾ ਜਦੋਂ ਜੜ ਦੇ ਸੰਪਰਕ ਚ ਆਉਂਦਾ, ਜਦੋਂ ਇਹ ਪੰਜੇ ਤੱਤ ਆਪਣੇ ਪ੍ਰੋਪਰਲੀ ਕੰਮ ਕਰਦੇ ਨੇ, ਉੱਤੇ ਮਨ, ਬੁੱਧੀ, ਚਿੱਤ, ਹੰਕਾਰ ਹੈਗੇ ਨੇ, ਸਾਰੇ ਹੈਗੇ ਨੇ, ਉਸ ਟਾਈਮ ਤੇ ਉਹ ਪਰਮਾਤਮਾ ਰੂਪੀ ਸ਼ਕਤੀ ਪ੍ਰਗਟ ਹੁੰਦੀ ਆ। ਆ ਜਿਹੜੀ ਕਥਾ ਦੇ ਵਿੱਚ ਉਹ ਗੱਲ ਚੱਲਣੀ ਹੈ ਕਿ ਜਦੋਂ ਬੱਚਾ ਪੈਦਾ ਨਹੀਂ ਸੀ ਹੋਇਆ, ਕਿੱਥੇ ਸੀ ਉਹ? ਪੈਦਾ ਹੋ ਕੇ ਤੇ ਉਹ ਪੰਜਾਂ ਤੱਤਾਂ ਚ ਆ ਗਿਆ। ਜਦੋਂ ਮਾਂ ਦੇ ਗਰਭ ਚ ਸੀ, ਹਜੇ ਹੱਥ ਪੈਰ ਨਹੀਂ ਬਣੇ ਉਹਦੇ, ਪਰ ਚੇਤਨਾ ਤੇ ਅੰਦਰ ਹੈਗੀ ਸੀ। ਉਦੋਂ ਚੇਤਨਾ ਕੀ ਕਰ ਰਹੀ?
ਇਹ ਜਸਟ ਇਹ ਦੇਖੋ, ਇਹ ਭਗਤ ਬੈਣੀ ਜੀ ਕਿੱਥੇ ਸ਼ੁਰੂ ਕਰ ਰਹੇ ਨੇ, ਕਿਉਂਕਿ ਸਵਾਲ ਦਾ ਜਵਾਬ ਸ਼ੁਰੂ 'ਚ ਹੀ ਹੁੰਦਾ ਵਾ। ਰਕਮ ਦੇ ਵਿੱਚ ਜਿਹੜਾ ਸਵਾਲ ਪਾਇਆ ਹੁੰਦਾ ਉਹਦੇ ਅੰਦਰ ਹੀ ਜਵਾਬ ਹੁੰਦਾ ਹੈ। ਤੇ ਜੇ ਆਪਾਂ ਪੱਤਿਆਂ ਨੂੰ ਫੜਾਂਗੇ, ਉਹਦੇ ਫਲਾਂ ਨੂੰ ਫੜਾਂਗੇ, ਅਸੀਂ ਸੋਚਾਂਗੇ ਫਲ ਲੱਗਾ, ਅੰਬ ਨੂੰ ਤੋੜ ਲਿਆਂਦਾ, ਉਹ ਫਲ ਅੰਬ ਦੇ ਟਾਹਣੀਆਂ ਤੋਂ ਬਾਅਦ, ਟਾਹਣੀਆਂ ਨੂੰ ਬਾਅਦ 'ਚ ਲੱਗਾ, ਪਹਿਲਾਂ ਉਹਦੀਆਂ ਜੜ੍ਹਾਂ 'ਚ ਪੈਦਾ ਹੋਇਆ। ਇਹਦਾ ਮਤਲਬ ਅੰਬ ਦਾ ਬੀਜ ਜਿਹੜਾ ਉਹਦੇ ਅੰਦਰ ਫਰੂਟ ਪੈਦਾ ਕਰਨਾ ਵਾ, ਉਹ ਵੀ ਕਿਸੇ ਨੇ ਡਿਸਾਈਡ ਕੀਤਾ ਵਾ। ਐਵੇਂ ਨਹੀਂ ਅੰਬ ਲੱਗਣ ਦੇ ਉਹਨੂੰ, ਸਾਰੇ ਰੁੱਖਾਂ ਨੂੰ ਅੰਬ ਨਹੀਂ ਲੱਗਣ ਦੇ, ਸਾਰੇ ਰੁੱਖਾਂ ਨੂੰ ਅਮਰੂਦ ਨਹੀਂ ਲੱਗਣ ਦੇ, ਸਾਰੇ ਰੁੱਖਾਂ ਨੂੰ ਸੇਬ ਨਹੀਂ ਲੱਗਣ ਦੇ। ਉਹ ਕਿਸੇ ਸ਼ਕਤੀ ਨੇ ਇਹ ਡਿਜ਼ਾਈਨ ਕੀਤਾ ਹੋਇਆ ਹੈ ਕਿ ਇਸ ਰੁੱਖ ਨੂੰ ਕੇਲੇ ਲੱਗਣਗੇ, ਇਸ ਰੁੱਖ ਨੂੰ ਅੰਬ ਲੱਗਣਗੇ, ਇਹਨੂੰ ਸੇਬ ਲੱਗਣਗੇ, ਇਹਨੂੰ ਚੀਕੂ ਲੱਗਣਗੇ, ਇਹਨੂੰ ਅਨਾਨਾਸ ਲੱਗਣਗੇ। ਇਹ ਥੋੜਾ ਜਿਹਾ ਸਾਨੂੰ ਸੋਚਣਾ ਪਊਗਾ, ਤਾਂ ਹੀ ਤੇ ਉਹਦੇ ਬਾਰੇ ਪਤਾ ਲੱਗੂਗਾ। ਉਹਦਾ ਕਿੱਦਾਂ ਪਤਾ ਲੱਗੂਗਾ ਉਹਦੇ ਬਾਰੇ? ਇਹ ਕੀੜੀ ਦੇ ਅੰਦਰ ਵੀ ਉਹਨੇ ਦੇਖੋ ਕਿੱਦਾਂ ਦੀ ਸਟੈਂਥ ਪਾਈ ਹੋਈ ਆ, ਉਹਦਾ ਪੂਰਾ ਸਿਸਟਮ ਆ, ਪੂਰੀ ਲੋਡਡ ਆ। ਸਾਡੇ ਵਾਂਗੂ ਉਹ ਸਾਨੂੰ ਜਿੱਦਾਂ ਸਾਨੂੰ ਲੱਗਦਾ ਕਿ ਉਹ ਕੀੜੀ ਕੀ ਆ, ਪਰ ਉਹਦੇ ਲਈ ਉਹ ਬਹੁਤ ਪੂਰੀ ਪਰਫੈਕਟ ਆ। ਉਹਨੂੰ ਹੋਰ ਕੁਝ ਨਹੀਂ ਚਾਹੀਦਾ। ਉਹਦਾ ਕੰਮ ਵੇਖੋ, ਸਵੇਰ ਤੋਂ ਸ਼ਾਮ ਤੱਕ ਆਪਣਾ ਕੰਮ ਕਰਦੀ ਆ। ਉਹਦਾ ਵੀ ਹੈਡ ਹੈਗਾ, ਉਹ ਜਿੱਥੇ ਕੁੱਟ 'ਚ ਰਹਿੰਦੀ ਆ, ਉਹਦੀ ਗੱਲ ਸੁਣਦੀ ਹੈ ਨਿਜਰ ਸਾਹਿਬ ਕਿ ਨਹੀਂ ਸੁਣਦੀ? ਬਿਲਕੁਲ। ਅਕਸਰ ਉਹ ਬੇਵਕੂਫ ਤੇ ਨਹੀਂ ਹੈਗੀ, ਗੁਆਂਢੀਆਂ ਦੀ ਖੁੱਡ 'ਚ ਕਿਉਂ ਨਹੀਂ ਚੱਲ ਜਾਂਦੀ? ਆਪ ਜਸਟ ਸੋਚੋ, ਇੱਕ ਮੇਰੀ ਗੱਲ ਥੋੜੀ ਜਿਹੀ ਧਿਆਨ ਨਾਲ ਸੋਚੋ, ਉਹ ਗੁਆਂਢੀਆਂ ਦੀ ਖੁੱਡ 'ਚ ਕਿਉਂ ਨਹੀਂ ਚੱਲ ਜਾਂਦੀ? ਦੂਜੀਆਂ ਕੀੜੀਆਂ ਤੇ ਹੈਗੀਆਂ ਹੀ ਆ, ਪਰ ਨਿਜਰ ਸਾਹਿਬ ਉਹਨੂੰ ਸੈਂਸ ਹੈਗੀ ਆ ਕਿ ਦੂਜੀ ਖੁੱਡ ਮੇਰੀ ਨਹੀਂ ਹੈਗੀ। ਇਹਦਾ ਮਤਲਬ ਕਿ ਆਪ ਜੇ ਸੋਚੋ ਉਹ ਕਿਹੋ ਜਿਹਾ ਪਰਮਾਤਮਾ ਹੋਊਗਾ। ਉਹਦੇ ਅੰਦਰ ਜੇ ਉਹਨੇ ਜੀਵ ਪਾਇਆ ਨਾ, ਤੇ ਜੀਵ ਦੇ ਅੰਦਰ ਇਨੀ ਸੈਂਸ ਵੀ ਪਾਈ ਆ ਕਿ ਇਹ ਤੇਰੀ ਇਹ ਤੇਰਾ ਜਿਹੜਾ ਦੂਜੀਆਂ ਕੀੜੀਆਂ, ਲੱਖਾਂ ਕੀੜੀਆਂ ਨੇ, ਵੇਖੋ ਕਿੰਨੀਆਂ ਸਾਡੇ ਘਰ ਵੀ ਖੁੱਡਾਂ ਹੈਗੀਆਂ ਨੇ, ਕਈ ਕਿਸਮ ਦੀਆਂ ਅਲੱਗ-ਅਲੱਗ ਖੁੱਡਾਂ ਨੇ, ਪਰ ਇੱਕ ਕੀੜੀ ਦੂਜੀ ਖੁੱਡ 'ਚ ਕਿਉਂ ਨਹੀਂ ਚੱਲ ਜਾਂਦੀ? ਸਾਡੇ ਵਾਂਗੂ ਬ੍ਰੇਨ ਉਹਦਾ ਸਾਰਾ ਪਤਾ ਉਹਨੂੰ ਕਿ ਕਿੱਥੇ ਕੰਮ ਕਰਨਾ ਹੈ, ਔਰ ਸ਼ਾਮੀ ਰਾਤ ਨੂੰ ਰੈਸਟ ਕਿੱਥੇ ਜਾ ਕੇ ਕਰਨੀ। ਆਪ ਜਸਟ ਸੋਚੋ ਕਿ ਉਹ ਪ੍ਰਮਾਤਮਾ ਕਿਹੋ ਜਿਹਾ ਹੋਊਗਾ, ਇਹਨੇ ਡਿਜ਼ਾਈਨ ਕੀਤੀ। ਇੱਕ ਚੀਜ਼ ਡਿਜ਼ਾਈਨ ਕੀਤੀ ਹੈ। 4 ਕਿਸਮ ਦੇ ਨਿਜਰ ਸਾਹਿਬ ਨੇ ਵੀ ਉਦੋਂ ਕਥਾ 'ਚ ਸਮਝਾਈ ਆ। ਕੋਈ ਜੇਰ ਤੋਂ ਪੈਦਾ ਹੋ ਰਿਹਾ, ਕੋਈ ਪਸੀਨੇ ਤੋਂ ਪੈਦਾ ਹੋ ਰਿਹਾ, ਕੋਈ ਆਂਡੇ ਤੋਂ ਪੈਦਾ ਹੋ ਰਿਹਾ, ਕੋਈ ਬਨਸਪਤੀ ਤੋਂ। ਉਹ ਕਿਹੜਾ ਨਿਜਰ ਸਾਹਿਬ ਚੌਥਾ ਕਿਹੜਾ ਸੀ ਤਰੀਕਾ? अंडज जेरस से तो जो उत्पुज वनस्पति हो गई, आंडे तो जेर तो ते से पसीने तो ते वनस्पति तो, बस 4 ही होगी। ਹਾਂ ਬਸ ਠੀਕ ਹੈ। ਜਿਹੜੀ ਦੇਖੋ ਅੰਬ ਦੇ ਰੁੱਖ 'ਚ ਜਿਹੜਾ ਫਰੂਟ ਪੈਦਾ ਕਰਨ ਵਾਲਾ ਵਾ, ਫਰੂਟ ਕਿਤੇ ਦਿਖਿਆ? ਉਹ ਤੇ ਬੀਜਣ ਤੋਂ ਬਾਅਦ ਹੀ ਉੱਗਦਾ। ਅਕਸਰ ਅੰਬ ਤੋਂ ਅੰਬ ਆਇਆ, ਮੰਨਦੇ ਆ, ਮੈਨੂੰ ਪਤਾ, ਤੁਹਾਨੂੰ ਪਤਾ ਸਾਰਿਆਂ ਨੂੰ। ਆਂਡੇ 'ਚੋਂ ਮੁਰਗੀ ਨਿਕਲੀ, ਆਂਡਾ ਕਿੱਥੋਂ ਆਇਆ? ਕਬੂਤਰ ਦੇ ਆਂਡੇ 'ਚੋਂ ਕਬੂਤਰ ਦਾ ਬੱਚਾ ਨਿਕਲਿਆ। ਉਹ ਆਂਡਾ ਦੇਣ ਲਈ ਮੁਰਗੀ ਕਿੱਥੋਂ ਆਈ? ਕਿ ਜਿਸ ਤਰ੍ਹਾਂ ਆਪਨੇ ਸੋਚਿਆ ਨਹੀਂ, ਮਾਂ ਦੇ ਪੇਟ 'ਚੋਂ ਬੰਦਾ ਨਿਕਲਦਾ ਹੈ, ਛੋਟੇ ਮਤਲਬ ਆਕਾਰ ਦੀ ਕੁੜੀ ਦੇ ਰੂਪ 'ਚ ਇੱਕ ਔਰਤ ਨਿਕਲਦੀ ਹੈ, ਇਹ ਮੰਨਦੇ ਆ। ਪਰ ਬੱਚਾ ਪੈਦਾ ਕਰਨ ਲਈ ਔਰਤ ਚਾਹੀਦੀ ਹੈ, ਮਰਦ ਚਾਹੀਦਾ ਹੈ। ਫਿਰ ਇਹ ਕਿੱਥੋਂ ਆਈ ਨਹੀਂ? ਇਹ ਸਿਲਸਿਲਾ ਇਹ ਸ਼ੁਰੂ ਕਿੱਥੋਂ ਆਇਆ ਵਾ? ਆਪ ਜਸਟ ਥੋੜਾ ਜਿਹਾ ਸੋਚੋ, ਥੋੜਾ ਜਿਹਾ, ਜ਼ਿਆਦਾ ਨਹੀਂ। ਇਹਦਾ ਕੋਈ ਜਵਾਬ ਨਹੀਂ ਹੈ। ਕਿਉਂ ਨਹੀਂ ਹੈਗਾ? ਕਿਉਂਕਿ ਸਾਡੀ ਔਕਾਤ ਨਹੀਂ ਆ ਉਹਨਾਂ ਗਹਿਰਾ ਸੋਚਣ ਦੀ। ਸਾਡੀ ਇੱਕ ਲਿਮਿਟ ਹੈ, ਬਹੁਤ ਛੋਟਾ ਜਿਹਾ ਸੋਚ ਸਕਦੇ ਹਾਂ। ਆਪ ਜੀ ਜਸਟ ਦੇਖੋ ਨਾ, ਤੁਹਾਡੀ ਇੰਦਰੀਆਂ ਦੀ ਲਿਮਿਟ ਹੈ। ਤੁਸੀਂ 10-15 ਫੁੱਟ 20 ਫੁੱਟ ਤੋਂ ਵੱਧ ਨਹੀਂ ਸੁਣ ਸਕਦੇ। ਅਮਰੀਕਾ 'ਚ ਕੀ ਹੁੰਦਾ ਤੁਹਾਨੂੰ ਨਹੀਂ ਪਤਾ। ਤੁਹਾਨੂੰ ਉਹਨਾਂ ਹੀ ਪਤਾ ਹੈ ਕਿੰਨੀ ਤੁਹਾਡੀ ਇੰਦਰੀਆਂ ਦੀ ਲਿਮਿਟ ਹੈ। ਤੁਸੀਂ ਉਹਨਾਂ ਹੀ ਦੇਖ ਸਕਦੇ ਆਪ, ਜ਼ਿਆਦਾ ਨਹੀਂ ਦੇਖ ਸਕਦੇ। ਮੈਂ ਵੀ ਕਿੰਨਾ ਕੁ ਦੇਖ ਸਕੂੰਗਾ? ਹੋ ਸਕਦਾ ਕਿ ਆਮ ਬੰਦੇ ਦੀ ਨਜ਼ਰ ਥੋੜੀ ਤੇਜ਼ ਹੋਵੇ, ਮੈਂ ਉਸ ਤੋਂ ਘੱਟ ਦੇਖ ਸਕਦਾ। ਪਰ ਸਾਡੀ ਇੱਕ ਲਿਮਿਟ ਹੈ। ਆਪ ਜਸਟ ਇਹਨਾਂ ਚੀਜ਼ਾਂ ਨੂੰ ਸੋਚੋ। ਆਪ ਕੀ ਕਿਤੇ ਦੇਖੇ ਕਿ ਆਪਦੇ ਚਿਹਰੇ ਦੀ ਡਿਜ਼ਾਈਨਿੰਗ ਕਿੱਦਾਂ ਮੁੱਛਾਂ ਲੱਗੀਆਂ ਨੇ? ਔਰਤ ਨੂੰ ਕੋਈ ਮੁੱਛ ਨਹੀਂ ਆਉਂਦੀ। ਦੇਖੇ ਅੱਖਾਂ ਦੀ ਡਿਜ਼ਾਈਨਿੰਗ ਕਿੱਦਾਂ ਪਰਵੱਟੇ ਨੇ, ਕਿੰਨੀ ਕਿਸਮ ਦੀ ਮਸ਼ੀਨ ਅੰਦਰ ਫਿੱਟ ਕੀਤੀ। ਦਿਮਾਗ ਦੇ ਵਿੱਚ ਹੈ ਕੁਛ ਨਹੀਂ, ਪਰ ਵੇਖ ਲਓ ਉਹਦੇ ਅੰਦਰ ਉਹ ਕਿੰਨੇ ਫੰਕਸ਼ਨ। ਇੱਕ ਉਂਗਲ ਨੂੰ ਕਿੱਦਾਂ ਮੂਵ ਕਰਦਾ। ਮਾੜੀ ਜਿਹੀ ਕੀੜੀ ਜਿਹੜੀ ਆਪਣੇ ਅੰਦਰ ਜਿਹੜੀਆਂ ਸੈਂਸ ਲੱਗੀਆਂ ਨੇ, ਆਪਣੇ ਅੰਦਰ ਜਿਹੜੀਆਂ ਨੇ ਸਿਗਨਲ ਭੇਜਦੀਆਂ। ਹੁਣ ਵੇਖੋ ਕੱਪੜੇ ਦਾ ਕੋਈ ਸੈਂਸ ਨਹੀਂ ਹੋਣਾ ਆਪਾਂ ਨੂੰ, ਕੱਪੜੇ ਦੀ ਕੋਈ ਸੈਂਸ ਨਹੀਂ ਹੋਣੀ। ਪੈਂਟ ਪਾਈ ਤੁਹਾਨੂੰ ਨਹੀਂ ਪਤਾ ਲੱਗਾ, ਮਾੜੀ ਜਿਹੀ ਕੀੜੀ ਚੜ੍ਹਦੀ ਪੈਰ ਤੇ, ਉਸੇ ਟਾਈਮ ਦਿਮਾਗ ਨੂੰ ਸਿਗਨਲ ਪਹੁੰਚ ਜਾਂਦਾ ਕਿ ਪੈਰ ਤੇ ਕੋਈ ਚੜ ਗਈ ਆ। ਆਪ ਜਸਟ ਦੇਖੋ ਕਿੰਨਾ ਵੱਡਾ ਉਹਦੇ ਅੰਦਰ ਪ੍ਰੋਸੈਸਰ ਲੱਗਾ। ਉਸ ਤੋਂ ਬਾਅਦ ਕੀ ਕਰਨਾ ਹੈ ਕੀੜੀ ਦਾ, ਉਹ ਵੀ ਪਤਾ ਹੈ। ਇੱਕ ਚੀਜ਼ ਜਿਹੜੀ ਹੈ ਡਿਜ਼ਾਈਨਿੰਗ ਕੀਤੀ ਹੋਈ ਹੈ ਪ੍ਰਸਾਈਜ਼ ਦੇ ਲਈ,
ਔਰ ਇੰਨੀ ਗੁਪਤ ਤਰੀਕੇ ਨਾਲ ਕੀਤੀ ਗਈ ਹੈ। ਔਰ ਜਿਹੜੇ ਸਾਡੇ ਬਜ਼ੁਰਗ ਸੀ ਉਹਨਾਂ ਨੇ ਇਸ ਚੀਜ਼ ਦੀ ਖੋਜ ਕਰ ਲਈ। ਉਹ ਇੱਕ ਆਮ ਸਧਾਰਨ ਜੀਵਨ ਨਹੀਂ ਬਤੀ, ਉਹ ਉੱਥੇ ਕਰੋੜਾਂ ਆਉਂਦੇ ਕਿਹੜਾ ਚੱਲ ਜਾਂਦੇ ਸੰਸਾਰ ਤੋਂ, ਇੱਥੇ ਕੋਈ ਪੱਥਰ ਉਟੇਕ ਜਾਂਦਾ ਮੱਥਾ, ਕੋਈ ਰੁੱਖ ਨੂੰ ਮੱਥਾ, ਕੋਈ ਸੱਪ ਨੂੰ ਮੱਥਾ ਟੇਕ ਕੇ, ਤਾਂ ਕੋਈ ਦੇਵੀ ਦੇਵਤੇ ਨੂੰ ਇੱਧਰ ਤੋਂ ਘੁੰਮ ਘੰਮ ਕੇ ਲੋਕੀ ਜੀਵਨ ਬਤੀਤ ਕਰਦੇ ਨੇ। ਪਰ ਚੰਦ ਲੋਕ ਹੁੰਦੇ ਨੇ, ਚੰਦ ਲੋਕ, ਕੁਛ ਲੋਕ, ਜ਼ਿਆਦਾ ਨਹੀਂ, ਮੈਂ ਵੀ ਕਹਾਂ ਉਹਦੇ ਜ਼ਿਆਦਾ ਨਹੀਂ ਹੋ ਸਕਦੇ, ਤੁਸੀਂ ਉਂਗਲੀਆਂ ਤੇ ਗਿਣ ਸਕਦੇ ਜੋ, ਇੰਨਾ ਕਹਿ ਸਕਦਾ ਮੈਂ, ਜਿਹੜੇ ਬ੍ਰਹਮ ਕੋ ਪਹੁੰਚਦੇ ਨੇ ਉਹਦੀ ਭਗਤੀ ਕਰਦੇ। ਔਰ ਜਦ ਤੱਕ ਕੋਈ ਇਨਸਾਨ ਬ੍ਰਹਮ ਦੀ ਭਗਤੀ ਨਹੀਂ ਕਰਦਾ ਉਹਨਾਂ ਚਿਰ ਤੱਕ ਉਹਦੇ ਜੀਵਨ 'ਚ ਉਚਾਈ ਨਹੀਂ ਆਉਂਦੀ, ਉਹ ਕੋਈ ਅਨੁਭਵ ਨਹੀਂ ਕਰੂਗਾ। ਆਮ ਸਧਾਰਨ ਜੀਵਨ, ਹੁਣ ਇੰਦਰੀਆਂ ਦਾ ਸੁੱਖ ਕਿਤੇ ਕਿੰਨਾ ਕੁ ਹੈ, ਖਾ ਲਓ, ਕਿੰਨਾ ਕੁ ਖਾਓਗੇ? ਰੋਟੀਆਂ ਦਾ ਸੁੱਖ ਹੀ ਖਾ ਲਾਂਗੇ ਆਪਾਂ, ਕੀ ਪੀ ਲਾਂਗੇ? ਸ਼ਰਬਤ ਪੀ ਲਾਂਗੇ, ਫਰੂਟ ਖਾ ਲਾਂਗੇ ਨਜਿਸਾ, ਹੋਰ ਕੀ ਸੁਣ ਲਾਂਗੇ ਆਪਾਂ ਨਜਿਸਾ ਖਾ ਲਾਂਗੇ, ਕੀ ਵੱਧ ਖਾ ਲਾਂਗੇ? ਕੰਨਾਂ ਦਾ ਕੀ ਨੀਤੀ ਹੈ? ਕਿੰਨਾ ਚਿਰ ਸੁਣੋਗੇ? 5-6 ਘੰਟੇ ਸੁਣੋਗੇ, ਤੁਸੀਂ ਕਹਿਣਾ ਦਫਾ ਕਰੋ। ਅੱਖਾਂ ਦੇ ਨਾਲ ਮੈਨੂੰ ਰੂਪ ਦੀ ਪਿਆਸ ਹੈ, ਬੜੀ ਪਿਆਸ ਹੈ, ਚਾਹੇ ਮੈਂ ਕਿਸੇ ਦਾ ਕੁਛ ਵੀ ਵੇਖਣਾ ਚਾਹੁੰਦਾ, ਕਿੰਨਾ ਕੁ ਵੇਖੂੰਗਾ? ਤੁਸੀਂ 5-6 ਘੰਟੇ ਵੇਖਿਆ ਕਿ ਨਾਲ ਦਫਾ ਕਰੋ। ਇੰਦਰੀਆਂ ਦੀ ਲਿਮਟ ਹੈ, ਤੁਸੀਂ ਕਿੰਨਾ ਕੁ ਪਦਾਰਥ ਖਾ ਕੇ ਵੇਖੋਗੇ? 2-4 ਦਿਨ ਚ ਕਹਿਣਾ ਇਹ ਕੁਛ ਵੀ ਨਹੀਂ, ਇੱਕ ਸਮਾਂ ਆਊਗਾ ਤੁਸੀਂ ਜਵਾਬ ਦੇ ਦੋ। ਪਰ ਬ੍ਰਹਮ ਦਾ ਇੱਕ ਨਸ਼ਾ ਏਦਾਂ ਦਾ ਹੈ, ਜਦੋਂ ਤੁਹਾਨੂੰ ਚੜ ਗਿਆ ਨਾ, ਉਹਦੀ ਸੀਮਾ ਕੋਈ ਨਹੀਂ ਹੈ। ਹੋਰ 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 ਹੋਰ, ਕਿਉਂਕਿ ਪਰਮਾਤਮਾ ਇੰਨਾ ਜ਼ਿਆਦਾ ਸ਼ੁੱਧ, ਇੰਨਾ ਜ਼ਿਆਦਾ ਪਿਓਰ, ਉਹਦੇ ਲਈ ਲਫ਼ਜ਼ ਨਹੀਂ ਹੈਗੇ। ਉਸ ਲਈ ਉਹਨਾਂ ਨੇ ਇੱਕ ਕਹਿਤਾ, ਸਾਚੀ ਚਿੱਤ ਆਨੰਦ ਹੈਗਾ, ਉਹਨੂੰ ਅੱਖਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ, ਉਹਨੂੰ ਅਨੁਭਵ ਕਰ ਸਕਦੇ ਹਾਂ ਆਪਾਂ, ਉਹਦੀ ਗੋਦੀ 'ਚ ਰਹਿ ਕੇ ਉਹਦਾ ਨਿੱਘ ਮਾਣ ਸਕਦੇ ਹਾਂ ਔਰ ਆਪਣੇ ਜੀਵਨ ਨੂੰ ਚੁੱਕ ਸਕਦੇ ਹਾਂ। ਪਰ ਇੱਕ ਗੱਲ ਹੈਗੀ ਆ, ਜਿਵੇਂ ਜਿਵੇਂ ਤੁਹਾਡੀ ਆਨੰਦ ਦੇ ਨਾਲ ਦੋਸਤੀ ਪੈਂਦੀ ਗਈ, ਤੁਹਾਨੂੰ ਇੱਕ ਚੀਜ਼ ਦਾ ਪਤਾ ਲੱਗ ਜਾਏਗਾ ਕਿ ਮੈਨੂੰ ਨਹੀਂ ਪਤਾ ਕੀ ਮਿਲਿਆ, ਪਰ ਮੇਰੇ ਅੰਦਰ ਕੋਈ ਏਦਾਂ ਦੀ ਚੀਜ਼ ਪ੍ਰਵੇਸ਼ ਕਰ ਗਈ ਆ, ਹੁਣ ਕੁਛ ਲੱਭਣ ਦੀ ਇੱਛਾ ਨਹੀਂ ਹੈਗੀ, ਹੁਣ ਕੁਛ ਜਾਣਨ ਦੀ ਇੱਛਾ ਨਹੀਂ ਹੈਗੀ, ਸਾਰੀਆਂ ਇੱਛਾ ਸ਼ਾਂਤ ਹੋ ਗਈਆਂ। ਹੁਣ ਤੇ ਕੇਵਲ ਪ੍ਰਮਾਤਮਾ ਦਾ ਹੀ ਭੂਤ ਚੜਿਆ ਰਹਿੰਦਾ, ਸੁੱਤੇ ਆ ਜਾਗਦੇ ਆ, ਕੇਵਲ ਪ੍ਰਮਾਤਮਾ। ਇੱਥੋਂ ਤੱਕ ਕਿ ਤੁਹਾਡੇ ਸੁਪਨਿਆਂ ਦੇ ਅੰਦਰ ਵੀ ਜਿਹੜੀ ਹੈ ਨਾ ਚੇਂਜਿੰਗ ਹੋ ਜਾਂਦੀ। ਸ਼ੁਰੂ ਚ ਹਾਂ ਹੋ ਸਕਦਾ ਕਿ ਸੁਪਨੇ ਇੱਧਰ ਉੱਧਰ ਆਉਣ, ਕੋਈ ਅਲੱਗ ਚੀਜ਼ ਆ, ਪਰ ਸੁਪਨੇ ਦੇ ਅੰਦਰ ਵੀ ਤੁਸੀਂ ਕੋਈ ਮਾੜਾ ਕੰਮ ਨਹੀਂ ਕਰੋ, ਇੰਨੀ ਪਿਓਰਿਟੀ ਆ ਜਾਣੀ ਹੈ ਤੁਹਾਡੇ, ਇੰਨੀ ਉਚਾਈ। ਦੇਖੋ ਸੁਪਨੇ ਦੇ ਉੱਤੇ ਸਾਡਾ ਥੋੜੀ ਕੰਟਰੋਲ ਹੈਗਾ, ਪਰ ਸਾਧਕ ਦਾ ਸੁਪਨਿਆਂ ਦੇ ਉੱਤੇ ਵੀ ਕੰਟਰੋਲ ਹੋ ਜਾਂਦਾ, ਇੰਨਾ ਹੀ ਉਹਦੇ ਚ ਪਿਓਰੀਫਿਕੇਸ਼ਨ ਹੋ ਜਾਂਦਾ, ਕਿਉਂਕਿ ਚਿੱਤ ਦੇ ਅੰਦਰ ਕੋਈ ਹੁਣ ਗੰਦਮੰਦ ਨਹੀਂ ਹੈਗਾ, ਬਹੁਤ ਪਿਓਰ ਹੋ ਜਾਂਦਾ, ਬਹੁਤ ਨਿਰਮਲ ਹੋ ਜਾਂਦਾ। ਇਹਦੇ ਲਈ ਸਾਰੀ ਜਿਹੜੀ ਕਿਰਿਆ ਹੈ ਉਹ ਹੈ ਭਗਤੀ। ਜਪ ਤੇ ਤਪ ਦੋ ਕੰਮ ਹੈਗੇ ਨੇ, ਔਰ ਉਸ ਤੋਂ ਬਾਅਦ ਸੰਜਮ। ਇਹ ਤਿੰਨਾਂ ਦੇ ਵਿੱਚ ਗੇਮ ਹੈਗੀ ਸਾਰੀ। ਆਪਾਂ ਜਪ ਕਰਨਾ ਹੈ, ਤਪ ਕਰਨਾ ਹੈ। ਤਪ ਦਾ ਮਤਲਬ ਪਤਾ ਕੀ ਹੈ? ਕੰਟਰੋਲ ਆਫ ਸੈਂਸਸ। ਹਾਂ, ਕੰਟਰੋਲ ਕਰਨਾ ਵਾ, ਜਿੱਦਾਂ ਜਿੱਦਾਂ ਨਦੀ ਦੇ ਕਿਨਾਰੇ ਹੁੰਦੇ ਆ। ਕਿਉਂਕਿ ਆਪਾਂ ਕੋਈ ਵੱਡਾ ਕੰਮ ਕਰਨਾ ਹੈ, ਇੱਥੇ ਮੈਂ ਤੁੱਛ ਕੰਮ ਕਰਾਂਗਾ ਤੇ ਮੈਂ ਵੱਡਾ ਕੰਮ ਕਿੱਥੋਂ ਕਰੂੰਗਾ? ਦੱਸੋ, ਠੀਕ ਹੈ ਨਾ ਜੱਟਾ? ਬਿਲਕੁਲ। ਸੰਜਮ ਦਾ ਮਤਲਬ ਇਹ ਨਹੀਂ ਆ ਕਿ ਆਪਾਂ ਕੰਟਰੋਲ ਕਰਨਾ, ਮੈਂ ਮਤਲਬ ਕੀ ਕਹਿਣਾ, ਜਿਹੜੀ ਮੇਰੀ એનર્ਜੀ ਆ ਮੈਂ ਉਸਨੂੰ ਵੇਸਟ ਨਹੀਂ ਕਰਨਾ। ਉਹ ਮੇਰੀ ਜਿਹੜੀ ਪੈਲੀ ਹੈਗੀ ਹੈ, ਜ਼ਮੀਨ ਹੈ ਜਿਹੜੀ 10-12 ਕਿੱਲੇ ਦੂਰ ਆ, ਉੱਥੇ ਪਾਣੀ ਪਹੁੰਚਾਉਣਾ ਹੈ ਤੇ ਖਾਲ ਦੇ ਵਿੱਚ ਕੋਈ ਪਾਣੀ ਲੀਕ ਨਾ ਹੋਵੇ। ਕਿੰਨਾ ਕੰਮ ਹੈ ਉਹ? ਸਸਤੀ ਕੰਮ ਹੈ ਨਿਜਰ ਦਾ। ਬਿਲਕੁਲ। ਤੇ ਜਦੋਂ ਪਾਣੀ ਮੇਰਾ ਪਹੁੰਚ ਗਿਆ, ਹੁਣ ਫਸਲ ਦਾ ਕੰਮ ਮੇਰਾ ਪਾਣੀ ਲਾਉਣਾ, ਉਸ ਤੋਂ ਬਾਅਦ ਮਾਲਕ ਨੇ ਫਲ ਲਾਉਣਾ ਜਾਂ ਨਹੀਂ ਲਾਉਣਾ, ਇਹ ਉਹਦਾ ਹੀ ਜ਼ਿੰਮੇਵਾਰੀ ਹੈ, ਆਪਣੀ ਇਸ ਤੋਂ ਵੱਧ ਕੋਈ ਜ਼ਿੰਮੇਵਾਰੀ ਨਹੀਂ ਹੈ, ਕਿਉਂਕਿ ਸ਼ੁਰੂ ਤੋਂ ਉਹੀ ਲਾਉਂਦਾ ਵਾ, ਉਹੀ ਕੰਟਰੋਲਰ ਹੈ। ਹਾਂਜੀ ਨਿਜਰ ਸਾਹਿਬ, ਕਥਾ ਦਿਆ ਜੀ। ਹਾਂਜੀ ਬਿਲਕੁਲ, ਕਿਉਂਕਿ ਨਾ ਜਿਹੜੀ ਔਰ ਬ੍ਰਹਮ ਗਿਆਨ ਜਿਹੜਾ ਹੈਗਾ, ਸ਼ਬਦ ਬ੍ਰਹਮ ਜਿਹੜਾ ਹੈਗਾ, ਇਹ ਆਪਾਂ ਨੂੰ ਦੱਸਦਾ ਹੈ ਭਾਈ ਤੇਰੇ ਖਾਲ ਦੇ ਵਿੱਚ, ਘਾਹ ਦੇ ਵਿੱਚ ਥੱਲੇ ਜਿਹੜੀਆਂ ਡੁੱਡਾਂ ਹੈਗੀਆਂ, ਖੁੱਡਾਂ ਹੈਗੀਆਂ, ਉੱਥੋਂ ਪਾਣੀ ਜਾ ਰਿਹਾ, ਉਹਨਾਂ ਨੂੰ ਬੰਦ ਕਰ ਬਸ। ਇਹ ਆਪਾਂ ਨੂੰ ਨਹੀਂ ਪਤਾ ਲੱਗਦਾ। ਆਪਾਂ ਨੂੰ ਗਿਆਨ ਕਰਾਉਂਦੇ ਹੋ ਕਿ ਇਹ ਚਰਨਜੀਤ, ਇਹ ਤੇਰੇ ਇਤਕਾਮੀ, ਕਰੋਧੀ, ਲੋਭੀ, ਮੋਹੀ, ਹੰਕਾਰੀ, ਪਰ ਤੈਨੂੰ ਦੱਸਦੇ ਆ ਕਿ ਚਰਨਜੀਤ ਇਹ ਕਿੱਥੇ ਹੈ। ਉਹਨਾਂ ਕੋਲ ਜਾਲੀਆਂ ਹੈਗੀਆਂ ਨਾ, ਉਹਨਾਂ ਕੋਲ ਫਿਲਟਰ ਹੈਗੇ। ਬਿਲਕੁਲ। ਤੁਸੀਂ ਵੇਖੋ, ਹਾਂ ਕੋਈ ਛਾਨਣੀ ਹੈ, ਹੁਣ ਚੌਲਾਂ ਚੋਂ ਆਪਾਂ ਛੋਟੀ ਰੇਤਾ ਕੱਢਣੀ ਆ, ਤੇ ਚੌਲਾਂ ਦਾ ਸਾਈਜ਼ ਦੀ ਇੱਕ ਲਿਮਿਟ, ਥੋੜੀ ਛਾਨਣੀ ਮਾਰੀਏ ਤੇ ਉਹ ਨਿੱਕੀ ਰੇਤਾ ਬਾਹਰ ਆ ਜਾਂਦੀ ਹੈ, ਜਾਂ ਵੱਡੇ ਪੱਥਰ ਵੀ ਬਾਹਰ ਕੱਢ ਸਕਦੇ ਆ। ਇਸੇ ਹੀ ਤਰ੍ਹਾਂ ਗੁਰਬਾਣੀ ਇੱਕ ਫਿਲਟਰ ਦਾ ਕੰਮ ਕਰਦੀ ਆ, ਉਹ ਸਾਡੇ ਅੰਦਰ ਜਿਹੜੇ ਔਗਣ ਨੇ ਉਹਨਾਂ ਨੂੰ ਫਿਲਟਰ ਕਰਦੀ ਔਰ ਸਾਨੂੰ ਦਿਖਾਉਂਦੀ ਹੈ। ਜਦੋਂ ਸਾਨੂੰ ਪਤਾ ਲੱਗ ਜਾਂਦਾ, ਔਰ ਜਦੋਂ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਇਹ ਜਿਹੜਾ ਪਾਣੀ ਹੈ, ਇਹ ਮੈਂ ਤੇ ਫਲਾਨੀ ਪੈਰੀ 'ਚ ਲੈ ਕੇ ਜਾਣਾ ਸੀ, ਪਰ ਉੱਥੇ ਨਹੀਂ ਪਾਣੀ ਜਾ ਰਿਹਾ, ਇਹ ਪਾਣੀ ਰਾਹ 'ਚ ਰੋਕ ਰਿਹਾ, ਉਦੋਂ ਕੀ ਕਰਨਾ? ਮੈਂ ਸੰਜਮ ਦੇ ਨਾਲ
ਤੇ ਤਪ ਦੇ ਨਾਲ, ਤਪ ਦਾ ਮਤਲਬ ਹੈਗਾ ਇੰਦਰੀਆਂ ਦੇ ਉੱਤੇ ਸੰਜਮ ਪ੍ਰਾਪਤ ਕਰਨਾ, ਆਪਣੀ ਸ਼ਕਤੀ ਨੂੰ ਫਾਲਤੂ ਜਗ੍ਹਾ ਤੇ ਲੀਕ ਨਹੀਂ ਹੋਣ ਦੇਣਾ। ਜਦੋਂ ਆਪਾਂ ਲੀਕ ਤੋਂ ਬਚਾ ਦਿੰਦੇ ਆ, ਫਿਰ ਜਿਹੜੀ ਸ਼ਕਤੀ ਆ ਆਟੋਮੈਟਿਕਲੀ ਹੀ ਅੱਗੇ ਚੱਲ ਜਾਂਦੀ ਹੈ। ਔਰ ਇੱਕ ਵਾਰੀ ਜਦੋਂ ਸੁਰਤੀ ਤੁਹਾਡੀ ਬ੍ਰਹਮਲੀਨ ਹੋ ਗਈ ਨਾ, ਫਿਰ ਕੋਈ ਇੰਦਰੀ ਤੁਹਾਨੂੰ ਖਿੱਚ ਨਹੀਂ ਸਕਦੀ। ਹਾਂ, ਬਹੁਤਾ ਜ਼ਿਆਦਾ ਤੁਸੀਂ ਕੋਸ਼ਿਸ਼ ਕਰੋ, ਬਹੁਤਾ ਜ਼ਿਆਦਾ ਤੁਸੀਂ ਕਾਮ ਦੇ ਵਿੱਚ ਹੋਵੋਗੇ ਜਾਂ ਕ੍ਰੋਧ ਦੇ ਵਿੱਚ ਜਾਂ ਲੋਭ ਜਾਂ ਮੋਹ ਚ ਹੋਵੋਗੇ, ਉਹ ਤੁਹਾਡੀ ਮਰਜ਼ੀ ਆ। ਬ੍ਰਹਮ ਤੁਹਾਨੂੰ ਰੋਕ ਨਹੀਂ ਸਕਦਾ। ਮੈਂ ਵੀ ਕਹਾਂ ਕਿ ਬ੍ਰਹਮ ਤੁਹਾਨੂੰ ਰੋਕ ਦੂਗਾ, ਬ੍ਰਹਮ ਇੱਛਾ ਰਹਿਤ ਆ। ਉਹ ਸਾਨੂੰ ਨਾ ਤੇ ਭਗਤੀ ਕਰਨ ਵਾਸਤੇ ਕਹਿੰਦਾ ਨਾ ਕਰਨ ਵਾਸਤੇ ਕਹਿੰਦਾ। ਉਹ ਕਹਿੰਦਾ ਕਿ ਤੂੰ ਜਿਹੜੀ ਵੀ ਇੱਛਾ ਕੀਤੀ ਨਾ ਚਰਨਜੀਤ, ਤੂੰ ਚੋਰ ਬਣਨਾ ਤੇ ਮੈਂ ਤੈਨੂੰ ਚੋਰ ਬਣਾ ਦੂੰ, ਤੂੰ ਸੰਤ ਬਣਨਾ ਤੇ ਸੰਤ ਬਣਾ ਦੂੰਗਾ। ਇਹਨਾਂ ਕੰਮ ਕਹਿੰਦਾ ਤੂੰ ਕਰ ਦੇ, ਤੂੰ ਹੱਥ ਖੜਾ ਕਰ ਦੇ, ਸੱਜਾ ਵੀ ਕਰ ਲਾ ਤੇ ਖੱਬਾ ਵੀ ਕਰ ਲਾ, ਇਹਨਾਂ ਕੰਮ ਤੇਰਾ ਹੀ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ। ਆਪਾਂ ਬਾਕੀ ਇਹ ਗੱਲ ਨਹੀਂ, ਹੱਥ ਖੜਾ ਕਰਦਾ ਤੇ ਕੰਮ ਸ਼ੁਰੂ ਹੋ ਜਾਣੇ। ਤੂੰ ਡਿਮਾਂਡ ਕਰ ਲਈ ਆ ਪਰਮਾਤਮਾ ਦੇ ਘਰ ਚ, ਜਿਹਨੇ ਜੋ ਡਿਮਾਂਡ ਕੀਤੀ ਆ ਉਹਨੂੰ ਉਹੀ ਮਿਲਿਆ। ਤੁਸੀਂ ਕਾਮ ਦੀ ਡਿਮਾਂਡ ਕਰੋਗੇ, ਤੁਹਾਨੂੰ ਕਾਮ ਮਿਲੂਗਾ। ਜੇ ਤੁਸੀਂ ਕ੍ਰੋਧ ਦੀ ਡਿਮਾਂਡ ਕਰਕੇ ਵੇਖ ਲਿਓ, ਤੁਹਾਨੂੰ ਕ੍ਰੋਧ ਮਿਲੂਗਾ। ਤੁਸੀਂ ਲੋਭ ਦੀ ਡਿਮਾਂਡ ਕਰਕੇ ਵੇਖ ਲਿਓ, ਲੋਭ ਮਿਲੂਗੀ। ਤੁਸੀਂ ਮੋਹ ਦੀ ਡਿਮਾਂਡ ਕਰਕੇ ਵੇਖ ਲਓ, ਤੁਹਾਨੂੰ ਮੋਹ ਮਿਲੂਗਾ। ਤੁਸੀਂ ਹੰਕਾਰ ਦੀ ਡਿਮਾਂਡ ਕਰਕੇ ਵੇਖ ਲਓ, ਤੁਹਾਨੂੰ ਹੰਕਾਰ ਮਿਲੂਗਾ। ਤੁਸੀਂ ਸਾਰਿਆਂ ਤੋਂ ਮੁਕਤ ਅਵਸਥਾ ਦੀ ਡਿਮਾਂਡ ਕਰਕੇ ਵੇਖ ਲਿਓ, ਤੁਹਾਨੂੰ ਇਹਨਾਂ ਤੋਂ ਮੁਕਤ ਅਵਸਥਾ ਮਿਲ ਜੇਗੀ। ਜਿਹੜੇ ਸਾਹਿਬ ਸਹੀ ਹੈ ਗੱਲ? ਬਿਲਕੁਲ ਸਹੀ ਹੈ ਗੱਲ, ਬਿਲਕੁਲ। ਪਰ ਇਹ ਗੱਲ ਹੈਗੀ, ਜੋ ਇਹ ਡਿਮਾਂਡ ਤੁਹਾਨੂੰ ਖੁਦ ਕਰਨੀ ਪੈਣੀ। ਜੋ ਜੀਵ ਨੂੰ ਇਸੇ ਕਰਕੇ ਹੀ ਪ੍ਰਮਾਤਮਾ ਨੇ ਮੁਕਤੀ ਬਣਾਇਆ। ਇਹ ਨਹੀਂ ਹੈਗਾ ਕਿ ਜੀਵ ਬੰਧਨ ਚ ਨਹੀਂ ਹੈਗਾ, ਜੀਵ ਆਪਣੇ ਇੱਛਾ ਦਾ ਖੁਦ ਮੁਖਤਿਆਰ ਆ। ਤੁਸੀਂ ਕੋਈ ਵੀ ਡਿਮਾਂਡ ਕਰਦੇ, ਤੁਸੀਂ ਬ੍ਰਹਮ ਨੂੰ ਮਿਲਣਾ ਤੇ ਬ੍ਰਹਮ ਦੀ ਡਿਮਾਂਡ ਕਰ ਲਓ। ਪਰ ਇੱਕ ਗੱਲ ਹੈਗੀ, ਜੇ ਜਦੋਂ ਵੀ ਤੁਸੀਂ ਬ੍ਰਹਮ ਦੀ ਡਿਮਾਂਡ ਕਰ ਲਈ ਨਾ, ਤੇ ਦੂਜੀਆਂ ਇੱਛਾ ਸਾਰੀਆਂ ਖਤਮ ਹੋ ਜਾਣੀਆਂ। ਉਹ ਮੁਕਤ ਅਵਸਥਾ ਹੈ, ਉਹ ਬੜੀ ਪਵਿੱਤਰ, ਕਿਉਂਕਿ ਬ੍ਰਹਮ ਦੀ ਡਿਮਾਂਡ ਕੋਈ ਕਰਦਾ ਹੀ ਨਹੀਂ ਹੈ। ਬਹੁਤ ਔਖਾ, ਮੈਂ ਇੰਨਾ ਕਹਿ ਸਕਦਾ, ਇੰਨਾ ਜ਼ਿਆਦਾ ਔਖਾ ਕੰਮ ਆ, ਇੰਨਾ ਜ਼ਿਆਦਾ ਔਖਾ ਕੰਮ ਆ। ਇਹਦੇ ਵਰਗਾ ਦੁਨੀਆ ਤੇ ਔਖਾ ਕੋਈ ਕੰਮ ਨਹੀਂ ਆ। ਕੋਈ ਡਿਮਾਂਡ ਕਰ ਲੈ, ਕੋਈ ਕਰਦਾ ਨਹੀਂ ਆ। ਜ਼ਿਆਦਾਤਰ ਤੇ ਲੋਕੀ ਇੱਧਰ ਉੱਧਰ ਹੀ ਘੁੰਮੀ ਫਿਰਦੇ ਆ। ਵੱਧ ਤੋਂ ਵੱਧ ਕੋਈ ਧਾਰਮਿਕ ਸਥਾਨ ਤੱਕ ਚੱਲ ਗਿਆ, ਵੱਧ ਤੋਂ ਵੱਧ ਤੱਕ ਕੋਈ ਬੰਦਾ ਕਿਸੇ ਬੰਦੇ ਕੋਲ ਚੱਲ ਗਿਆ, ਉਹਨੂੰ ਮੱਥਾ ਟੇਕ ਕੇ ਘਰ ਆ। ਬ੍ਰਹਮ ਵੱਲ ਬਹੁਤ ਘੱਟ ਜਾਂਦੇ ਆ। ਇਸੇ ਕਰਕੇ ਬਾਣੀ ਤੇ ਸੰਤਾਂ ਨੂੰ ਉਚਾਰਨ ਕਰਨਾ ਪਿਆ। ਕੋਟਣ ਨੇ ਬਹੁਤ ਔਖਾ ਹੈ, ਉੱਧਰ ਕੋਈ ਜਾਂਦਾ ਹੀ ਨਹੀਂ। ਨਿਰਗੁਣ ਬ੍ਰਹਮ ਵੱਲ ਜਾਣਾ ਕਾਫੀ ਹਿੰਮਤ ਚਾਹੀਦੀ ਆ। ਔਰ ਹਰ ਕਦੇ ਵਾਦੀ ਗੱਲ ਨਹੀਂ, ਇੰਨੀ ਹਿੰਮਤ ਪੈਦਾ ਨਹੀਂ ਕਰ ਸਕਦਾ ਬੰਦਾ। ਹਾਂ, ਕਿਉਂਕਿ ਬੜਾ ਮਾਜ ਦਾ ਲਾਲ ਆ, ਕੋਈ ਫਿਫੜਾ ਚਾਹੀਦਾ ਤੁਹਾਡੇ ਅੰਦਰ, ਉਹ ਬ੍ਰਹਮ ਦੇ ਅੰਦਰ। ਕਿਉਂਕਿ ਬ੍ਰਹਮ ਨੇ ਤੁਹਾਨੂੰ ਪਰਖਣਾ, ਫਿਰ ਰਗੜਨਾ ਉਹਨੇ ਤੁਹਾਡੇ ਅੰਦਰੋਂ। ਤੁਹਾਨੂੰ ਨੇ ਐਸਾ ਬੰਦਾ ਜਦੋਂ ਹੱਥ ਖੜਾ ਕਰਦਾ, ਫਿਰ ਸਾਰੇ ਬ੍ਰਹਮ ਦੀ ਸ਼ਕਤੀ ਉਹਦੇ ਪਿੱਛੇ ਲੱਗ ਜਾਂਦੀ ਆ, ਉਹਦੇ ਘਰ ਚ ਆ ਜਾਂਦੀ ਆ। ਤਾਂਹੀਓ ਤੇ ਉਹ ਕਹਿੰਦੇ ਨੇ ਕਿ ਪਾਸੇ ਲਾਗੇ ਹਾਰ ਫਿਰੇ ਕਹਿਤ ਕਬੀਰ ਕਬੀਰ। ਬਿਲਕੁਲ, ਉਹ ਆ ਜਾਂਦਾ, ਉੱਥੇ ਡੇਰਾ ਲਾ ਲੈਣਾ ਉਹਨੇ। ਤੁਸੀਂ ਹੱਥ ਖੜਾ ਕਰਤਾ ਨਾ, ਬ੍ਰਹਮ ਤੁਹਾਡੇ ਘਰ ਆ ਕੇ ਖਲੋ ਕੇ ਬਹਿ ਜਾਣਾ ਉਹਨੇ। ਹੈ ਤੇ ਸਾਰੀ ਸਰਬ ਵਿਆਪੀ ਬ੍ਰਹਮ ਆ। ਫਿਰ ਤੁਹਾਡੀਆਂ ਇੰਦਰੀਆਂ ਜੇਕਰ ਮਾੜਾ ਕੰਮ ਵੀ ਕਰਨਗੀਆਂ, ਤੁਹਾਨੂੰ ਰੋਕੂਗਾ ਉਹ। ਜਾ ਕੇ ਵੀ ਉਹ ਤਾਂ ਮਾੜਾ ਕੰਮ ਨਹੀਂ ਕਰ ਸਕਦੇ ਨੇ ਸਾਹਿਬ, ਇਹ ਸੱਚ ਜੀ। ਬਿਲਕੁਲ। ਔਰ ਇੱਕ ਕਹਾਵਤ ਆ, ਆਪਣੀ ਪਤਨੀ ਕਿਹੜਾ ਹੀ ਇੱਥੇ ਸਿੰਘ ਹੈਗਾ ਸੀ, ਤੇ ਉਹ ਕਹਿੰਦੇ ਕਿ ਪਤਨੀ ਕਿੱਥੇ ਜਾ ਰਹੀ ਤੇ ਰਾਤ ਉਹ ਕਿਤੇ ਮੁਜਰੀ ਵਾਲੀ ਜਗ੍ਹਾ 'ਚ ਰੁਕਣ ਲੱਗਿਆ, ਚੜ੍ਹਨ ਦੀ ਕੋਸ਼ਿਸ਼ ਕਰੇ, ਗੁਰੂ ਗੋਬਿੰਦ ਲੈ ਕੇ ਹਾਂਜੀ ਜੋਗਾ ਸਿੰਘ ਹਾਂ ਜੋਗਾ ਸਿੰਘ ਸੀ। ਆ ਜੋਗਾ ਸਿੰਘ ਕਹਿੰਦੇ ਉੱਤੇ ਚੜ੍ਹਨ ਫਿਰਦਾ ਸੀ, ਉਹ ਚੜ੍ਹਨਾ ਦਵੇ। ਅਬ ਜਸਟ ਸੋਚ ਲਓ ਉਹ ਕਿਹੋ ਜਿਹੀ ਸ਼ਕਤੀ ਆ। ਔਰ ਕਿਉਂਕਿ ਉਹ ਵੀ ਨਹੀਂ ਚਾਹੁੰਦਾ ਕਿ ਜੇ ਕਿਨੇ ਹੱਥ ਖੜਾ ਕੀਤਾ, ਉਹਨੂੰ ਪਤਾ ਇੰਦਰੀਆਂ ਦੇ ਵਿੱਚ, ਪਰ ਉਹ ਡਾਇਰੈਕਟ ਮਦਦ ਨਹੀਂ ਕਰੂਗਾ, ਇਨਡਾਇਰੈਕਟ ਕਰੂਗਾ। ਇੱਧਰ ਤੋਂ ਘੁਮਾ ਘੁਮੂ ਕੇ ਕਿਸੇ ਤਰੀਕੇ ਨਾਲ। ਬਸ ਸਾਨੂੰ ਸਮਝ ਦੀ ਲੋੜ। ਹਾਂਜੀ ਨਿੱਤ ਸਾਹਿਬ ਕਥਾ ਤੇ ਅੱਜ ਕਾਫੀ ਵਿਚਾਰ ਕਿਆ ਕੀਤੀ। ਦੇਖੋ ਪਤਾ ਕਿਉਂ ਕਿ ਇਹ ਵਿਚਾਰ ਤਾਂ ਕਰਨੀ ਜ਼ਰੂਰੀ ਹੈ। ਜਦ ਤੱਕ ਤੁਹਾਡੇ ਅੰਦਰ ਇੱਛਾ ਹੀ ਨਹੀਂ ਪੈਦਾ ਹੋਈ ਨਾ, ਤੇ ਪਹੁੰਚਣਾ ਬੜਾ ਔਖਾ। ਮੇਨ ਜਿਹੜੀ ਬਾਣੀ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ, ਤਾਂ ਹੀ ਉਹ ਬਾਣੀ ਵਿੱਚ ਹੈ ਕਿ ਕੱਲ ਦੀ ਜੋ ਬਾਣੀ ਚ ਵੀ ਹੋਇਆ ਵਾ ਕਿ ਕੋਈ ਬੰਦਾ ਇੱਛਾ ਨਹੀਂ ਕਰਦਾ। ਹਾਂ ਕੁਲਵੰਤ ਜੀ, ਤੁਹਾਡਾ ਕੈਮਰਾ ਆਨ ਹੋ ਗਿਆ ਸੀ। ਕੈਮਰਾਮੈਨ ਥੈਂਕ ਯੂ। ਹਾਂਜੀ ਨਿਜਰ ਸਾਹਿਬ, ਹਾਂਜੀ ਬੋਲੋ ਜੀ। ਅੱਜ ਦੀ ਕਥਾ ਆਪਾਂ ਸ਼ੁਰੂ ਕਰ ਰੇਨਰ। ਹਾਂਜੀ। ਜੋਗਾ ਸਿੰਘ ਲਾਵਾਂ ਛੱਡ ਕੇ ਆ ਗਿਆ ਸੀਗਾ ਆਪਦੇ ਵਿਆਹ ਦੀਆਂ, ਫਿਰ ਉਹ ਹਉਮੈ ਚ ਆ ਗਿਆ ਸੀਗਾ, ਇਸ ਕਰਕੇ ਉਹਦੇ ਨਾਲ ਇਹ ਸਾਰਾ ਕੁਝ ਹੋਇਆ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਹਾਂਜੀ ਸਹੀ ਹੈ, ਥੈਂਕ ਯੂ ਰਾਜ ਸਿੰਘ। ਹਾਂ ਇਹ ਤਾਂ ਸੁਣਿਆ ਸੀ ਕਿ ਉਹਦੇ ਮਨ ਚ ਆ ਗਿਆ ਹੈ ਕਿ ਮੈਂ ਮੇਰੇ ਵਰਗਾ ਬਲੀਦਾਨ ਨਹੀਂ ਕਿਹੜੇ ਦਿੱਤਾ ਹੋਣਾ, ਹਨਾ। ਬਿਲਕੁਲ।
ਹੁਸ਼ਿਆਰਪੁਰ ਗੁਰਦੁਆਰਾ ਸਾਹਿਬ ਵੀ ਬਣਿਆ ਜੀ, ਬਿਲਕੁਲ ਬਣਿਆ, ਜਿੱਥੇ ਘਟਨਾ ਹੋਈ ਸੀ। ਔਰ ਇਹਦਾ ਕਾਰਨ ਪਤਾ ਕਿ ਜੋਗਾ ਸਿੰਘ ਜੀ ਦੀ ਕਹਾਣੀ ਕਿਉਂ ਜੋੜੀ ਆਪਾਂ ਨਾਲ ਕਥਾ ਦੇ ਨਾਲ, ਕਿਉਂਕਿ ਗੱਲਾਂ ਗਹਿਰੀਆਂ ਚੱਲ ਜਾਂਦੀਆਂ। ਸਾਡੇ ਮਨ ਜਿਹੜੇ ਨਾ, ਮਨ ਦੇ ਅੰਦਰ ਜਿਹੜੀਆਂ ਮੂਰਤਾਂ ਬਣਦੀਆਂ, ਤਸਵੀਰਾਂ ਬਣਦੀਆਂ, ਇਤਿਹਾਸ ਦੇ ਨਾਲ ਜਦੋਂ ਆਪਾਂ ਵੇਖਦੇ ਹਾਂ ਨਾ, ਤੇ ਉਹ ਵੀ ਕੋਈ ਵੱਖਰੇ ਇਨਸਾਨ ਨਹੀਂ ਸੀ, ਉਹ ਵੀ ਸਾਡੇ ਵਾਂਗੂ ਪ੍ਰੋਸੈਸ ਦੇ ਵਿੱਚੋਂ ਲੰਘੇ ਸਨ। ਬਿਲਕੁਲ। ਪਰਮਾਤਮਾ ਨਾ ਬਰਤਨ ਨੂੰ ਤਿਆਰ ਕਰਦਾ ਹੈ ਖੁਦ, ਆਪਾਂ ਨਹੀਂ ਤਿਆਰ ਕਰ ਸਕਦੇ। ਮੈਂ ਕਹਾਂ ਮੇਰੀ ਕਿਉਂ ਕਹਾ ਦੇ ਬਰਤਨ ਤਿਆਰ ਕਰਨ ਦੀ, ਮੇਰੇ ਦਾ ਕੰਮ ਇੰਨਾ ਹੋਣਾ ਕਿ ਬੀਜ ਧਰਤੀ 'ਚ ਨੱਪ ਦੇਵਾਂ, ਉਹ ਵੀ ਬੜੀ ਵੱਡੀ ਗੱਲ ਆ। ਉਹ ਬਾਅਦ ਦੇ ਵਿੱਚ ਜਦੋਂ ਅਸੀਂ ਨੱਪਤਾ ਤੇ ਫਿਰ ਕੁਦਰਤ ਨੇ ਉਹਨੂੰ ਤਿਆਰ ਕਰਨਾ ਵਾ। ਉਹ ਬੀਜ ਨੂੰ ਵੱਡਾ ਕਿਤੋਂ ਕਰ ਲੈਂਦੇ, ਤੁਸੀਂ ਕਰ ਲਓਗੇ ਵੱਡਾ ਪੇਪਰ ਬੋਰਡ ਨੂੰ, ਐਡੇ ਵੱਡੇ ਨੂੰ? ਬਿਲਕੁਲ। ਨਿੱਕਾ ਜਿਹਾ ਬੀਜ, ਹਾਂ ਬਸ ਇਹ ਕੰਮ ਕਰ ਸਕਦੇ, ਉਹਨੂੰ ਬੀਜ ਸਕਦੇ ਹਾਂ ਆਪਾਂ। ਪਰ ਜਦੋਂ ਬੀਜਦਾ ਤੇ ਪ੍ਰੋਸੈਸ ਸ਼ੁਰੂ, ਕੁਦਰਤ ਫਿਰ ਆਪਣਾ ਕੰਮ ਕਰਦੀ ਹੈ। ਉਹ ਕਿੱਦਾਂ ਕਰਦੀ ਆ, ਉਹ ਕਿੱਥੋਂ ਸ਼ਕਤੀ ਨੂੰ ਰੋਕਣ ਨੂੰ ਮਿਲਦੀ ਹੈ, ਹਵਾ ਚ ਕਿੱਥੋਂ ਮਿਲਦੀ ਆ, ਧੁੱਪ ਕੀ ਕਰਦੀ ਆ, ਉਹ ਪਰਮਾਤਮਾ ਜਾਣੇ, ਕਿਉਂਕਿ ਵੱਡਾ ਮੈਟਰ ਆ, ਸਾਡੀ ਬੁੱਧੀ ਦੇ ਵਾਸ ਦੀ ਗੱਲ ਨਹੀਂ ਹੈਗੀ। ਉਹ ਫਿਰ ਕੁਦਰਤ ਆਪੇ ਕਰਦੀ ਆ। ਹੁਣ ਮਾਂ ਤੇ ਪਿਤਾ ਨੇ ਸੰਭੋਗ ਕੀਤਾ, ਉਹ ਤੇ ਕੁਝ ਵੀ ਨਹੀਂ ਹੈਗਾ, ਛੋਟਾ ਜਿਹਾ ਮਾਂ ਦਾ ਟੁਕੜਾ, ਉਹ ਕਹਾਣੀ ਝੂਠ ਬੋਲਣਾ, ਇਸ ਚੀਜ਼ ਦੀ ਗੱਲ ਕਰਨੀ ਆ। ਕਿੱਥੋਂ ਅੱਖਾਂ ਆਈਆਂ, ਕਿੱਥੋਂ ਕੰਨ ਆਏ, ਇਹ ਨਾੜਾ ਨੂੜਾ, ਹੱਡੀਆਂ ਹੁੱਡੀਆਂ, ਪੈਰ ਪੂਰ, ਇਹ ਡਿਜ਼ਾਈਨਿੰਗ, ਇਹ ਇੰਨਾ ਕੁਛ ਉਹਦੇ ਅੰਦਰ ਕਿੱਥੋਂ ਆ ਗਿਆ, ਇਹ ਨਹੀਂ ਕੋਈ ਦੱਸ ਸਕਦਾ ਤੇ ਨਾ ਹੀ ਕੋਈ ਦੱਸ ਸਕੇਗਾ। ਇਹ ਪਰਮਾਤਮਾ ਹੀ ਜਾਣਦਾ। ਔਰ ਉਹਦੀ ਚੀਜ਼ ਏਡੀ ਛੋਟੀ ਆ, ਉਹ ਕਹਿੰਦੇ ਉਹ ਬਿਲਕੁਲ ਕੁਲਦਵੀ ਨਾ ਵੇਖਣੀ ਪੈਂਦੀ ਹੈ। ਜਿਹੜੇ ਛੋਟਾ ਜਾਂਦਾ, ਜਿਹੜਾ ਪ੍ਰੋਸੈਸ ਸ਼ੁਰੂ ਹੁੰਦਾ, ਆਪ ਜਸਟ ਸੋਚੋ ਉਹ ਡਿਜ਼ਾਈਨਿੰਗ ਤੋਂ ਬਿਨਾ ਉਹ ਕਿੱਥੋਂ ਚੀਜ਼ ਬਣ। ਇੱਕ ਰੋਟੀ ਨਹੀਂ ਬਣਦੀ ਭਾਜੀ, ਇੱਕ ਰੋਟੀ ਤੁਸੀਂ ਨਾ ਬਣਾਓਗੇ, ਤੁਹਾਡੇ ਘਰ ਆਟਾ ਪਿਆ, ਸਭ ਕੁਝ ਪਿਆ, ਰੋਟੀ ਬਣਾਉਣ ਲਈ ਵੀ ਤੇ ਚੇਤਨਾ ਚਾਹੀਦੀ ਹੈ ਨਾ। ਇਹ ਆਪਾਂ ਜੋ ਵੀ ਕੁਝ ਬਣਾਉਂਦੇ ਆ ਨਾ, ਉਹ ਸਾਡੇ ਕੋਲ already ਸਮਾਨ ਹੈਗਾ, ਅਸੀਂ ਉਹ ਤੋਂ ਬਣਾ ਸਕਦੇ ਹਾਂ। ਪਰ ਪਰਮਾਤਮਾ ਨੂੰ ਸਮਾਨ ਵੀ ਨਹੀਂ ਚਾਹੀਦਾ, ਸਮਾਨ ਤੋਂ ਬਣਾ ਦੇ। ਹਾਂਜੀ ਨਿਜਰ ਇਹਦੇ ਵਿੱਚ ਜਿਹੜੇ ਹੈਗੇ ਮਹਾਰਾਜ, ਜਿਹੜੇ ਹੈਗੇ ਬੇਣੀ ਜੀ, ਭਗਤ ਬੇਣੀ ਜੀ ਜੀਓ, ਆਪਾਂ ਨੂੰ ਗਿਆਨ ਦੇ ਰਹੇ ਭਾਈ। ਹੁਣ ਦੇਖ, ਤੂੰ ਜਿਹੜਾ ਹੈਗਾ ਦੁਨੀਆ ਦੇ ਵਿੱਚ ਆ ਗਿਆ ਆ, ਇਹ ਦੁਨੀਆ ਦਾ ਜਿਹੜਾ ਹੈਗਾ ਤੈਨੂੰ ਆਕਾਰ, ਤੈਨੂੰ ਸਵਾਦ, ਤੈਨੂੰ ਰਸਕਸ ਦੁਨੀਆ, ਜੋ ਤੈਨੂੰ ਰੰਗ ਬਿਰੰਗੀ ਦੁਨੀਆ ਨਜ਼ਰ ਆ ਰਹੀ ਆ, ਤੇ ਤੂੰ ਉਹ ਮਾਲਕ ਪਰਮਾਤਮਾ ਨੂੰ ਇਹ ਬਿਲਕੁਲ ਹੀ ਭੁਲਾ ਦਿੱਤਾ ਆ। ਬਿਲਕੁਲ ਹੀ ਉਹ ਮਾਲਕ ਪਰਮਾਤਮਾ ਤੈਨੂੰ ਚੇਤੇ ਨਹੀਂ ਹੈਗਾ। ਜਦ ਤੂੰ ਰੇਨਰ ਗਰਭ ਕੁੰਡਲ ਜਬ ਆਛਤ, ਜਦ ਤੂੰ ਮਾਂ ਦੇ ਪੇਟ 'ਚ ਸੀਗਾ, ਉਰਦ ਧਿਆਨ ਲਿਵ ਲਾਗਾ, ਉਦੋਂ ਤੇਰਾ ਧਿਆਨ ਲੱਗਿਆ ਹੋਇਆ ਸੀ, ਕਿਉਂਕਿ ਤੇਰੇ ਕੋਲ ਸਰੀਰ ਨਹੀਂ ਸੀਗਾ, ਤੇਰੇ ਕੋਲ ਜਿਹੜੇ ਹੈਗੇ ਪਦਾਰਥ ਤੇ ਭੋਗ, ਗਿਆਨ ਇੰਦਰੀਆਂ, ਕਰਮ ਇੰਦਰੀਆਂ ਨਹੀਂ ਸੀਗੀਆਂ ਤੇਰੀਆਂ, ਤੇ ਬਿਲਕੁਲ ਤੇਰਾ ਧਿਆਨ ਪਾਲਕ ਪਰਮਾਤਮਾ ਦੇ ਨਾਲ ਲੱਗਿਆ ਹੋਇਆ ਸੀਗਾ, ਇੱਕ ਮਿਕ ਸੀਗਾ ਪਰਮਾਤਮਾ ਦੇ ਨਾਲ, ਲਿਵ ਲੱਗੀ ਹੋਈ ਸੀ ਤੇਰੀ। ਉਰਦ ਧਿਆਨ ਲਿਵ ਲਾਗਾ, ਮਿਰਤਕ ਪਿੰਡ ਪਦ ਮਦ ਨਾ, ਕਿਉਂਕਿ ਇਹ ਮਿਰਤਕ ਸਰੀਰ ਤੇਰੇ ਕੋਲ ਨਹੀਂ ਸੀਗਾ, ਇਹ ਪਦ ਨਹੀਂ ਸੀਗਾ ਤੇਰੇ ਕੋਲ, ਇਹ ਜਿਹੜਾ ਹੈਗਾ ਇਹ ਅਵਸਥਾ, ਇਹ ਸਟੇਜ ਨਹੀਂ ਸੀਗੀ ਸਰੀਰ ਵਾਲੀ ਤੇਰੇ ਕੋਲ, ਤੇ ਤੈਨੂੰ ਇਹਦਾ ਘਮੰਡ ਵੀ ਨਹੀਂ ਸੀਗਾ, ਇਹਦਾ ਹੰਕਾਰ, ਇਹਦੀ ਹਉਮੈ ਵੀ ਨਹੀਂ ਸੀਗੀ ਆ ਮੇਰਾ ਸਰੀਰ। ਐਹਨੀ ਸੇਖ, ਰਾਤ ਦਿਨ ਇੱਕ ਪਰਮਾਤਮਾ ਦੇ ਨਾਲ ਤੇਰਾ ਧਿਆਨ ਸੀਗਾ। ਅਗਿਆਨ ਸੁਨਾਗਾ, ਇਹ ਅਗਿਆਨ ਨਹੀਂ ਸੀਗਾ ਤੇਰੇ ਕੋਲ, ਇਹ ਜਿਹੜਾ ਪ੍ਰਕਿਰਤੀ ਦਾ ਜਿਹੜਾ ਹੈਗਾ, ਇਹ ਪੰਜਾਂ ਤੱਤਾਂ ਦਾ, ਇਹ ਸਰੀਰ ਦਾ, ਇਹ ਗਿਆਨ ਇੰਦਰੀਆਂ ਦਾ ਕੋਈ ਹੰਕਾਰ ਨਹੀਂ ਸੀ ਤੇਰੇ ਕੋਲ। ਤੇ ਦਿਨ ਸੰਮਲ ਕਸ਼ਟ ਮਹਾਦੁਖ ਅਬ ਚਿਤ ਅਧਿਕ ਪਸਾਰਿਆ, ਕਹਿੰਦੇ ਉਹ ਦਿਨ ਚੇਤੇ ਕਰ, ਉਹ ਦਿਨ ਚੇਤੇ ਕਰ ਕਸ਼ਟ ਵਾਲੇ, ਜਿਹੜੇ ਕਿੰਨੀਆਂ ਜੂਨਾਂ ਚੋਂ ਲੰਘ ਕੇ ਆਏ ਦੇ, ਕਿਤੇ ਸੱਪ, ਕਿਤੇ ਬਿੱਛੂ, ਕਿਤੇ ਕੀੜੇ, ਕਿਤੇ ਪਤੰਗੇ, ਕਿਤੇ ਮੱਛੀ, ਕਿਤੇ ਕਿਹੜੀਆਂ ਜੂਨਾਂ, ਔਰ ਮਾਂ ਦੇ ਪੇਟ ਦਾ ਦੁੱਖ। ਤੇ ਦਿਨ ਸੰਮਲ ਕਸ਼ਟ ਮਹਾਦੁਖ ਅਬ ਚਿਤ ਅਧਿਕ ਪਸਾਰਿਆ, ਹੁਣ ਜਿਹੜਾ ਹੈਗਾ ਤੂੰ ਬਹੁਤ ਜ਼ਿਆਦਾ ਚਿੱਤ ਜਿਹੜਾ ਹੈ ਪੂਰਾ ਪਦਾਰਥਾਂ ਦੇ ਵਿੱਚ, ਮਾਇਆ ਦੇ ਵਿੱਚ, ਇਹ ਸੀਗੀ ਨਹੀਂ ਮਾਇਆ, ਇਹਦੇ ਵਿੱਚ ਤੂੰ ਜਿਹੜਾ ਹੈਗਾ ਚਿੱਤ ਲਾ ਲਿਆ, ਜਿਹੜੀ ਕਿ ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਆ, ਇਹ ਮਾਲਕ ਪਰਮਾਤਮਾ ਨੇ ਜਿਹੜਾ ਮ੍ਰਿਗ ਤ੍ਰਿਸ਼ਨਾ ਹੈਗੀ ਆ, ਗੰਧਰਵ ਨਗਰੀ ਹੈਗੀ ਆ, ਇਹਦੇ ਨਾਲ ਜਿਹੜਾ ਹੈਗਾ, ਇਹ ਜਿਹੜੀ ਪੰਜਾਂ ਤੱਤਾਂ ਦੀ ਰਚਨਾ ਹੈਗੀ ਆ, ਇਹਦੇ ਵਿੱਚ ਚਿੱਤ ਲਾ ਲਿਆ ਤੂੰ। ਗਰਭ ਛੋੜ ਮਿਰਤ ਮੰਡਲ ਆਇਆ, ਗਰਭ ਤੋਂ ਬਾਹਰ ਆ ਗਿਆ ਹੈ, ਇਹ ਮ੍ਰਿਤੂ ਲੋਕ ਦੇ ਵਿੱਚ
ਤਉ ਨਰਹਰ ਮਨੋ ਵਿਸਾਰਿਆ। ਤੇ ਉਹ ਮਾਲਕ ਪਰਮਾਤਮਾ ਜਿਹਨੇ ਤੈਨੂੰ ਪੈਦਾ ਕੀਤਾ ਹੈ, ਜਿਹਨੂੰ ਤੈਨੂੰ ਸਮਾਂ ਦਿੱਤਾ ਹੈ, ਜਿਹਨੂੰ ਤੈਨੂੰ ਸਾਰਾ ਇੱਥੇ ਰਹਿਣ ਦਾ, ਤੇਰਾ ਜਿਹੜਾ ਹੈਗਾ ਜਿਉਣ ਦਾ, ਖਾਣ ਦਾ, ਪੀਣ ਦਾ ਸਾਰਾ ਇੰਤਜ਼ਾਮ ਕੀਤਾ ਹੈ, ਉਸ ਮਾਲਕ ਪਰਮਾਤਮਾ ਨੂੰ ਤੂੰ ਭੁਲਾ ਹੀ ਦਿੱਤਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਪਹਿਲੇ ਤੁਕ ਦੇ ਵਿੱਚ ਇਹ ਸਮਝਾ ਰਹੇ ਨੇ ਕਿ ਜਦੋਂ ਤੂੰ ਗਰਭ ਦੇ ਵਿੱਚ ਤਾਂ ਤੇਰੇ ਕੋਲ ਸਰੀਰ ਨਹੀਂ ਹੈਗਾ ਕਿ ਸਰੀਰ ਤੋਂ ਬਾਅਦ ਹੀ ਤੇ ਖਲਾਰਾ ਪੈਂਦਾ ਹੈ। ਹੁਣ ਆਪਾਂ ਲੋਕ ਕਹਿੰਦੇ ਨਾ ਕਿ ਉਹ ਜੀ ਉਹ ਸੀਐਮ ਬੜਾ ਕਰਪਟ ਹੈਗਾ। ਅੱਛਾ, ਤੇ ਸੱਜਣਾ ਜਦੋਂ ਤੈਨੂੰ ਉਸ ਕੁਰਸੀ ਤੇ ਬਾਇਆ ਨਾ ਤੇ ਪਤਾ ਲੱਗੂ ਕਿ ਤੂੰ ਸਹੀ ਰਹਿਣਾ ਕਿ ਜਾਂ ਤੂੰ ਵੀ ਕਰਪਟ ਹੋ ਜਾਏ, ਤੂੰ ਉਸ ਤੋਂ ਜ਼ਿਆਦਾ ਹੋ ਜਾਣਾ। ਹਾਂ, ਤੇ ਤੂੰ ਸ਼ਕਤੀ ਨਹੀਂ ਹੈਗੀ। ਅਜੇ ਤੂੰ ਗੱਲਾਂ ਕਰਦਾ ਹੈ ਤੇ ਚਿੱਲੀਆਂ ਵਾਲੀਆਂ ਗੱਪਾਂ ਮਾਰ ਰਿਹਾ ਤੂੰ, ਤੇਰੇ ਕੋਲ ਹੈ ਨਹੀਂ ਕੁਛ। ਪਰ ਜਦੋਂ ਤੇਰੇ ਕੋਲ ਉਹ ਚੀਜ਼ ਆਈ ਨਾ ਕੁਛ ਬਣੀ ਤੇ ਫਿਰ ਤੂੰ ਉਸ ਸ਼ਕਤੀ ਨੂੰ ਕੰਟਰੋਲ ਕਰਕੇ ਹਜਮ ਕਰਕੇ ਦਿਖਾਈ। ਤੇਰੇ ਕੋਲ ਡਾਈਜੈਸਟ ਨਹੀਂ ਹੋਈ। ਬਿਲਕੁਲ ਹੋ ਸਕਦਾ ਉਹ ਤੇ ਫਿਰ ਵੀ ਕੰਟਰੋਲ 'ਚ ਚੱਲਣ ਦੇਵੇ, ਤੂੰ ਉਸ ਤੋਂ ਵੀ ਖਤਰਨਾਕ ਹੋ। ਇਸੇ ਕਰਕੇ ਕਹਿੰਦੇ ਕਿ ਜਦੋਂ ਤੂੰ ਸਰੀਰ ਨਹੀਂ ਸੀ ਤੇਰੇ ਕੋਲ, ਅਜੇ ਤੇਰੇ ਕੋਲ ਕੁਰਸੀ ਨਹੀਂ ਸੀ, ਪਰ ਤੇਰੇ ਕੋਲ ਲਿਵ ਲੱਗੀ, ਤੂੰ ਪਰਮਾਤਮਾ ਦੇ ਨਾਲ ਜੁੜਿਆ ਸੀ। ਕਿਉਂਕਿ ਤੇਰੇ ਕੋਲ ਹਜੇ ਜਿਹੜਾ ਚਿੱਤ ਆ, ਮਨ ਆ, ਬੁੱਧੀ ਆ, ਇਹ ਸਾਰੇ ਵਿਸ਼ਰਾਮ ਅਵਸਥਾ 'ਚ ਹੈਗੇ ਨੇ। ਤੇ ਉਦੋਂ ਤੇਰਾ ਜਿਹੜਾ ਅੰਤਰਾਕਰਨ ਸੀ, ਤੇਰਾ ਜੀਵ ਭਾਵ ਜਿਹੜਾ ਤੱਤਾਂ ਦਾ ਸੁਮੇਲ ਹੈਗਾ, ਉਹ ਬ੍ਰਹਮ ਨਹੀਂ, ਹਜੇ ਸਰੀਰ ਨਹੀਂ ਮਿਲਿਆ। ਕਿਉਂਕਿ ਉਹਨੂੰ ਵੀ ਕੰਮ ਕਰਨ ਦੇ ਲਈ, ਸੂਖਮ ਸਰੀਰ ਨੂੰ ਵੀ ਕੰਮ ਕਰਨ ਲਈ ਸਥੂਲ ਸਰੀਰ ਚਾਹੀਦਾ ਹੈ। ਉਹਦਾ ਗਿਆਨ ਕਿਤੋਂ, ਜੜ ਦੇ ਬਾਰੇ ਗਿਆਨ ਕਿੱਦਾਂ ਮਿਲੂਗਾ ਸਾਨੂੰ? ਆਹ ਜਿੰਨਾ ਵੀ ਜੜ ਹੈਗਾ ਨਾ, ਇਹਦੇ ਲਈ ਗਿਆਨ ਪ੍ਰਾਪਤ ਕਰਨ ਦੇ ਲਈ ਸਾਨੂੰ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਚਾਹੀਦੀਆਂ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਅੱਗੇ ਤੋਂ ਤੇ ਉਦੋਂ ਜਦੋਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਨਹੀਂ ਸੀ ਤੇ ਫਿਰ ਕੀ ਬ੍ਰਹਮ ਲੀਨ ਨਹੀਂ ਸੀਆਂ, ਸਾਡਾ ਧਿਆਨ ਇਕਾਗਰ। ਪਰ ਜਦੋਂ ਅਸੀਂ ਸਾਨੂੰ ਪਰ ਹੁਣ ਗਿਆਨ ਨਹੀਂ ਨਾ ਕਿ ਸਾਨੂੰ ਧਿਆਨ ਇਕਾਗਰ ਸੀ। ਪਰ ਜਦੋਂ ਅਸੀਂ ਸੰਸਾਰ ਚ ਆਉਂਦੇ ਹਾਂ, ਛੋਟਾ ਬੱਚਾ ਵੇਖੋ ਕਿਤਾ ਵੇਖਿਆ ਨਹੀਂ, ਉਹ ਇੱਕਦਮ ਮੌਲਾ ਜਿਹਾ ਹੈਗਾ, ਇੱਕਦਮ ਸਾਧੂ ਵਾਲੇ ਕੰਮ ਨੇ, ਭੁੱਖ ਲੱਗੀ ਖਾ ਲਿਆ, ਨੀਂਦ ਆ ਗਈ ਸੌਂ ਗਿਆ, ਹੁਣ ਨੀਂਦ ਪੂਰੀ ਹੋ ਗਈ, ਉੱਠ ਕੇ ਤੁਰ ਪਿਆ, ਫਿਰ ਹੱਥੀ ਗਿਆ। ਛੋਟੇ ਜਿਹੇ ਬੱਚੇ ਨੂੰ ਵੇਖੋ ਕਿਤੇ, ਬਿਲਕੁਲ ਛੋਟਾ ਜਿਹਾ ਬੱਚਾ, ਉਹ ਡਿਟੈਚ ਹੀ ਹੁੰਦਾ, ਡਿਟੈਚ ਹੁੰਦਾ ਹੈ ਗੁਰਕੀ ਸਾਹਿਬ, ਬਿਲਕੁਲ ਡਿਟੈਚ ਹੁੰਦਾ। ਦੇਖ ਲਓ ਹਾਲੇ ਉਹ ਮਾਇਆ ਨਹੀਂ ਉਹਨੂੰ ਚਿੰਬੜੀ। ਹਾਂ, ਕਿਉਂਕਿ ਉਹ ਮਾਇਆ ਨੂੰ ਵੀ ਥੋੜਾ ਸਰੀਰ ਚਾਹੀਦਾ ਹੈ, ਕੁਰਸੀ ਨਹੀਂ ਹੈਗੀ ਯਾਰ ਭਾਜੀ। ਹਾਂ, ਪਰ ਜਦੋਂ ਉਹ ਬੱਚਾ ਵੱਡਾ ਹੋ ਗਿਆ ਨਾ, ਹੌਲੀ ਹੌਲੀ ਚਿੱਤ ਨੇ ਪ੍ਰਗਟ ਹੋਣਾ, ਫਿਰ ਉਹਦੀ ਜਿਹੜੀ ਅੰਦਰ ਜਿਹੜੀ ਉਹਦੀ ਚਮਕ ਹੈ ਨਾ, ਉਹਦੀ ਘਟਦੀ ਜਾਣੀ ਹੈ। ਤੁਸੀਂ ਵੇਖੋਗੇ ਹੌਲੀ ਹੌਲੀ ਬੱਚਾ ਜਿਹੜਾ ਨਾ, ਲੋਕ ਕਹਿੰਦੇ ਨਾ ਬੱਚਾ ਵੱਡਾ ਹੋ ਗਿਆ, ਵੱਡਾ ਤੇ ਹੋ ਗਿਆ, ਪਰ ਉਹਦਾ ਜਿਹੜਾ ਅਸਲੀਅਤ, ਜਿਹੜਾ ਉਹਦਾ ਅਸਲੀ ਤੱਤ ਆ, ਉਹ ਤੋਂ ਖੋਇਆ ਗਿਆ। ਬਿਲਕੁਲ ਖੋਇਆ ਗਿਆ, ਬਿਲਕੁਲ ਖੋਇਆ। ਉਹ ਨਹੀਂ ਰਹਿ ਗਿਆ। ਹੁਣ ਉਹ ਬੱਚਾ ਕਿੱਧਰ ਗਿਆ ਜਿਹੜਾ ਤਿੱਤਲੀਆਂ ਦੇ ਪਿੱਛੇ ਭੱਜਦਾ ਸੀ? ਹੁਣ ਤੁਹਾਡੇ ਸਾਹਮਣੇ ਕੋਈ ਤਿੱਤਲੀਆਂ ਦੇ ਪਿੱਛੇ ਭੱਜੂਗਾ, ਇਹ ਕਹਿਣਾ ਸਦਾਈ ਕੇ ਕੰਮ ਦਾ ਨਾ ਹੋਵੇ, ਤਿੱਤਲੀਆਂ ਦੇ ਪਿੱਛੇ ਭੱਜ ਰਿਹਾ। ਉਹ ਇੱਧਰ ਆ, ਉੱਥੇ ਨੌਕਰੀ ਕਰ, ਉੱਥੇ ਫੈਕਟਰੀ ਜਾਏ ਕੰਮ ਕਰ, ਇੱਥੇ ਪੈਸੇ ਕਮਾ। ਆ ਤਿੱਤਲੀਆਂ ਤੈਨੂੰ ਕੀ ਦੇਣਾ? ਪਰ ਉਹਦੇ ਲਈ ਤਿੱਤਲੀਆਂ ਬੜੀ ਵੱਡੀ ਚੀਜ਼ ਸੀ। ਉਹਦੇ ਲਈ ਮਿੱਟੀ ਨਹੀਂ ਖੇਡਣਾ ਉਹ ਕੋਈ ਬੜਾ ਵੱਡਾ ਸੀ, ਕਿਉਂਕਿ ਉਹ ਬ੍ਰਹਮ ਦੇ ਵਿੱਚ ਇੱਕ ਨਿਮਿਤ ਸੀ। ਉਹ ਕਾਫੀ ਜ਼ਿਆਦਾ, ਪਰ ਉਹ ਗਿਆਨ ਨਹੀਂ ਹੈਗਾ। ਇਹ ਨਹੀਂ ਕਿ ਉਹ ਬ੍ਰਹਮ ਚ ਹੈਗਾ ਤੇ ਉਹ ਅਵਸਥਾ ਚ ਬੈਠਾ ਸੀ, ਪਰ ਅਵਸਥਾ ਦਾ ਗਿਆਨ ਨਹੀਂ ਸੀ। ਹਾਂਜੀ ਨਹੀਂ ਸਾਹਿਬ, ਅਗਲੀ ਤੋਂ ਬੋਲੀਏ। ਤੇ ਦਿਨ ਸੰਮਲ ਕਸ਼ਟ ਮਹਾਦੁਖ ਅਬ ਚਿਤ ਅਧਿਕ ਪਸਾਰਿਆ। ਕਹਿੰਦੇ ਉਹ ਦਿਨ ਸੰਭਲ ਸੋਚ, ਉਹਨਾਂ ਨੂੰ ਯਾਦ ਕਰ ਦਿਨਾਂ ਨੂੰ, ਉਹ ਕਸ਼ਟ ਦੇ ਦਿਨਾਂ ਨੂੰ ਜਿਹੜੇ ਹੈਗੇ ਮਾਂ ਦੇ ਪੇਟ 'ਚ ਜਾਂ ਜੂਨਾਂ ਦੇ ਵਿੱਚੋਂ ਜਿੱਥੋਂ ਆਇਆ ਲੰਘ ਕੇ ਜਿਹੜਾ ਹੈਗਾ ਤੂੰ 84 ਭੋਗ ਕੇ ਜਿਹੜਾ ਹੈਗਾ ਤੇ ਮਨੁੱਖ ਸਰੀਰ ਤੈਨੂੰ ਮਿਲ ਗਿਆ ਆ। ਤੇ ਹੁਣ ਸਰੀਰ ਮਿਲਦੇ ਸਾਰ ਫੇਰ ਜਿਉਣਾ ਇਹਨੂੰ ਗਵਾਉਣਾ ਸ਼ੁਰੂ ਕਰਤਾ। ਤੂੰ ਚਿੱਤ ਪੂਰਾ ਦਾ ਪੂਰਾ ਪਸਾਰ ਲਿਆ ਹੁਣ ਮਾਇਆ ਦੇ ਵਿੱਚ। ਹਾਂਜੀ ਵੀਰ, ਹਾਂਜੀ ਤੁਸੀਂ ਦੇਖ ਲਓ ਸਾਧ ਸੰਗਤ ਜੀ, ਬੰਦੇ ਤੋਂ ਵੱਧ ਕੋਈ ਜੂਨੀ ਵੱਡੀ ਹੈਗੀ ਆ, ਪਾਵਰਫੁਲ ਹੈਗੀ ਆ ਜੂਨੀ ਕੋਈ। ਜਿੰਨੇ ਵੀ ਜੀਵ ਜੰਤੂ ਹੈਗੇ ਆ, ਸਭ ਤੋਂ ਜ਼ਿਆਦਾ ਸੈਂਸ ਬੰਦੇ ਕੋਲ। ਇਸੇ ਲਈ ਬਾਣੀ ਚ ਕਿਹਾ ਕਿ ਮਾਨਸ ਜਨਮ ਦੁਰਲਭ ਹੈ, ਹੋਵੇ ਨਾ ਬਾਰੋ ਬਾਰੰਬਾਰ। ਕਿਉਂ? ਬਿਲਕੁਲ, ਕਿਉਂਕਿ ਇਹ ਦੂਜੀਆਂ ਜੂਨਾਂ ਵੀ ਹੈਗੀਆਂ ਨੇ। ਇਹਨਾਂ ਤੋਂ ਪਰਮਾਤਮਾ ਨੇ ਇਹਨੂੰ ਸੁਪੀਰੀਅਰ ਬਣਾਇਆ। ਪਰ ਤੁਹਾਨੂੰ ਪਤਾ ਇਹਨੂੰ ਸੁਪੀਰੀਅਰ ਤੇ ਬਣਾਇਆ, ਜਿੰਨਾ ਜ਼ਿਆਦਾ ਗੰਦ ਇਹ ਪਾਉਂਦਾ, ਦੂਜੀ ਦੁਨੀਆ ਗੰਦ ਨਹੀਂ ਪਾਉਂਦੀ। ਕਿਸੇ ਜਾਨਵਰ ਨੂੰ ਕਹੋਗੇ ਨਾ ਤੇ ਰੋਟੀ ਪਾਣੀ ਦਾ ਉਹ ਕੀ ਅਰੇਂਜਮੈਂਟ ਹੈ, ਉਹਨਾਂ ਨੂੰ ਇੰਨਾ ਹੀ ਪਤਾ ਹੈ ਕਿ ਭੁੱਖ ਲੱਗੀ ਤੇ ਖਾਣਾ, ਢਿੱਡ ਭਰ ਗਿਆ, ਗੱਲ ਖਤਮ ਹੋ ਗਈ। ਸਾਡੇ ਵਾਂਗੂ ਪਾਗਲ ਨਹੀਂ ਹੁੰਦੇ ਜਾਨਵਰ, ਜਮਾ ਕਰਨਾ ਸ਼ੁਰੂ ਕਰ ਦਿਓ। ਉਹਨਾਂ ਦੀ ਬ੍ਰਿਤੀ ਜਿਹੜੀ ਹੈਗੀ ਉਹ ਹੋਰ ਕਿਤਨੀ, ਪਰ ਕਿਉਂਕਿ ਉਹਨਾਂ ਨੂੰ ਇੰਨਾ ਕੀ ਹੈਗਾ ਵਾ, ਜੇਕਰ ਉਹਨਾਂ ਅੰਦਰ ਸਾਡੇ ਵਾਂਗੂ ਬ੍ਰਿਤੀ ਹੋਵੇ ਨਾ ਤੇ ਜਦੋਂ ਧਰਤੀ ਤੇ ਗੰਦ ਮੱਚ ਜੇ। ਬਿਲਕੁਲ ਹੈ
ਇੱਥੇ ਪ੍ਰਕਿਰਤੀ ਦੇ ਨਿਯਮ ਟੁੱਟ ਜਾਣਾ। ਫਿਰ ਤੇ ਸ਼ੇਰ ਨੇ ਬਿਨਾਂ ਮਤਲਬ ਤੋਂ ਸਾਰਾ, ਮੈਂ ਸ਼ੇਰ ਦੇ 2 ਦਿਨਾਂ ਚ ਇਹਨੇ ਜੰਗਲ ਖਤਮ ਕਰ ਦੇਣਾ ਸਾਰਾ, ਸਾਰੇ ਜੀਵ ਮਾਰ ਕੇ ਰੱਖ ਦੇਣੇ। ਬਿਲਕੁਲ ਬਿਲਕੁਲ। ਪਰ ਇਹਦਾ ਮਤਲਬ ਕਿ ਉਹਦੇ ਅੰਦਰ ਇੱਕ ਸੈਟਿੰਗ ਹੈਗੀ ਆ ਕਿ ਇਸ ਤੋਂ ਵੱਧ ਕੰਮ ਤੋਂ ਨਹੀਂ ਕਰਨਾ, ਨਾ ਉਹਨੂੰ ਲੋੜ ਹੈਗੀ। ਉਹਦੀ ਪੂਰੀ ਜ਼ਰੂਰਤ ਪੂਰੀ ਹੋ ਗਈ। ਉਹਦੀ ਜ਼ਰੂਰਤ ਕਿੰਨੀ ਹੈ? 2-4 ਕਿਲੋ, 5 ਕਿਲੋ, 6 ਕਿਲੋ, ਕਿੰਨੀ ਕੁ ਲੋੜ ਹੈ ਉਹਨੂੰ ਖਾਂਦਾ। ਇਹ ਕੁਦਰਤ ਨੇ ਨਿਯਮ ਬਣਾਇਆ ਹੈ। ਇਹ ਬਾਣੀ ਕਹਿ ਰਹੀ ਹੈ ਕਿ ਜੇ ਤੂੰ ਇੰਨੇ ਕਸ਼ਟ ਝੱਲੇ ਆ, ਇੰਨਾ ਕੁਝ ਸਰਕਲ ਦੇ ਵਿੱਚੋਂ ਆਇਆ ਔਰ ਤੈਨੂੰ ਪਤਾ ਨਹੀਂ ਹੈਗਾ, ਪਰ ਤੂੰ ਇਹਨਾਂ ਵਿੱਚੋਂ ਲੰਘ ਕੇ ਆਇਆ ਵਾ। ਬਾਣੀ ਦੱਸਣਾ ਚਾਹੁੰਦੀ ਆ ਕਿ ਤੈਨੂੰ ਜੇ ਆ ਪੌੜੀ ਦੇ ਆਖਰੀ ਡੰਡੇ ਤੇ ਖਲੋਤਾ ਨਾ, ਤੂੰ ਮਾਨਸ ਜਨਮ ਚ ਇੱਥੇ ਮਾੜੇ ਕੰਮ ਨਹੀਂ ਕਰਨੇ। ਤੂੰ ਬਹੁਤ ਉੱਪਰ ਆ ਚੁੱਕਿਆ। ਔਰ ਜਦੋਂ ਤੂੰ ਇੱਥੇ ਆ ਕੇ ਇਸ ਡੰਡੇ ਤੋਂ ਗਲਤੀ ਕਰਦਾ ਹੈ ਤੇ ਦਰਮ ਕਰਦਾ ਖੂਹ ਦੀ ਟਿੰਡ ਵਾਂਗੂ ਥੱਲੇ ਜਾਂਦਾ। ਦੇਖੋ ਆਪ ਜੀ ਨੂੰ ਆਪ ਅੰਡਰਸਟੈਂਡ ਕਰੋ। ਧਰਤੀ 24 ਘੰਟੇ ਚ ਘੁੰਮਦੀ ਨਾ ਆਪਣੇ ਦੁਆਰ, ਘੁੰਮ ਕੇ ਫਿਰ ਆਪਣੀ ਜਗ੍ਹਾ 'ਚ ਵਾਪਸ ਆਉਣਾ ਹੁੰਦਾ। ਇਸੇ ਹੀ ਤਰ੍ਹਾਂ ਜਿਹੜੀਆਂ ਜੂਨੀਆਂ ਨੇ, ਪਰਮਾਤਮਾ ਨੇ ਇੱਕ ਪ੍ਰਕਿਰਤੀ ਦੀ ਰਚਨਾ ਕੀਤੀ ਹੈ ਔਰ ਧਰਮਰਾਜ ਬਣਾਇਆ ਹੈ, ਜਾਂ ਉਹ ਜਿਹੜੀਆਂ ਵੀ ਸ਼ਕਤੀਆਂ ਪਾਈਆਂ ਨੇ, ਬ੍ਰਹਮਾ ਬਣਾਇਆ, ਵਿਸ਼ਨੂੰ ਬਣਾਇਆ, ਮਹੇਸ਼ ਬਣਾਇਆ, ਇਹ ਸ਼ਕਤੀਆਂ ਨੇ। ਇੱਕ ਪੈਦਾ ਕਰ ਰਹੀ ਆ, ਇੱਕ ਉਹਦੀ ਪਾਲਣਾ ਪੋਸ਼ਣਾ ਕਰ ਰਹੀ ਆ। ਉਹਦਾ ਕੰਮ ਹੈ ਰਿਜ਼ਕ ਪਹੁੰਚਾਉਣਾ। ਆਪ ਜੈਸਾ ਸੋਚੋ ਕਿ ਉਹ ਰਿਜ਼ਕ ਤੇ ਪਹੁੰਚਣਾ ਹੀ ਪਹੁੰਚਣਾ ਹੈ। ਰਿਜ਼ਕ ਤੋਂ ਬਿਨਾਂ ਗੱਲ ਨਹੀਂ ਬਣ ਸਕਦੀ। ਰਿਜ਼ਕ ਜਿਹੜਾ ਭੰਡਾਰੀ ਹੈ ਨਾ, ਉਹਦੀ ਬਹੁਤ ਵੱਡੀ ਡਿਊਟੀ ਹੈ। ਉਹਨੇ ਹਰ ਇੱਕ ਜੀਵ ਨੂੰ ਰੋਟੀ ਪਹੁੰਚਾਉਣੀ ਆ, ਕਿਉਂਕਿ ਉਹਦੀ ਜ਼ਿੰਮੇਵਾਰੀ ਹੈ ਨਿਜਰ ਸਾਹਿਬ। ਬਿਲਕੁਲ। ਪਰ ਇਹ ਨਹੀਂ ਕਿ ਆਪ ਜੈਸੇ ਸੋਚੀਏ ਸਾਨੂੰ ਯਕੀਨ ਨਹੀਂ ਆਉਂਦਾ ਕਿ ਸਾਨੂੰ ਰਿਜ਼ਕ ਕਿੱਥੇ ਪਹੁੰਚੇ। ਨਿੱਕੀ ਨਿੱਕੀ ਕੀੜੀਆਂ ਦਾ ਰਿਜ਼ਕ ਉੱਥੇ ਪਹੁੰਚ ਰਿਹਾ ਹੈ। ਜੰਗਲਾਂ ਦੇ ਵਿੱਚ ਜਿੱਥੇ ਕੋਈ ਨਹੀਂ ਹੈਗਾ, ਉੱਥੇ ਵੇਖੋ ਉਹਨਾਂ ਦਾ ਰਿਜ਼ਕ ਪਹੁੰਚ ਰਿਹਾ। ਕਿਤੇ ਵੇਖਿਆ ਕੋਈ ਜਾਨਵਰ ਭੁੱਖਾ ਮਰ ਗਿਆ? ਪਰ ਉੱਥੇ ਮਰੂਗਾ ਜਿੱਥੇ ਉਹਦਾ ਟਾਈਮ ਆ ਗਿਆ ਜਾਂ ਕੋਈ ਖਾਣਾ ਬਣ ਗਿਆ। ਬਾਕੀ ਮੋਸਟਲੀ ਰਿਜ਼ਕ ਪਹੁੰਚ। ਹਾਂਜੀ ਨਿਜਰ ਸਾਹਿਬ, ਤੇ ਜਦੋਂ ਕਹਿੰਦੇ ਕਿ ਏਡਾ ਮਹਿੰਗਾ ਤੈਨੂੰ ਜੀਵਨ ਮਿਲਿਆ ਹੈ, ਤੈਨੂੰ ਇਹਦੀ ਕੀਮਤ, ਇਹਦੀ ਵੈਲਿਊ ਪਤਾ ਹੋਣਾ ਚਾਹੀਦਾ। ਜਦੋਂ ਆਪਾਂ ਨੂੰ ਕੋਈ ਚੀਜ਼, ਮੈਂ ਇਹ ਕਹਿ ਸਕਦਾ ਕਿ ਮੈਂ ਸਾਰਾ ਦਿਨ ਕੰਮ ਕੀਤਾ, ਬਹੁਤ ਮਿਹਨਤ ਕੀਤੀ ਹੈ, ਘਰ ਪਰਿਵਾਰ ਤੋਂ ਦੂਰ ਆਇਆ, 20-22 ਕਿਲੋਮੀਟਰ ਮੈਂ ਸ਼ਹਿਰ ਚ ਆਇਆ, ਉੱਥੇ ਮੈਂ ਦਿਹਾੜੀ ਲਾਈ, ਮੈਨੂੰ ਨਾ 300 ਰੁਪਏ ਮੇਰੇ ਹੱਥ ਚ ਫੜਾਇਆ। ਇੱਥੇ ਵੀ ਉਹ ਕਹਿੰਦੇ ਆ ਕਿ ਇੰਨੇ ਕਸ਼ਟ ਕੀਤਾ, 300 ਰੁਪਏ ਚਰਨਜੀਤ ਤੈਨੂੰ ਮਿਲਿਆ ਹੈ, ਪਰ ਚਰਨਜੀਤ ਇਸ 300 ਰੁਪਏ ਨੂੰ ਧਿਆਨ ਨਾਲ ਵਰਤ। ਠੀਕ ਹੈ ਜੀ ਸਾਹਿਬ? ਬਿਲਕੁਲ। ਇਹੋ ਹੀ ਮਤਲਬ ਇਹੋ ਬਾਣੀ ਕਹਿੰਦੀ ਕਿ ਜੇ ਤੈਨੂੰ ਇੰਨਾ ਕਸ਼ਟ ਦੇ ਨਾਲ ਇਹ ਸਰੀਰ ਮਿਲਿਆ ਹੈ, ਇਹਦੀ ਮਿਸਯੂਜ਼ ਨਾ ਕਰ। ਤੈਨੂੰ ਇਹ ਨਹੀਂ ਪਤਾ ਕਿ ਤੈਨੂੰ ਯਾਦ ਹੀ ਕਿ ਸਾਰਾ ਦਿਨ ਤੂੰ 12 ਘੰਟੇ ਕੰਮ ਕਰਕੇ ਤੂੰ ਕਿੱਦਾਂ ਰੋਟੀ ਲਿਆਂਦੀ ਆ, ਨਾਲ ਰੱਖ ਕੇ ਆਪਣੇ ਸੈਕ ਨਾਲ ਬੱਧੀ ਆ, ਤੇ ਤੂੰ ਸਾਰਾ ਦਿਨ ਕੰਮ ਕੀਤਾ ਹੈ, ਆਪਣੇ ਪਰਿਵਾਰ ਤੋਂ ਦੂਰ ਰਿਹਾ ਹੈ, ਇਹ ਜਾ ਕੇ 300 ਰੁਪਇਆ ਮਿਲਿਆ ਹੈ। ਔਰ 300 ਰੁਪਏ ਨੂੰ ਸਹੀ ਤਰੀਕੇ ਨਾਲ ਵਰਤ। ਤੇ ਬਾਣੀ ਉਹ ਕਹਿ ਰਹੀ ਆ ਕਿ ਜੇ ਇੰਨੀ ਮਿਹਨਤਾਂ ਕਰਕੇ ਤੂੰ ਇੰਨੇ ਸਰੀਰਾਂ ਚ ਘੁੰਮ ਕੇ ਜੇ ਤੈਨੂੰ ਮਨੁੱਖਾ ਦੇਹੀ ਮਿਲੀ ਆ, ਇਹਦੀ ਵੀ ਕੀਮਤ ਕਰ, ਕਿਉਂਕਿ ਇਹ ਬੜੀ ਮਹਿੰਗੀ ਚੀਜ਼ ਮਿਲੀ ਹੈ ਤੈਨੂੰ, ਤੇ ਤੈਨੂੰ ਪਤਾ ਨਹੀਂ ਹੈਗਾ। ਫਿਰ ਪਛਤਾਵੇਂਗਾ ਮੂੜਿਆ, ਤੂੰ ਕਵਨ ਕੋ ਮਤ ਭਰਮ ਲਾਗਾ। ਕਹਿੰਦੇ ਬਾਅਦ ਚ ਪਛਤਾਏਗਾ ਜਦ ਇਹ ਸਰੀਰ ਚਲਾ ਗਿਆ ਤੇ। ਤੂੰ ਹੁਣ ਕਿਹੜੀ ਭੈੜੀ ਮੱਤ ਜਿਹੜੀ ਆ ਲੈ ਲਈ, ਔਰ ਕਿਹੜੇ ਭਰਮ ਦੇ ਵਿੱਚ, ਕਿਹੜੇ ਧੋਖੇ ਦੇ ਵਿੱਚ ਜਿਹੜਾ ਲੱਗਿਆ ਹੋਇਆ। ਤੂੰ ਜਿਹੜਾ ਹੈਗਾ ਰੱਸੀ ਨੂੰ ਸੱਪ ਸਮਝ ਕੇ ਬੈਠਾ ਹੋਇਆ। ਇਹ ਮਾਇਆ ਜਿਹੜੀ ਹੈਗੀ ਇਹ ਤਾਂ ਝੂਠ ਆ। ਇਹਦੇ ਨਾਲ ਜਿਹੜਾ ਇਹਨੂੰ ਸੱਚ ਬਣ ਕੇ ਇਹਨੂੰ ਇਕੱਠਾ ਕਰੀ ਜਾ ਰਿਹਾ, ਇੱਥੇ ਦੇ ਤੇ ਛੱਡ ਕੇ ਚਲੇ ਜਾਏਗਾ। ਚੇਤ ਰਾਮ ਨਾਹੀ ਜਮਪੁਰੇ ਜਾਏਗਾ, ਜਨ ਵਿਚਰੇ ਅਨਰਾਧਾ ਰਹਾਓ। ਕਹਿੰਦੇ ਰਾਮ ਨੂੰ ਚੇਤਲਾ, ਮਾਲਕ ਨੂੰ ਯਾਦ ਕਰ ਲਾ, ਧਿਆਨ ਸਿਮਰਨ ਕਰ ਲਾ, ਨਹੀਂ ਤਾਂ ਜਮਪੁਰੇ ਜਾਏਗਾ। ਜਮ ਦੇ ਧਰਮਰਾਜ ਨੇ ਜਿਹੜਾ ਹੈਗਾ ਉੱਥੇ ਜਿਹੜਾ ਹੈਗਾ ਤੈਨੂੰ ਫਿਰ ਜੂਨਾਂ ਚ ਪਾ ਦੇਣਾ ਹੈ। ਔਰ ਤੂੰ ਸਮਝ ਨਹੀਂ ਰਿਹਾ ਹਲੇ। ਹੇ ਜਨ, ਹੇ ਇਨਸਾਨ, ਵਿਚਰ ਰਿਹਾ ਆ। ਜਨ ਵਿਚਰੇ ਅਨਰਾਧਾ। ਅਨਰਾਧਾ ਕਹਿੰਦੇ ਤੂੰ ਬਗੈਰ ਰੁਕਾਵਟ ਦੇ ਜਿਹੜਾ ਹੈਗਾ ਕਿਸੇ ਦੀ ਗੱਲ ਸੁਣਦਾ ਹੀ ਨਹੀਂ ਹੈਗਾ, ਬਗੈਰ ਅਨੁਰੋਧ ਦੇ ਕਿਸੇ ਤਰੀਕੇ ਨਾਲ ਤੂੰ ਰੋਕ ਹੀ ਨਹੀਂ ਰਿਹਾ। ਤੇ ਬਿਲਕੁਲ ਜਿਹੜਾ ਹੈਗਾ ਤੂੰ ਤਾਂ ਬੇਖੌਫ ਹੋਇਆ ਹੈ, ਕੋਈ ਗੱਲ ਸੁਣਦਾ ਹੀ ਨਹੀਂ, ਕੋਈ ਧਿਆਨ ਦੀ, ਕੋਈ ਗਿਆਨ ਦੀ, ਕੋਈ ਜਿਹੜਾ ਹੈਗਾ ਕੋਈ ਬੋਲ ਜਿਹੜੇ ਹੈਗੇ ਰਹਾਓ। ਹਾਂਜੀ ਵੀਰ ਜੀ। ਹਾਂਜੀ, ਇੱਥੇ ਬਾਣੀ ਕਹਿ ਰਹੀ ਹੈ ਕਿ ਫਿਰ ਪਛਤਾਵੇਂਗਾ ਮੂੜਿਆ। ਮੂੜੇ ਦਾ ਮਤਲਬ ਕੀ ਹੈ? ਮੂੜਿਆ ਦਾ ਮਤਲਬ ਕੀ ਹੁੰਦਾ ਸਰ? ਮੂੜੇ ਦਾ ਮਤਲਬ ਹੈ ਜਿਹੜਾ ਸੁਣਦਾ ਹੀ ਨਹੀਂ ਹੈ ਕਿਸੇ ਦੀ ਗੱਲ, ਮੂੜ ਮਤੀਆ। ਉਹ ਕਹਿੰਦੇ ਆ ਕਿ ਤੂੰ ਮੱਟੀ, ਤੂੰ ਪੱਥਰ ਚੱਟਣ ਜਾ ਰਿਹਾ, ਹਾਂ, ਤੂੰ ਪੱਥਰ ਚੱਟ ਕੇ ਤੇ ਵਾਪਸ ਆਉਣਾ ਹੈ, ਫਿਰ ਤੂੰ ਪਛਤਾਵੇਂਗਾ। ਪਰ ਤੈਨੂੰ ਪਤਾ ਉਦੋਂ ਪਛਤਾਉਣ ਦਾ ਫਾਇਦਾ ਹੀ ਕੋਈ ਨਹੀਂ, ਕਿਉਂਕਿ ਤੂੰ ਕਾਫੀ ਕੰਮ ਆਪਣਾ ਵੇਸਟ ਕਰ ਲੈਣਾ। ਮੈਂ ਥੋੜਾ ਜਿਹਾ ਅਲਰਟ ਹੀ ਕਰ ਰਿਹਾ ਕਿ ਜਿੱਥੇ ਤੂੰ ਜਾ ਰਿਹਾ ਨਾ, ਉਹ ਵੀ ਏਡੀ ਵਧੀਆ ਚੀਜ਼ ਨਹੀਂ ਹੈਗੀ। ਉੱਥੇ ਇੱਥੇ ਪੂਰਾਂ ਦੇ ਪੂਰ ਜਾ ਚੁੱਕੇ ਨੇ। ਬਿਲਕੁਲ। ਔਰ ਨਹੀਂ ਯਕੀਨ ਆਉਂਦਾ ਧਿਆਨ ਗਵਾਉਣ ਨਜ਼ਰ ਮਾਰ, ਤੈਨੂੰ ਦੇਖਦਾ ਨਹੀਂ ਹੈ, ਤੂੰ ਅੰਨਾ ਮੂੜ ਗਿਆ ਉਹਨਾਂ ਨੇ।
ਮਤਲਬ ਕਿ ਤੂੰ ਮਤਲਬ ਮੂਡ ਦਾ ਮਤਲਬ ਕਿ ਬਾਣੀ ਕਿੰਨੀ ਤਖਤ ਵਰਤਦੇ ਆ। ਉਹਨਾਂ ਨੂੰ ਇਹ ਵੀ ਪਤਾ ਹੈ ਕਿ ਬੰਦਾ ਜਿਹੜਾ ਜੀਵ ਹੈ ਬੜੀ ਗਹਿਰੀ ਨੀਂਦ ਹੈ। ਔਰ ਮਾਇਆ ਦਾ ਦੇਖੋ, ਮਾਇਆ ਦਾ ਜਿਹੜਾ ਪ੍ਰਪੰਚ ਇੰਨਾ ਜ਼ਿਆਦਾ ਗਹਿਰਾ ਹੈ ਨਾ, ਬੰਦੇ ਨੂੰ ਪਤਾ ਨਹੀਂ ਲੱਗਦਾ। ਉਹ ਬੰਦਾ ਜ਼ਿੰਦਗੀ ਏਦਾਂ ਹੀ ਨਿਕਾਲ ਦਿੰਦਾ। ਉਹ ਸੋਚਦਾ ਮੱਥਾ ਟੇਕਿਆ, 2-3 ਪਾਠ ਕੀਤੇ, ਬਾਹਰੋਂ ਕੋਈ ਬਾਣਾ ਚੇਂਜ ਕੀਤਾ, ਮੈਂ ਧਾਰਮਿਕ ਹੋ ਗਿਆ। ਅਬ ਜਸਟ ਸੋਚੋ, ਬੰਦੇ ਨੇ ਸੋਚਿਆ ਧਰਮ ਇੰਨਾ ਆਸਾਨ ਹੈ, ਪਰ ਉਹਨੇ ਕਿਤੇ ਵੇਖਿਆ ਨਹੀਂ ਅਸਲ ਦੇ ਵਿੱਚ ਸੱਚੀ ਮੈਂ ਧਾਰਮਿਕ ਹੈਗਾ। ਕਿਤੇ ਮੈਂ ਕੀ ਕਹਿੰਦੇ ਉਹਨੂੰ ਪਖੰਡ ਤੇ ਨਹੀਂ ਕਰ ਰਿਹਾ। ਅੰਗਰੇਜ਼ੀ ਦੇ ਵਿੱਚ ਪਤਾ ਨਹੀਂ ਕਿਹੜਾ ਵਰਡ ਹੈਗਾ, ਹਿਪੋਕ੍ਰੇਸੀ ਹੈ, ਹਿਪੋਕ੍ਰੇਟ। ਹਾਂ, ਕਿਤੇ ਮੈਂ ਹਿਪੋਕ੍ਰੇਟ ਨਹੀਂ ਹੈਗਾ, ਪਖੰਡ ਤੇ ਨਹੀਂ ਕਰ ਰਿਹਾ। ਪਰ ਆਪਾਂ ਪਖੰਡ ਕਰਦੇ ਹਾਂ, ਜਾਣਦੇ ਵੀ ਹਾਂ। ਔਰ ਬਸ ਆਪਾਂ ਉਹਦਾ ਪੇਂਟ ਮਾਰਿਆ। ਮੇਰੇ ਵਰਗੇ ਨੇ ਮੇਕਅਪ ਕਰਕੇ ਬਾਹਰੋਂ ਬਹੁਤਾ ਲੁੱਕ ਬੜੀ ਚੇਂਜ ਕਰਕੇ ਲੋਕਾਂ ਨੂੰ ਬਹੁਤ ਮੈਂ ਸੋਹਣਾ ਸ਼ੋਅ ਕਰ ਰਹੇ ਹਾਂ ਕਿ ਮੈਂ ਬੜਾ ਧਾਰਮਿਕ ਹਾਂ। ਪਰ ਇਹ ਤੇ ਸਾਨੂੰ ਪਤਾ ਨਾ ਕਿ ਮੈਂ ਕਿਹੋ ਜਿਹਾ ਧਾਰਮਿਕ ਹਾਂ। ਕਿਤੇ ਮੈਂ ਬੰਗਲਾ ਤੇ ਨਹੀਂ ਹੈਗਾ। ਬਾਣੀ ਇਹੋ ਕਹਿੰਦੀ ਆ ਕਿ ਤੂੰ ਬੰਗਲਾ ਹੈਗਾ ਵਾ ਤੇ ਭਰਮ ਦੇ ਵਿੱਚ ਤੂੰ ਜਿਹੜਾ ਜੀਵਨ ਬਤੀਤ ਕਰ ਰਿਹਾ ਤੂੰ ਪਛਤਾਵੇਂਗਾ। ਕਿਉਂਕਿ ਤੂੰ ਕਿਹਨੂੰ ਧੋਖਾ ਦੇ ਰਿਹਾ? ਤੂੰ ਲੋਕਾਂ ਨੂੰ ਥੋੜੀ ਧੋਖਾ ਦੇ ਰਿਹਾ ਬੇਵਕੂਫਾ, ਤੂੰ ਆਪਣੇ ਆਪ ਨੂੰ ਧੋਖਾ ਦੇ ਰਿਹਾ। ਕਿਉਂਕਿ ਵਫਾਦਾਰ ਨਹੀਂ ਗਾ ਆਪਣੇ ਆਪ ਦੇ ਨਾਲ। ਜਿਸ ਤੱਕ ਮੈਂ ਆਪਣੇ ਨਾਲ ਨਿਜਤਾ, ਜਦੋਂ ਮੈਂ ਆਪਣੇ ਨਾਲ ਵਫਾਦਾਰ ਹੀ ਨਹੀਂ ਹੈਗਾ ਤੇ ਮੈਂ ਕਿਸੇ ਦਾ ਕੀ ਬਣੂੰਗਾ? ਦੱਸੋ, ਮੈਂ ਕੀ ਬਣੂੰਗਾ? ਧੀਆਂ ਪੁੱਤਾਂ ਦਾ ਭੈਣ ਭਰਾ। ਆਪਣੇ ਤੋਂ ਵੱਡਾ ਮੂਰਖ ਕੌਣ ਹੋ ਸਕਦਾ? ਜੇ ਆਪਾਂ ਆਪਣੇ ਤੇ ਵਫਾਦਾਰ ਨਹੀਂ ਹੈਗੇ ਤੇ ਦੂਸਰੇ ਤੇ ਵਫਾਦਾਰ ਹੋ ਹੀ ਨਹੀਂ ਸਕਦੇ। ਆਪਣੇ ਤੇ ਨਹੀਂ ਹੈਗੇ ਤੇ ਦੂਜੇ ਤੇ ਕਿਵੇਂ ਵਫਾਦਾਰ ਹੋ ਸਕਦੇ ਆਪਾਂ? ਤੇ ਜਿਹੜਾ ਮੈਂ ਬਾਹਰੋਂ ਪੇਜ ਚੇਂਜ ਕਰਨੇ ਨਿਜਤਾ, ਮੈਂ ਫਿਰ ਇਹਦਾ ਮਤਲਬ ਮੈਂ ਲੋਕਾਂ ਨੂੰ ਥੋੜੀ ਦਿਖਾਉਣਾ ਤੇ ਮੈਂ ਆਪਣੇ ਮਨ ਨੂੰ ਬੇਵਕੂਫ ਬਣਾਉਣ ਦੇ ਲਈ, ਆਪਣੇ ਆਪ ਨੂੰ ਬੇਵਕੂਫ ਬਣਾਉਣ ਲਈ ਇਹ ਜਿਹੜੀ ਇਹ ਕਰ ਰਹੇ ਹਾਂ, ਹਨਾ? ਬਿਲਕੁਲ ਪਖੰਡ ਕਰਦਾ। ਤੇ ਕਿਸੇ ਦੀ ਤੇ ਗੱਲ ਹੀ ਨਹੀਂ ਹੋ ਰਹੀ। ਸਾਧ ਸੰਗਤ ਜੀ, ਕਿਤੇ ਨਾ ਸੋਚਿਓ ਕਿ ਸੰਸਾਰ 'ਚ ਲੋਕਾਂ ਦੀ ਗੱਲ ਹੋਈ ਆ। ਗੱਲ ਹਮੇਸ਼ਾ ਸਾਡੀ ਹੋਈ ਆ, ਆਪਣੀ ਗੱਲ ਹੋਈ ਆ। ਇਸ ਲਈ ਬਾਣੀ ਨੇ ਕਿਹਾ ਕਿ ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ। ਦੂਜੀ ਦੀ ਤੇ ਗੱਲ ਹੀ ਨਾ ਕਰੋ। ਆਪਣੇ ਤੇ ਲਿਆਓਗੇ ਤਾਂ ਕੁਝ ਹੋ ਸਕਦਾ ਵਾ, ਫਿਰ ਤੇ ਵਰਕਆਊਟ ਵੀ ਕੀਤਾ ਜਾ ਸਕਦਾ। ਹਾਂਜੀ ਨਿਜਰ ਸਾਹਿਬ, ਅੱਗੇ ਚਲੀਏ। ਉਹ ਕਹਿੰਦੇ ਕਿ ਮਹਾਰਾਜ ਕਹਿੰਦੇ ਤੂੰ ਕਵਨ ਕੁਮਤ ਭਰਮ ਲਾਗਾ। ਕਹਿੰਦੇ ਭਰਮ ਦੇ ਵਿੱਚ, ਧੋਖੇ ਦੇ ਵਿੱਚ ਜਿਹੜਾ ਹੈਗਾ, ਤੂੰ ਕਿਹੜੀ ਭੈੜੀ ਮੱਤ ਲਈ ਹੋਈ ਆ? ਭੈੜੀ ਮੱਤ ਕਹਿ ਰਹੇ ਆ। ਕਿਹੜੀ ਭੈੜੀ ਮੱਤ? ਪਾਪਾਂ ਵਾਲੀ ਮੱਤ ਤੂੰ ਲੈ ਲਈ ਆ, ਜੰਮਪੁਰੇ ਜਾਣ ਵਾਲੀ ਮੱਤ ਲੈ ਲਈ ਆ, ਵਾਪਸ ਜੂਨਾਂ ਦੇ ਵਿੱਚ ਜਾਣ ਵਾਲੀ ਮੱਤ ਲੈ ਲਈ ਆ ਤੂੰ। ਚੇਤ ਰਾਮ ਨਾ ਹੀ ਜੰਮਪੁਰੇ ਜਾਏਗਾ, ਨਹੀਂ ਤਾਂ ਜੰਮਪੁਰੇ ਜਾਏਗਾ ਤੂੰ। ਜਿਸ ਤਰ੍ਹਾਂ ਤੂੰ ਚੱਲ ਰਿਹਾ ਆ ਉਹ ਸਿੱਧਾ ਜੰਮਪੁਰੇ ਨੂੰ ਜਾ ਰਿਹਾ ਰਸਤਾ, ਜਿਸ ਰਸਤੇ ਤੇ ਤੂੰ ਹੈਗਾ ਆ। ਤੂੰ ਨਹੀਂ ਰੁਕ ਰਿਹਾ, ਕਿਸੇ ਦੀ ਗੱਲ ਸੁਣਦਾ ਹੀ ਨਹੀਂ ਹੈ, ਜਨ ਵਿਚ ਰਿਹਾ ਤੂੰ। ਬਿਲਕੁਲ ਅਨੁਰੋਧ ਤੈਨੂੰ ਕਿਸੇ ਕਿਸਮ ਦਾ ਜਿਹੜਾ ਰੁਕਾਵਟ ਹੈ ਹੀ ਨਹੀਂ ਤੇਰੀ। ਤੂੰ ਤਾਂ ਗੱਲ ਸੁਣਦਾ ਹੀ ਨਹੀਂ ਹੈ, ਨਾ ਤੂੰ ਆਪਣੇ ਰਸਤੇ ਤੋਂ ਹਿਲਦਾ ਹੈ। ਰਹਾਓ। ਹਾਂਜੀ ਵੀਰ ਜੀ, ਆਓ ਆ ਦੇ ਵੇਖ ਲੋ ਅੱਗੇ ਕੁਮਤ ਆ ਗਈ ਨਾ। ਤੇ ਭਰਮ ਲਾਗਾ। ਕੁਮਤ ਦਾ ਮਤਲਬ ਤੁਹਾਨੂੰ ਪਤਾ ਹੀ ਹੈ, ਘਟੀਆ ਬੁੱਧੀ। ਘਟੀਆ ਬੁੱਧੀ ਤੇ ਕਹਿੰਦੀ ਚਰਨਜੀਤ ਪੈ ਚੁੱਕ ਤੇਰੇ ਹੀ। ਪਰਾਇਆ ਰੂਪ, ਪਰਾਇਆ ਰੰਗ, ਪਰਾਈ ਸਾਰਾ ਕੁਝ ਤੂੰ ਹੰਡਾਉਂਦਾ। ਪਰ ਤੈਨੂੰ ਪਤਾ ਹੈ ਨਾ ਕਿ ਇਹਦੇ ਕਰਕੇ, ਭਰਮ ਦੇ ਕਰਕੇ ਤੈਨੂੰ ਕਿੰਨੀ ਪ੍ਰੋਬਲਮ ਹੋਈ। ਤੇ ਤੂੰ ਪਛਤਾਵੇਂਗਾ। ਪਰ ਇਹਦੇ ਤਪਸਤਾਨੇ से क्या फायदा जब चिड़िया चुगी खेत। इससे तेरे कोई सवाल ही नहीं है और तू ऑलरेडी बहुत ज्यादा डैमेज कर लिया। बिल्कुल। और जो ਤੁਹਾਨੂੰ ਪਤਾ ਹੈ ਨਾ, ਇਸ ਤਰੀ ਕੋਈ ਚੀਜ਼ ਆਪਾਂ ਜਾਂ ਤੇ ਸ਼ੁਰੂ ਤੋਂ ਹੀ ਚੰਗੀ ਬਣਾਈ ਹੈ ਤੇ ਜੇ ਇਹ ਬਣ ਗਈ ਆ ਮੁੜ ਕੇ ਉਹਨੂੰ ਸਹੀ ਕਰਨਾ ਕਿ ਆਸਾਨ ਹੈ। ਆਪ ਜਸਟ ਇੱਕ ਜਸਟ ਚੀਜ਼ ਸੋਚੋ। ਇਸ ਲਈ ਕਹਿੰਦੇ ਕਿ ਇਤਿਹਾਸ ਗੁਰੂਕੁਲ ਇਸ ਲਈ ਬਣਾਏ ਸਨ ਕਿ ਛੋਟੇ ਹੁੰਦੇ ਹੀ ਤੁਹਾਡੇ ਅੰਦਰ ਗਿਆਨ ਹੋ ਜਾਏ। ਕਿਉਂਕਿ ਤੁਸੀਂ ਸੰਸਾਰ 'ਚ ਜਾਣਾ ਹੈ, ਸੰਸਾਰ ਨੇ ਤੁਹਾਡੇ ਤੇ ਪ੍ਰਭਾਵ ਪਾਉਣਾ ਹੈ। ਗੁਰੂਕੁਲ ਇਸ ਲਈ ਹੁੰਦੇ ਸੀ ਛੋਟੇ ਬੱਚੇ ਨੂੰ ਹੀ ਕਾਮ ਤੋਂ, ਕ੍ਰੋਧ ਤੋਂ, ਲੋਭ ਤੋਂ, ਮੋਹ ਤੋਂ, ਹੰਕਾਰ ਬਾਰੇ ਚੰਗੀ ਤਰ੍ਹਾਂ ਗਿਆਨ ਪਾਉਂਦੇ ਸਨ। ਉਹ ਸੰਸਾਰ ਚੱਲਿਆ ਪਰ ਇਹਦੀ ਇਹ ਨਾ ਕਮੀ ਕਿ ਤੈਨੂੰ ਗਿਆਨ ਨਹੀਂ ਮਿਲਿਆ। ਜਾਣਾ ਤੈਨੂੰ ਉੱਥੇ ਸੰਸਾਰ 'ਚ ਹੀ ਪੈਣਾ ਹੈ। ਸਾਨੂੰ ਵੀ ਸੰਸਾਰ 'ਚ ਹੀ ਹੋਣਾ ਪੈਣਾ। ਤੁਸੀਂ ਸਮਾਧੀ ਲਾ ਲਓ, ਕੀ ਕਰੋਗੇ? ਸਮਾਧੀ ਲਾਏ ਆਉਣਾ ਸੰਸਾਰ 'ਚ ਹੀ ਪੈਣਾ ਹੈ। ਇਹਦਾ ਜੰਗਲਾਂ 'ਚ ਬਹਿ ਕੇ ਭਗਤੀ ਕਰਦੇ ਉਹਦਾ ਕੋਈ ਕੀਮਤ ਨਹੀਂ ਹੈਗੀ। ਸੰਸਾਰ ਦੇ ਵਿੱਚ ਤੇ ਨਿਸ਼ਚਿਤ ਰਸਤਾ ਹੀ ਸੰਸਾਰ 'ਚ ਆਓ। ਉਹ ਟੈਸਟ ਤਾਂ ਸੰਸਾਰ 'ਚ ਹੀ ਹੋਣਾ ਨਾ। ਜਿਹੜੀ ਬੈਰੀਅਰ ਪਾਸ ਕਰਨੀ ਆ, ਉਹ ਬੈਰੀਅਰ ਤਾਂ ਸੰਸਾਰ ਦੇ ਵਿੱਚ ਹੀ ਪਤਾ ਲੱਗਣੀ ਹੈ। ਕਾਮ, ਕ੍ਰੋਧ, ਲੋਭ, ਮੋਹੰਕਾਰ ਵਾਲੀ ਬੈਰੀਅਰ। ਹਾਂਜੀ ਵੀਰ। ਹਾਂ ਠੀਕ ਹੈ ਜੀ। ਉਹ ਕਹਿੰਦੇ ਕਿ ਜਿੱਦਾਂ ਤੇਰੀ ਐਗਜ਼ਾਮੀਨੇਸ਼ਨ ਹੈ, ਆਪਾਂ ਪੜ੍ਹਾਈ ਕਰਦੇ ਤੇ ਪੜ੍ਹਾਈ ਕਰਕੇ ਮੁੜ ਕੇ ਇਮਤਿਹਾਨ ਲੈਂਦੇ। ਇਮਤਿਹਾਨ ਤੇ ਸੰਸਾਰ 'ਚ ਹੋਣਾ ਵਾ। ਇਸ ਲਈ ਤੇ ਆਪਣੇ ਵੇਖੋ ਸਾਰੇ ਗੁਰੂਆਂ ਨੇ ਵਿਆਹ ਕਰਾਏ ਕਿਉਂਕਿ ਹੁਣ ਸਾਹਮਣੇ ਫਰਜ਼ ਆ ਗਿਆ, ਧਰਮ ਆ ਗਿਆ। ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਧਰਮ ਪ੍ਰਗਟ ਹੋ ਗਿਆ। ਬੱਚੇ ਹੈਗੇ ਨੇ, ਇਹ ਨਹੀਂ ਕਿ ਮਾੜੇ ਬੱਚੇ ਨੇ, ਵਧੀਆ ਬੱਚੇ ਨੇ, ਪਰ ਉਸ ਡਿਊਟੀ ਲਈ ਉਹ ਉਹਨੇ ਕੁਆਲੀਫਾਈਡ ਨਹੀਂ ਨੇ।
ਗੁਰੂ ਨਾਨਕ ਪਾਤਸ਼ਾਹ ਨੇ ਕੀ ਕੀਤਾ ਫਿਰ? ਧਰਮ ਦੇ ਅਨੁਸਾਰ ਜੀਵਨ ਬਤੀਤ ਕੀਤਾ। ਸਾਡੇ ਤੁਹਾਡੇ ਨੂੰ ਗੱਲਾਂ ਮਾਰਨੀਆਂ ਬੜੀਆਂ ਆਸਾਨ ਆ, ਪਰ ਧਰਮ ਤੇ ਫਿਰ ਧਰਮ ਦਾ ਤਾਂ ਮਤਲਬ ਹੀ ਆ। ਧਰਮ ਤੇ ਉਹ ਕਹਿੰਦੇ ਕੰਜਰ ਤੇ ਕਿਤੇ ਵਾਲੋ ਨਹੀਂ ਕੀ। ਫਿਰ ਉੱਥੇ ਇਮਤਿਹਾਨ ਤੋਂ ਪਾਸ ਹੋਏ ਨੇ, ਐਸੇ ਪਾਸ ਹੋਏ ਨੇ, ਇਹਨਾਂ ਦੇ ਅੰਦਰ ਅਵਸਥਾ ਹੈ, ਇੰਨਾ ਗਰਾਊਂਡ ਵਰਕ ਹੋ ਗਿਆ। ਫਿਰ ਭਾਈ ਲਹਿਣਾ ਜੀ ਨੂੰ ਦੇਖ ਕੇ ਡਿਊਟੀ ਕਹਿੰਦਾ ਕਿ ਇਹ ਜਿਹੜਾ ਇਨਸਾਨ ਹੈ ਇਹਨਾਂ ਨੂੰ ਮੈਂ ਦੇਤੀ, ਹੁਣ ਜ਼ਿੰਮੇਵਾਰੀ ਦੇਤੀ ਹੈ, ਅਗਲਾ ਜਿਹੜਾ ਜੋ ਵੀ ਪ੍ਰੋਗਰਾਮ ਹੈ ਇਹ ਕੰਟੀਨਿਊ ਕਰਨਗੇ। ਫਿਰ ਵੇਖੋ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਉਹ ਚੀਜ਼ ਡਿਊਟੀ ਸਾਡੇ ਤੋਂ ਖੋ ਵੀ ਲਈ ਉਹਨਾਂ ਨੇ, ਕਹਿੰਦੇ ਹੁਣ ਲੋੜ ਨਹੀਂ ਹੈ ਕਿਉਂਕਿ ਗਿਆਨ ਬਹੁਤ ਹੋ ਗਿਆ, ਹੁਣ ਨਹੀਂ ਲੋੜ ਤੁਹਾਨੂੰ, ਕਿਉਂਕਿ ਗਿਆਨ ਤੁਹਾਨੂੰ ਡਾਇਰੈਕਟ ਦੇਤਾ ਵਾ, ਸਾਰਾ ਕੁਝ ਦੇਤਾ ਵਾ, ਲਿਖ ਦਿੱਤਾ ਵਾ ਆਲਰੇਡੀ, ਗੁਰੂਆਂ ਨੇ ਲਿਖਤਾ ਵਾ, ਸਥਾਪਨਾ ਕਰਤੀ ਹੈ, ਇਹਨੂੰ ਪੜ੍ਹ ਲਓ। ਇਹਨੂੰ ਬਾਣੀ ਨੂੰ ਪੜੋਗੇ, ਬੋਲੋਗੇ, ਪੜੋਗੇ, ਇਹਨੂੰ ਸਮਝੋ। ਬਿਲਕੁਲ ਸਹੀ। ਫਿਰ ਆਪਾਂ ਨੂੰ ਸਮਝਿਆ ਨਹੀਂ, ਆਪਾਂ ਹੁਣ ਬਾਣੀ ਦੱਸੋ ਮੈਨੂੰ, ਬਾਣੀ ਦੇ ਵਿੱਚ ਅਸਲ ਦੇ ਵਿੱਚ ਬਾਣੀ ਕੀ ਕਹਿਣਾ ਚਾਹੁੰਦੀ ਆ? ਤੁਸੀਂ ਪੜਿਆ ਤੇ ਹਜ਼ਾਰਾਂ ਵਾਰੀ ਹੋਊਗਾ, ਬਾਣੀ ਜੋ ਹੁਣ ਕਹਿਣਾ ਚਾਹੁੰਦੀ ਉਹਦੇ ਅਰਥ ਬਹੁਤ ਉੱਚੇ ਹੁੰਦੇ ਨੇ। ਬਾਣੀ ਸਾਨੂੰ ਜੋ ਸਮਝਾਉਣਾ ਚਾਹੁੰਦੀ ਹੈ ਉਹ ਅੱਖਰਾਂ ਦੇ ਰਾਹੀਂ ਸਮਝਾਉਂਦੀ ਹੈ ਕਿ ਅਸੀਂ ਆਪਣੇ ਜੀਵਨ ਨੂੰ ਕਿੱਦਾਂ ਉਸ ਪਰਮ ਜੀਵਨ ਦੇ ਵੱਲ ਲੈ ਕੇ ਜਾਣਾ। ਆਪ ਜਸਟ ਸੋਚੋ, ਉਸ ਜੀਵਨ ਦੀ ਕੋਈ ਕੀਮਤ ਨਹੀਂ ਹੈਗੀ, ਪ੍ਰਮਾਤਮਾ ਦੀ ਕੋਈ ਕੀਮਤ ਨਹੀਂ ਹੈਗੀ, ਉੱਥੇ ਫ੍ਰੀ ਚ ਮਿਲਦੇ ਆ, ਪਰ ਉਹਦੇ ਵਰਗਾ ਸੁੱਖ ਦੁਨੀਆ ਤੇ ਕੋਈ ਨਹੀਂ। ਉਹ ਐਸੀ ਸ਼ਕਤੀ ਹੈ, ਜਦੋਂ ਤੁਸੀਂ ਉਹਦੀ ਗੋਦੜੀ ਚ ਚੱਲ ਜਾਓਗੇ, ਉਹਦੇ ਪੈਰਾਂ ਚ ਆਪਣਾ ਛੋਟੀ ਨੂੰ ਕਾਬਰ ਕਰ ਲਓਗੇ ਤੇ ਤੁਹਾਡੇ ਅੰਦਰ ਇੱਛਾ ਖਤਮ ਹੋ ਜਾਏ। ਇਹ ਸੰਸਾਰ ਦੀ ਕੋਈ ਪਦਾਰਥ ਦੀ ਇੱਛਾ ਨਹੀਂ ਰਵੇ। ਹਾਂ, ਤੁਸੀਂ ਕਾਰੋਬਾਰ ਕਰੋ, ਫੈਕਟਰੀਆਂ ਦੇ ਮਾਲਕ ਬਣ ਜਾਓ, ਕੋਠੀਆਂ ਬਣਾਈ ਜਾਓ, ਪਰ ਹੁਣ ਅੰਦਰ ਇੱਛਾ ਨਹੀਂ ਹੈਗੀ। ਇਸ ਲਈ ਕਹਿੰਦੇ ਨੇ ਕਿ ਕੁਮਤ ਤੁਹਾਨੂੰ ਪਤਾ ਹੀ ਹੈ ਨਾ, ਜਿਹੜੀ ਸਾਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੱਲ ਲੈ ਕੇ ਜਾਂਦੀ ਹੈ, ਜਿਹੜੀ ਕਹਿੰਦੀ ਹੈ ਕਿ ਮਾੜੇ ਕੰਮ, ਸਾਡੀ ਮਦਦ ਕਰਦੀ ਹੈ, ਸਾਡੇ ਮਨ ਨੂੰ ਸਮਝਾਉਂਦੀ ਹੈ। ਛੋਟਾ ਜਿਹਾ ਬੱਚਾ ਹੈਗਾ, ਉਹਨੂੰ ਕਹਿੰਦੀ ਆ ਵੀ ਆ ਚੱਲੀਏ ਫਲਾਣਾ ਕੰਮ ਕਰਕੇ, ਮਾੜਾ ਕੰਮ, ਚਾਹੇ ਉਹ ਕਾਮ ਦਾ ਹੈ, ਕ੍ਰੋਧ ਦਾ ਹੈ, ਲੋਭ ਦਾ ਹੈ, ਮੋਹ ਦਾ ਹੈ, ਜਾਂ ਹੰਕਾਰ ਦਾ ਹੈ, ਜਾਂ ਰਾਗ ਜਾਂ ਦਵੈਤ, ਇਹ ਕੌਣ ਸਾਨੂੰ ਸਮਝਾਉਂਦਾ ਹੈ? ਨਿਜ ਸਭ ਕੁਮਾਤੀ ਸਮਝਾਉਂਦੀ ਹੈ। ਬਿਲਕੁਲ। ਤੇ ਵਿਵੇਕ ਕੀ ਕਹਿੰਦਾ ਹੈ? ਸਾਨੂੰ ਚੁੱਕਦਾ ਉਹ, ਕੁਮਾਤ ਨਹੀਂ ਚੁੱਕਦੀ। ਕੁਮਾਤ ਤੇ ਕਹਿੰਦੀ ਆ ਕਿ ਆਹ ਕੰਮ ਕਰ ਦੇ, ਉਹਦਾ ਪ੍ਰਮਾਣ ਨਹੀਂ ਸੋਈ। ਪਰ ਜਿਹੜਾ ਵਿਵੇਕ ਆ, ਵਿਵੇਕ ਐਕਟਿਵ ਮਸ਼ੀਨ ਹੈ, ਉਹ ਕਹਿੰਦਾ ਚਰਨਜੀਤ ਤੂੰ ਚੋਰੀ ਕਰੇਗਾ ਕਰ ਲਾ, ਪਰ ਤੂੰ ਇੱਥੇ ਸੰਸਾਰ ਤੋਂ ਬਚ ਜਾਏਗਾ, ਪਰ ਕੀ ਪ੍ਰਮਾਤਮਾ ਦੇ ਘਰ ਤੋਂ ਤੂੰ ਬਚ ਜਾਏਗਾ? ਤੂੰ ਚੋਰੀ ਕੀਤੀ। ਉਹ ਨਹੀਂ ਸੋਚਦਾ ਕਿ ਧਰਮਰਾਜ ਦੇ ਬਾਰੇ ਕੀ ਸੁਣਿਆ ਨਹੀਂ, ਗ੍ਰੰਥਾਂ ਚ ਲਿਖਿਆ ਕਿ ਧਰਮਰਾਜ ਨੂੰ ਕੀ ਸ਼ਕਤੀ ਹੈ, ਔਰ ਬੰਦੇ ਨੂੰ ਉਹ ਵਹਿੰਦੀ ਆਵਾਜ਼ ਕਰ ਰਹੀ ਹੈ। ਤੂੰ ਨਹੀਂ ਕਹਿੰਦਾ ਕਿ ਜਿੱਦਾਂ ਪੁਲਿਸ ਵਹਿੰਦੀ ਪਈ ਹੈ, ਇਹ ਪ੍ਰਕਿਰਤੀ ਨੂੰ ਵੇਖਣ ਵਾਸਤੇ ਕੋਈ ਸ਼ਕਤੀ ਬੈਠੀ ਹੈ, ਜੀਵਾਂ ਦੇ ਉੱਤੇ ਜਿਹੜਾ ਕੰਟਰੋਲ ਕਰ ਰਹੀ ਹੈ, ਤੇ ਜੀਵਾਂ ਨੂੰ ਵਹਿੰਦੀ ਹੈ। ਕੋਈ ਜੈਸੇ ਜੀਵ ਕਰਮ ਕਰਦਾ, ਉਹ ਫਿਰ ਉਹਦਾ ਰਿਜ਼ਲਟ ਕੱਢ ਕੇ ਉਹਨੂੰ ਉਸੇ ਤਰ੍ਹਾਂ ਦਾ ਹੀ ਜੀਵਾਂ ਦੇ ਰਹੀ ਹੈ। ਪ੍ਰਕਿਰਤੀ ਚੱਲਣ ਤੇ ਇਸੇ ਤਰ੍ਹਾਂ ਰਹੀ ਹੈ, ਹੋਰ ਕੋਈ ਪ੍ਰਕਿਰਤੀ ਸਾਡੇ ਤੋਂ ਵੱਖ ਥੋੜੀ ਹੈਗੀ ਹੈ। ਬਿਲਕੁਲ। ਹਾਂਜੀ, ਠੀਕ ਹੈ ਨਿਜਰ ਸਾਹਿਬ, ਅੱਗੇ ਚਲੀਏ। ਬਾਲ ਵਿਨੋਦ ਚਿੰਦ ਰਸ ਲਾਗਾ, ਖਿਨ ਖਿਨ ਮੋਹ ਵਿਆਪੈ। ਆ ਸ਼ੁਰੂ ਹੋ ਗਿਆ, ਦੇਖ ਲਓ ਹੁਣ ਬਚਪਨ ਤੋਂ। ਕਹਿੰਦੇ ਬਚਪਨ ਦੇ ਵਿੱਚ ਤੂੰ ਕੀ ਕਰ ਰਿਹਾ ਸੀਗਾ? ਬਚਪਨ ਦੇ ਖੇਡਾਂ ਦੇ ਵਿੱਚ ਲੱਗਿਆ ਹੋਇਆ ਸੀ। ਵਿਨੋਦ ਜਿਹੜਾ ਚਿੰਦ ਰਸ ਕਹਿੰਦੇ ਆ, ਜਿਹੜਾ ਹੈਗਾ ਖਿਡੌਣਿਆਂ ਦੇ ਨਾਲ, ਖਿਡੌਣਿਆਂ ਦੇ ਰਸ ਦੇ ਵਿੱਚ ਲੱਗਿਆ ਹੋਇਆ ਸੀ ਬਚਪਨ ਦੇ ਵਿੱਚ ਤੂੰ। ਖਿਨ ਖਿਨ ਮੋਹ ਵਿਆਪੈ, ਔਰ ਤੈਨੂੰ ਮੋਹ, ਉਹਨਾਂ ਦੇ ਨਾਲ ਮੋਹ ਪਈ ਜਾ ਰਿਹਾ ਸੀ, ਮੋਹ ਤੇਰਾ ਵਧੀ ਜਾ ਰਿਹਾ ਸੀਗਾ। ਫਿਰ ਉਸ ਤੋਂ ਅੱਗੇ ਰਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ, ਤਉ ਪੰਚ ਪ੍ਰਗਟ ਸੰਤਾਪੈ। ਫਿਰ ਕਹਿੰਦੇ ਕੀ ਕੀਤਾ ਤੂੰ? ਰਸ ਕਹਿੰਦੇ ਦੁਨੀਆ ਦੇ ਰਸ, ਮਿਸ ਕਹਿੰਦੇ ਮਿਸ਼ਟ, ਮਿੱਠੇ, ਰਸ ਮਿਸ਼ਟ, ਮੇਦ ਅੰਮ੍ਰਿਤ ਬਿਖ ਚਾਖੀ। ਮੇਦ ਕਹਿੰਦੇ ਪਵਿੱਤਰ, ਅੰਮ੍ਰਿਤ ਕਹਿੰਦੇ ਇਹਨਾਂ ਨੂੰ ਪਵਿੱਤਰ ਸਮਝ ਲਿਆ ਤੂੰ। ਦੁਨੀਆ ਦੇ ਰਸ ਤੇ ਮਿੱਠੇ ਜਿਹੜੇ ਹੈਗੇ ਰਸ, ਜਿਹੜੇ ਹੈਗੇ ਇਹ ਜਿਹੜੇ, ਇਹਨਾਂ ਨੂੰ ਤੂੰ ਪਵਿੱਤਰ ਸਮਝ ਲਿਆ, ਅੰਮ੍ਰਿਤ ਸਮਝ ਕੇ ਇਹ ਜ਼ਹਿਰ ਜਿਹੜੀ ਇਹ ਚੱਖਦਾ ਰਹਿ ਗਿਆ। ਰਸ ਮਿਸ਼ਟ ਮੇਦ ਅੰਮ੍ਰਿਤ ਬਿਖ ਚਾਖੀ, ਅੰਮ੍ਰਿਤ ਸਮਝ ਕੇ ਬਿਖ ਹੀ ਖਾਂਦਾ ਰਿਹਾ। ਤੇ ਫਿਰ ਇਹਦੇ ਨਾਲ ਕੀ ਹੋਇਆ? ਜਦ ਸਵਾਦ, ਜਿੰਨੇ ਵੀ ਐਕਸਟਰਾ ਆਪਾਂ ਨੇ ਭੋਗ ਕਿਤੇ ਸਵਾਦ ਲਿਆ ਸਾਰੇ, ਤੇ ਖਾਣਾ ਖੁਰਾਕ ਜਿਹੜੀ ਲਈ, ਤੇ ਉਹਦੇ ਨਾਲ ਕੀ ਹੋਇਆ? ਤਉ ਪੰਚ ਪ੍ਰਗਟ ਸੰਤਾਪੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਪ੍ਰਗਟ ਹੋ ਗਏ ਤੇਰੇ ਅੰਦਰ, ਸੰਤਾਪਣ ਲੱਗ ਗਏ ਤੈਨੂੰ, ਦੁਖੀ ਕਰਨ ਲੱਗ ਪਏ ਤੈਨੂੰ, ਖਿੱਚਾਂ ਪੈ ਗਈਆਂ ਤੈਨੂੰ। ਬਚਪਨ ਛੱਡ ਕੇ ਜਿਹੜਾ ਹੈਗਾ ਜਵਾਨੀ ਚ ਪ੍ਰਵੇਸ਼ ਹੋ ਗਿਆ ਤੇਰਾ। ਜਪ ਤਪ ਸੰਜਮ ਛੋੜ ਸੁਕ੍ਰਿਤ ਮਤ, ਰਾਮ ਨਾਮ ਨਾ ਆਰਾਧਿਆ।
ਫਿਰ ਤੂੰ ਜਪ ਤਪ ਸੰਜਮ ਜਿਹੜਾ ਹੈਗਾ ਇਹ ਚੰਗੀ ਸੁਕ੍ਰਿਤ ਕਰਨੀ ਜਿਹੜੀ ਹੈਗੀ ਆ ਇਹ ਛੱਡ ਦਿੱਤੀ ਤੂੰ, ਤੇ ਰਾਮ ਨਾਮ ਦਾ ਆਰਾਧਨਾ ਨਹੀਂ ਕੀਤਾ, ਪਰਮੇਸ਼ਰ ਦਾ ਨਾਮ ਧਿਆਨ ਸਿਮਰਨ ਭਗਤੀ ਨਹੀਂ ਕੀਤੀ। ਉਛਲਿਆ ਕਾਮ, ਤੇਰੇ ਅੰਦਰ ਸੈਕਸ ਪ੍ਰਗਟ ਹੋ ਗਿਆ, ਕਾਲ ਮਤ ਲੱਗੀ, ਕਾਲ ਨੇ ਜਿਹੜੀ ਹੈਗੀ ਕਾਲ ਦੀ ਮਤ ਆ ਗਈ ਤੇਰੇ ਕੋਲ। ਤੋ ਆਨ ਸਕਤ ਗਲ ਬਾਂਧਿਆ, ਤੂੰ ਜਿਹੜਾ ਸਕਤ ਕਹਿੰਦੇ ਆ ਇਸਤਰੀ, ਤੂੰ ਇਸਤਰੀ ਲਿਆ ਕੇ ਜਿਹੜਾ ਹੈਗਾ ਆਪਣੇ ਗਲ ਨਾਲ ਬੰਨ ਲਈ, ਕਾਮ ਦੇ ਵਿੱਚ ਚਲਾ ਗਿਆ। ਹਾਂਜੀ ਗੋਰਖੀ ਸਾਹਿਬ। ਹਾਂਜੀ ਨਿਜਰ ਸਾਹਿਬ ਪਹਿਲੀ ਤੋਂ ਬੋਲ ਦੋ। ਬਾਲ ਵਿਨੋਦ ਚਿੰਦ ਰਸ ਲਾਗਾ, ਚਿੰਦ ਕਹਿੰਦੇ ਖਿਡੌਣਿਆਂ ਦੇ ਰਸ ਦੇ ਵਿੱਚ ਲੱਗਿਆ ਸੀ ਬਚਪਨ ਦੇ ਵਿੱਚ। ਖਿਨ ਖਿਨ ਮੋਹ ਵਿਆਪੈ, ਔਰ ਤੈਨੂੰ ਮੋਹ ਜਿਹੜਾ ਖਿਨ ਖਿਨ ਮੋਹ ਲੱਗ ਰਿਹਾ ਸੀ, ਇਹ ਮੋਹ ਵਧੀ ਜਾ ਰਿਹਾ ਸੀ ਤੇਰਾ। ਔਰ ਫਿਰ ਜਿਹੜਾ ਹੈਗਾ ਰਸ ਮਿਸ ਮੇਦ ਅੰਮ੍ਰਿਤ ਵਿਖ ਚਾਖੀ, ਰਸ ਕਹਿੰਦੇ ਦੁਨਿਆਵੀ ਰਸ ਜਿਹੜੇ ਸਾਰੇ ਖਾਣ ਦੇ ਪੀਣ ਦੇ ਰਸ ਸਾਰੇ, ਇਹਨਾਂ ਨੂੰ ਮਿੱਠਾ ਸਮਝ ਕੇ ਤੂੰ ਜਿਹੜਾ ਹੈਗਾ ਪਵਿੱਤਰ ਸਮਝ ਕੇ, ਮੇਦ ਮਤਲਬ ਪਵਿੱਤਰ, ਤੇ ਅੰਮ੍ਰਿਤ ਸਮਝ ਕੇ ਤੇ ਜ਼ਹਿਰ ਹੀ ਚੱਖਦਾ ਰਹਿ ਗਿਆ, ਇਹਨੂੰ ਐਕਸਟਰਾ ਆਪਣੇ ਅੰਦਰ ਲੈਂਦਾ ਰਹਿ ਗਿਆ। ਤਾਂ ਪੰਜ ਪ੍ਰਗਟ ਸੰਤਾਪੈ, ਪੰਜ ਜਿਹੜੇ ਤੇਰੇ ਅੰਦਰ ਪ੍ਰਗਟ ਹੋ ਗਏ, ਸੰਤਾਪਣ ਲੱਗ ਗਏ, ਦੁਖੀ ਕਰਨ ਲੱਗ ਪਏ। ਹਾਂਜੀ ਵੀਰ। ਹਾਂਜੀ ਠੀਕ ਹੈ ਜੀ। ਹੁਣ ਸਾਧ ਸੰਗਤ ਜੀ ਕਹਿੰਦੇ ਆ ਕਿ ਜਦੋਂ ਪਹਿਲਾਂ ਤੂੰ ਬਾਲ ਦੇ ਵਿੱਚ ਛੋਟੀ ਉਮਰ ਚ ਸਾਂ, ਤੂੰ ਇਹਨਾਂ ਖੇਡਾਂ ਖੂਡਿਆਂ ਚ ਫਸਿਆ ਰਿਹਾ ਹਨਾ। ਹਾਂ, ਮੋਹ ਦੇ ਵਿੱਚ, ਇਹਨਾਂ ਦਾ ਮੋਹ ਸੀ। ਹਾਂ, ਮੋਹ ਚ ਆ ਗਿਆ ਤੂੰ ਹਨਾ। ਮੋਹ ਦੇ ਵਿੱਚ ਹੁੰਦਾ ਕਿ ਛੋਟੇ ਬੱਚਿਆਂ ਨੂੰ ਵੇਖਿਆ ਨੀ ਤੁਸੀਂ, ਉਹ ਆਪਣੇ ਖਿਡੌਣੇ ਕਿਹਨੂੰ ਦਿੰਦੇ ਥੋੜੀ ਆ। ਨਾ, ਬਿਲਕੁਲ ਨਹੀਂ ਦਿੰਦੇ। ਸਰਾਣੇ ਮੇਰੀ ਆਵਾਜ਼ ਬਰਾਬਰ ਆ, ਮੇਰੀ ਆਵਾਜ਼ ਬਰਾਬਰ ਆ ਰਹੀ ਹੈ? ਹਾਂਜੀ ਠੀਕ ਹੈ, ਥੋੜੀ ਜਿਹੀ ਘੱਟ ਆ ਰਹੀ ਹੈ ਵੈਸੇ। ਹਾਂ ਪਰ ਦੱਸ ਦਿਆ ਕਰੋ ਨਾ। ਹੁਣ ਠੀਕ ਹੈ? ਦੇਖਿਓ, ਹੈਲੋ। ਹੁਣ ਹਾਂ, ਹੁਣ ਠੀਕ ਹੈ? ਹਾਂਜੀ ਹਾਂਜੀ। ਤੇ ਉਹ ਬੱਚਾ ਜਿਹੜਾ ਨਾ ਖਿਡੌਣਾ ਵੀ ਜਿਹੜਾ ਨਾ ਰਾਤ ਨੂੰ ਸੌਣ ਲੱਗੇ ਵੀ ਸਰਾਣੇ ਦੇ ਥੱਲੇ ਰੱਖ ਕੇ ਸੌਂਦਾ ਹੁੰਦਾ। ਹਾਂ, ਕਿ ਬੱਚਾ ਜਿਹੜਾ ਨਾ ਛੋਟੇ ਹੁੰਦਿਆਂ ਜਿਹੜਾ ਹੁੰਦਾ ਵਾ ਉਹ ਖਿਡੌਣਾ ਕਿਹਨੂੰ ਦਿੰਦਾ ਨਹੀਂ। ਤੇ ਉਸੇ ਤਰ੍ਹਾਂ ਜੀਵ ਆ, ਬਿਲਕੁਲ। ਤੇ ਜੀਵ ਵੀ ਮੋਹ ਦੇ ਵਿੱਚ ਆ ਕੇ ਫਿਰ ਉਹ ਚੀਜ਼ਾਂ ਤੇ ਕਬਜ਼ਾ ਕਰ ਲੈਂਦਾ, ਫਿਰ ਉਹਨਾਂ ਚੀਜ਼ਾਂ ਨੂੰ ਛੱਡਣਾ ਨਹੀਂ ਚਾਹੁੰਦਾ। ਪਰ ਜਿਵੇਂ ਜਿਵੇਂ ਮੋਹ ਵੱਧਦਾ ਜਾਂਦਾ ਤਿਵੇਂ ਉਹ ਚੀਜ਼ ਨੂੰ ਛੱਡਣਾ ਹੋਰ ਔਖਾ ਹੋ ਜਾਂਦਾ। ਠੀਕ ਹੈ ਜੀ, ਅਗਲੀ ਤੁਕ ਬੋਲੋ। ਰਸ ਮਿਸ ਮੇਦ ਅੰਮ੍ਰਿਤ ਵਿਖ ਚਾਖੀ, ਇਹ ਥੋੜਾ ਜਿਹਾ ਨਾ ਤੁਹਾਡੀ ਸਾਹ ਦੀ ਆਵਾਜ਼ ਆਉਣ ਲੱਗ ਗਈ। ਰਸ ਮਿਸ ਮੇਦ ਅੰਮ੍ਰਿਤ ਵਿਖ ਚਾਖੀ, ਤਉ ਪੰਚ ਪ੍ਰਗਟ ਸੰਤਾਪੈ, ਕਹਿੰਦੇ ਜਿਹੜੇ ਹੈਗੇ ਤੂੰ ਇਹ ਦੁਨੀਆ ਦੇ ਰਸ ਜਿਹੜੇ ਹੈਗੇ ਆ ਇਹ ਇਹਨਾਂ ਨੂੰ ਜਿਹੜਾ ਮਿੱਠੇ ਰਸ ਸਾਰੇ ਮਿੱਠਾ ਸਮਝ ਕੇ ਜ਼ਹਿਰ ਨੂੰ ਖਾਂਦਾ ਰਹਿ ਗਿਆ। ਕਹਿੰਦੇ ਇੰਨਾ ਪਵਿੱਤਰ ਅੰਮ੍ਰਿਤ ਸਮਝ ਲਿਆ ਤੂੰ, ਜ਼ਹਿਰ ਨੂੰ ਚੱਖਦਾ ਰਿਹਾ। ਤੇ ਫਿਰ ਤੇਰੇ ਅੰਦਰ ਜਿਹੜੇ ਹੈਗੇ ਪੰਜ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਪ੍ਰਗਟ ਹੋ ਗਏ। ਕਹਿੰਦੇ ਸੰਤਾਪਣ ਲੱਗ ਗਏ, ਦੁਖੀ ਕਰਨ ਲੱਗ ਪਏ ਤੈਨੂੰ। ਜਪ ਤਪ ਸੰਜਮ ਛੋੜ ਸੁਕ੍ਰਿਤ ਮਤ, ਰਾਮ ਨਾਮ ਨਾ ਆਰਾਧਿਆ, ਔਰ ਤੂੰ ਜਿਹੜਾ ਇਹਨਾਂ ਤੇ ਕਾਬੂ ਪਾਉਣ ਵਾਸਤੇ ਜਪ ਤਪ ਸੰਜਮ ਜਿਹੜਾ ਹੈਗਾ ਪ੍ਰੇਮਾ ਭਗਤੀ ਧਿਆਨ ਸਿਮਰਨ ਨਹੀਂ ਕੀਤਾ, ਸੁਕ੍ਰਿਤ ਜਿਹੜੀ ਚੰਗੀ ਕਰਨੀ। ਇਹ ਆਵਾਜ਼ ਨਹੀਂ ਆ ਰਹੀ ਕਲੀਅਰ ਨਿੱਤ ਸਾਹਿਬ। ਹਾਂਜੀ, ਤੁਹਾਡੀ ਆਵਾਜ਼ ਆ ਨਹੀਂ ਕਲੀਅਰ। ਅੱਛਾ ਨਹੀਂ ਨਿੱਜਰ ਸਾਹਿਬ ਤੁਹਾਡੀ ਆਵਾਜ਼ ਆ ਰਹੀ ਆ, ਉਹਨਾਂ ਦੇ ਨੈਟਵਰਕ ਦੀ ਪ੍ਰੋਬਲਮ ਹੈ। ਓਕੇ ਜੀ। ਜਪ ਤਪ ਸੰਜਮ ਛੋੜ ਸੁਕ੍ਰਿਤ ਮਤ, ਰਾਮ ਨਾਮ ਨਾ ਆਰਾਧਿਆ, ਕਹਿੰਦੇ ਜਪ ਤਪ ਸੰਜਮ ਜਿਹੜਾ ਹੈਗਾ ਤੂੰ ਛੱਡ ਕੇ ਇਹ ਸਭ ਤੋਂ ਚੰਗੀ ਮੱਤ ਸੀਗੀ ਤੇ ਧਿਆਨ ਸਿਮਰਨ ਨਹੀਂ ਕੀਤਾ ਤੂੰ। ਇਹਦੇ ਨਾਲ ਜਿਹੜੇ ਤੇਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੰਟਰੋਲ 'ਚ ਰਹਿਣੇ ਸੀਗੇ। ਉਛਲਿਆ ਕਾਮ, ਕਾਲ ਮਤ ਲਾਗੀ, ਤਉ ਆਨ ਸਕਤ ਗਲ ਬਾਂਧਿਆ, ਕਾਮ ਜਿਹੜਾ ਹੈਗਾ ਤੇਰਾ ਉਛਲਿਆ, ਜਦ ਕਾਮ ਨੇ ਪੂਰਾ ਜ਼ੋਰ ਪਾਇਆ ਤੇ ਕਾਲ ਦੀ ਮਤ ਆ ਗਈ ਤੇਰੇ, ਕਾਮ ਜਿਹੜਾ ਹੈ ਤੇਰੇ ਤੇ ਛਾ ਗਿਆ ਤੇ ਤੂੰ ਜਿਹੜਾ ਹੈਗਾ ਇਸਤਰੀ ਲਿਆ ਕੇ ਗਲ ਨਾਲ ਬੰਨ ਲਈ, ਵਿਆਹ ਕਰਾ ਲਿਆ। ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ ਜੀ। ਕਹਿੰਦੇ ਆ ਕਿ ਪਹਿਲੀ ਬਾਣੀ 'ਚ ਇਹ ਸਮਝਾਇਆ ਵਾ ਕਿ ਮੇਦ ਅੰਮ੍ਰਿਤ ਵਿਖ ਚਾਕੀ, ਉਹ ਰਸਾਂ ਨੂੰ ਤੂੰ ਅੰਮ੍ਰਿਤ ਸਮਝ ਲਿਆ, ਪਵਿੱਤਰ ਸਮਝ ਲਿਆ। ਹਾਂ ਹਾਂ, ਤੋਂ ਪੰਜ ਪ੍ਰਗਟ ਸੰਤਾਪੇ। ਤੇ ਜਦੋਂ ਤੂੰ ਉਸ ਚੀਜ਼ ਨੂੰ ਨਹੀਂ ਸਮਝਿਆ, ਸੱਚ ਨੂੰ ਝੂਠ ਸਮਝਿਆ, ਝੂਠ ਨੂੰ ਸੱਚ ਸਮਝਿਆ, ਸਹੀ ਨੂੰ ਗਲਤ ਸਮਝਿਆ, ਗਲਤ ਨੂੰ ਸਹੀ ਸਮਝ ਲਿਆ, ਤੇ ਫਿਰ ਮਤਲਬ ਕਿ ਰਸਾਂ ਦੇ ਵਿੱਚ ਤੂੰ ਗਵਾਚ ਗਿਆ। ਅੰਮ੍ਰਿਤ ਤੂੰ ਵਿਖ ਨੂੰ ਅੰਮ੍ਰਿਤ ਸਮਝ ਲਿਆ। ਹਾਂ,
ਆਪ ਜਸਟ ਸੋਚੋ ਕਿ ਜਿਹੜੀ ਚੀਜ਼ ਤੋਂ ਸਾਨੂੰ ਵਰਜਿਤ ਕੀਤਾ ਹੋਏ, ਜੇਕਰ ਅਸੀਂ ਉਹ ਖਾਂਦੇ ਆ ਤੇ ਕੀ ਚੰਗੀ ਹੈ ਦੱਸੋ? ਉਹ ਤਾਂ ਤੁਹਾਡੀ ਸਿਹਤ ਖਰਾਬ ਹੈ ਮੰਨ ਲਓ। ਹਾਂਜੀ ਨਿਜਰ ਸਾਹਿਬ। ਹਾਂ, ਉਹਨੇ ਤਾਂ ਫਿਰ ਜਿਹੜਾ ਹੈਗਾ ਉਹਨੇ ਤਾਂ ਆਪਣਾ ਨੁਕਸਾਨ ਕਰਨਾ ਹੀ ਕਰਨਾ। ਜਿਹੜੀ ਚੀਜ਼ ਮਹਾਰਾਜ ਬਾਣੀ ਕਹਿ ਰਹੀ ਹੈ ਉਹਨਾਂ ਦਾ ਐਕਸਪੀਰੀਅੰਸ ਹੈ ਪ੍ਰੈਕਟੀਕਲ ਜਿਹੜਾ ਹੈਗਾ, ਕਹਿ ਰਹੇ ਆਪਣੇ ਉਸਤਾਦ ਕਹਿ ਰਹੇ, ਗੁਰੂ ਕਹਿ ਰਹੇ ਆ ਵੀ ਆਹ ਚੀਜ਼ ਨਹੀਂ ਕਰਨੀ, ਆਹ ਚੀਜ਼ ਨਹੀਂ ਲੈਣੀ, ਆਹ ਚੀਜ਼ ਜਿਹੜੀ ਹੈ ਲਿਮਿਟਿਡ ਲੈਣੀ ਆ। ਤੇ ਜੇ ਆਪਾਂ ਉਹਨਾਂ ਦੀ ਗੱਲ ਨਹੀਂ ਮੰਨਾਂਗੇ, ਉਹਨਾਂ ਤੋਂ ਉਲਟ ਚੱਲਾਂਗੇ ਤੇ ਫਿਰ ਤਾਂ ਜਿਹੜਾ ਹੈਗਾ ਆਪਾਂ ਨੇ ਟੋਏ 'ਚ ਡਿੱਗਣਾ ਹੀ ਡਿੱਗਣਾ। ਅਨਿਜਰ ਸਾਹਿਬ, ਜਿੱਦਾਂ ਮੰਨ ਲਓ ਕਿ ਤੁਸੀਂ ਮੈਨੂੰ ਕਹਿਤਾ ਕਿ ਚਰਨਜੀਤ ਏਦਾਂ ਕਰ ਕਿ ਤੇਰਾ ਖਰਚਾ ਜਿਹੜਾ ਹੈਗਾ ਹੈ ਉਹ ਹੈਗਾ 20,000 ਰੁਪਏ ਮਹੀਨੇ ਦਾ ਅੰਦਾਜ਼ੇ ਨਾਲ। ਤੇਰੀ ਕਮਾਈ ਜਿਹੜੀ ਹੈਗੀ ਆ 25,000 ਰੁਪਏ, 5,000 ਰੁਪਏ ਤੱਕ ਬੱਚੇ ਜਮਾ ਕਰਕੇ ਰੱਖ। ਉਹ 5,000 ਜਮਾ ਕੀਤਾ ਤੇਰੇ ਕੰਮ ਆਊਗਾ। ਹੁਣ ਇਹ ਗੱਲ ਨੂੰ ਜੇ ਮੈਂ ਨਹੀਂ ਮੰਨਦਾ ਤੇ ਕੱਲ ਨੂੰ ਮੈਨੂੰ ਉਹਦਾ ਨੁਕਸਾਨ ਝੱਲਣਾ ਪੈਣਾ ਹੈ। ਬਿਲਕੁਲ, ਕਿਉਂਕਿ ਹਦਾਇਤਾਂ ਦਿੱਤੀਆਂ ਹੁੰਦੀਆਂ ਨੇ, ਗਾਈਡਲਾਈਨਾਂ ਦਿੱਤੀਆਂ ਹੁੰਦੀਆਂ ਨੇ। ਸਾਡੇ ਜੀਵਨ 'ਚ ਵੇਖੋ ਨਿਯਮ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਹੁਣ ਤੁਸੀਂ ਵੇਖੋ ਬਿਜਲੀ ਦਾ ਬਿੱਲ ਆਉਂਦਾ ਮਹੀਨੇ ਦਾ, ਆਪਾਂ ਜਿੰਨੀ ਬਿਜਲੀ ਫੂਕਾਂਗੇ ਓਨਾ ਹੀ ਆਊਗਾ ਨਾ। ਇਹ ਤੇ ਨਹੀਂ ਆ ਕਿ ਮੈਂ ਵੱਧ ਫੂਕ ਦੂੰਗਾ ਤੇ ਬਿੱਲ ਮੇਰੇ ਗੁਆਂਢੀਆਂ ਨੇ ਦੇਣਾ। ਨਿਜਰ ਸਾਹਿਬ, ਬਿਲਕੁਲ ਸਹੀ ਗੱਲ ਹੈ। ਇਹਦਾ ਮਤਲਬ ਕਿ ਕੋਈ ਨਾ ਕੋਈ ਤੇ ਸਿਸਟਮ ਹੈਗਾ ਨਾ ਇਹ ਸੰਸਾਰਿਕ ਜੀਵਨ ਦੇ ਵਿੱਚ। ਅਗਲੇ ਫੜ ਕੇ ਬੈਠੇ ਆ। ਇਹ ਥੋੜੀ ਕਿ ਹੁਣ 6 ਮਹੀਨੇ ਤੁਸੀਂ ਬਿੱਲ ਤਾਰੋ ਨਾ ਤਾਰੋ ਤੇ ਮੁੜ ਕੇ ਅਗਲੇ ਦਿਨ ਤੇ ਕਨੈਕਸ਼ਨ ਕੱਟ ਕੇ ਹੋ ਜਾਂਦੇ ਅਗਲੇ। ਇਸੇ ਤਰ੍ਹਾਂ ਜੀਵ ਹੈ। ਕਹਿੰਦੇ ਆ ਕਿ ਜਦੋਂ ਤੂੰ ਅੰਮ੍ਰਿਤ ਨੂੰ, ਜਿਹਨੂੰ ਤੂੰ ਅੰਮ੍ਰਿਤ ਸਮਝ ਕੇ ਬੈਠਾ, ਅਸਲ ਤੇ ਤੂੰ ਉਹ ਅੰਮ੍ਰਿਤ ਨਹੀਂ ਹੈਗਾ, ਜ਼ਹਿਰ ਹੈ। ਉਹ ਜ਼ਹਿਰ ਹੈਗਾ। ਤੂੰ ਉਹ ਜ਼ਹਿਰ ਦਾ ਮਤਲਬ ਕਿ ਜਿਹੜੀ ਚੀਜ਼ ਨਹੀਂ ਖਾਣੀ ਤੂੰ ਉਹ ਖਾ ਰਿਹਾ, ਤੇ ਜਿਹੜੀ ਚੀਜ਼ ਤੂੰ ਖਾਣੀ ਆ ਉਹ ਤੂੰ ਨਹੀਂ ਖਾ ਰਿਹਾ, ਉਲਟਾ ਕਰ ਰਿਹਾ ਕੋਈ। ਉਹ ਫਿਰ ਜੇ ਤੂੰ ਇਹ ਕੰਮ ਕਰੇਂਗਾ ਤੇ ਫਿਰ ਕੀ ਹੋਊਗਾ? ਪੰਜ ਪ੍ਰਗਟ ਹੋ ਜਾਣੇ। ਬਿਲਕੁਲ ਪ੍ਰਗਟ ਹੋ ਜਾਣੇ। ਫਿਰ ਉਹਦਾ ਸੰਤਾਪ ਕਿੰਨੇ ਭੋਗਣਾ ਵਾ? ਉਹਨਾਂ ਤੈਨੂੰ ਸੰਤਾਉਣਾ ਵਾ ਰਾਤ ਨੂੰ। ਬਿਲਕੁਲ, ਰਾਤ ਨੂੰ ਕਿ ਦਿਨੇ ਵੀ ਦਿਨੇ ਕਿਹੜਾ ਛੱਡਦੇ ਆ? ਦਿਨੇ ਵੀ ਤੇ ਰਾਤ ਨੂੰ 24 ਘੰਟੇ ਸੰਤਾਉਂਦੇ ਆ। ਦਿਨੇ ਵੀ ਸਤਾਉਣਾ ਵਾ ਤੇ ਰਾਤੀ ਤੈਨੂੰ ਸੁਪਨਿਆਂ 'ਚ ਵੀ ਸਤਾਉਣਾ। ਤੇ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਬਾਣੀ ਆਪਾਂ ਨੂੰ ਸਮਝਾ ਰਹੀਆਂ। ਹਾਂਜੀ, ਫਿਰ ਅਗਲੇ ਬੰਨੇ ਤੁਕ, ਫਿਰ ਉਹ ਆ ਗਈ ਤੁਕ, ਕਹਿੰਦੇ ਜਪ ਤਪ ਤੇ ਸੰਜਮ। ਇਹ ਛੱਡਤਾ ਤੂੰ, ਕੀਤਾ ਨਹੀਂ। ਇਹ ਚੰਗੀ ਇਹ ਕੰਮ ਕਰਨ ਨੂੰ ਕਿਹਾ ਸੀਗਾ ਬ੍ਰਹਮ ਗਿਆਨੀਆਂ ਨੇ, ਗੁਰੂ ਨੇ, ਗਾਈਡਾਂ ਨੇ। ਉਹ ਕਹਿੰਦੇ ਕਿ ਤੂੰ ਪਤਾ ਕਿ ਤੈਨੂੰ ਕਾਰ ਦਿੱਤੀ ਸੀ ਅਗਲਿਆਂ ਨੇ, ਬੜੀ ਸੋਹਣੀ ਕਾਰ, ਨਵੀਂ ਕਾਰ, ਬ੍ਰਾਂਡ ਨੂੰ ਕਾਰ ਸੀ। ਉਹ ਕਹਿੰਦੇ ਇਹਨੂੰ ਬੰਦਿਆਂ ਵਾਂਗੂ ਚਲਾਉਣਾ ਹੀ, ਚੰਗੀ ਸੜਕ ਤੇ ਚਲਾਉਣਾ ਹੀ, ਇਹਦੇ ਵਿੱਚ ਪੈਟਰੋਲ ਪਾਉਣਾ ਹੀ। ਕੀ ਪਾਉਣਾ ਵਾ? ਪੈਟਰੋਲ। ਪਰ ਤੂੰ ਕੀ ਕੀਤਾ? ਵਿੱਚ ਮਿੱਟੀ ਦਾ ਤੇਲ ਪਾ ਕੇ ਗੱਡੀ ਚਲਾਈ। ਮਿੱਟੀ ਦਾ ਤੇਲ ਮਤਲਬ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਬਿਲਕੁਲ। ਫਿਰ ਇੱਕ ਜਿਹੜਾ ਇੰਜਣ ਸੀ ਤੂੰ ਆਪਣਾ ਖਰਾਬ ਕਰ ਲਿਆ। ਫਿਰ ਤੂੰ ਫਿਰ ਪੰਗਾ ਪੈ ਜਾਣਾ ਹੈ ਨਾ। ਜਦੋਂ ਤੂੰ ਇੰਜਣ ਹੀ ਉਹ, ਫਿਰ ਸੰਤਾਪ, ਦੁੱਖ ਤੇ ਕਾਹਦਾ ਲੱਗਦਾ? ਹੁਣ ਕਈ ਵਾਰੀ ਆਪਾਂ ਨਹੀਂ ਸੋਚਦੇ, ਆਪਾਂ ਨੂੰ ਡਾਕਟਰ ਕਹਿੰਦਾ ਵੀ ਚਰਨਜੀਤ ਇਹ ਤੇਰਾ ਨਾ ਲੀਵਰ ਹੋ ਗਿਆ ਹੀ ਖਰਾਬ। ਤੇ ਫਿਰ ਮੈਂ ਕਹਿੰਦਾ ਅੱਛਾ ਸਾਡਾ ਲੀਵਰ ਖਰਾਬ ਹੋ ਗਿਆ। ਫਿਰ ਮੈਂ ਪਿੱਛੇ ਜਾਣਾ 10-15 ਸਾਲ ਪਹਿਲਾਂ। ਫਿਰ ਮੈਨੂੰ ਆਪਣੇ ਇੱਕ ਡਾਕਟਰ ਦੀ ਗੱਲ ਯਾਦ ਆਉਂਦੀ ਆ। ਉਹ ਮੈਨੂੰ ਕਹਿੰਦਾ ਸੀ ਚਰਨਜੀਤ ਆਹ ਕੰਮ ਨਾ ਕਰ, ਤੇਰਾ ਲੀਵਰ ਖਰਾਬ ਹੋ ਜਾਣਾ। ਬਿਲਕੁਲ। ਪਰ ਹੁਣ ਕਿਵੇਂ ਕਰ ਸਕਦਾ? ਤੇ ਡੈਮੇਜ ਹੋ ਗਿਆ। ਉਹਨੇ ਕਿਹਾ ਸੀ ਦਾਰੂ ਨਾ ਪੀ ਤੇ ਤੂੰ ਪੀਤੀ। ਹਾਂ, ਜਿਹੜੀ ਚੀਜ਼ਾਂ ਨੇ ਮਨਾ ਕੀਤੀ ਮੈਂ ਸਾਰੇ ਕੰਮ ਕੀਤੇ। ਪਰ ਹੁਣ ਮੈਂ ਪਛਤਾਉਂਦੇ। ਪਰ ਹੁਣ ਮੇਰੇ ਪਛਤਾਵੇ ਸੱਚੀ ਕੋਈ ਸੈਂਸ ਰੱਖਦਾ ਕਿ ਪ੍ਰਕਿਰਤੀ ਉਹਦੇ ਨਾਲ ਪ੍ਰਭਾਵਿਤ ਹੁੰਦੀ ਹੈ। ਪਰ ਪ੍ਰਕਿਰਤੀ ਕਹਿੰਦੀ ਹੈ ਜੇ ਤੂੰ ਹੁਣ ਵੀ ਪਛਤਾਉਂਦਾ ਨਾ, ਚੱਲ ਆ ਜਾ। ਨਿਜਰ ਸਾਹਿਬ, ਹਾਂਜੀ ਹਾਂਜੀ, ਜੇ ਤੂੰ ਹੁਣ ਵੀ ਬੰਦੇ ਦਾ ਪੁੱਤ ਬਣਨ ਨੂੰ ਤਿਆਰ ਆ ਤੇ ਆ ਜਾ। ਜੇ ਤੂੰ ਧਾਰਮਿਕ ਹੋਣ ਨੂੰ ਤਿਆਰ ਆ, ਜੇ ਤੂੰ ਜਪ ਤੇ ਤਪ ਤੇ ਸੰਜਮ ਚ ਚੱਲਣ ਨੂੰ ਤਿਆਰ ਹੈ। ਸੰਜਮ ਦਾ ਮਤਲਬ ਇਹੋ ਹੀ ਹੈ ਕਿ ਭੋਗ ਸਾਹਮਣੇ ਪਏ ਨੇ, ਭੋਗ ਤੇ ਹਮੇਸ਼ਾ ਹੀ ਅਵੇਲੇਬਲ ਨੇ, ਕੋਈ ਰੋਕਣ ਥੋੜੀ ਦਿਆ ਸਾਨੂੰ। ਭੈ ਦੇ ਵਿੱਚ ਤਾਂ ਹੀ ਉਹਦੇ ਬਾਣੀ ਕਹਿੰਦੀ ਭੈ ਚ ਰਵੀਂ, ਕਿ ਤੇਰੇ ਤੇ ਕੋਈ ਸੁਪਰਵਾਈਜ਼ਰ ਨਹੀਂ ਹੈਗਾ। ਤੇਰੇ ਸਾਰੇ ਗੁਨਾਹਾਂ ਨੂੰ ਲੋਕ ਨਹੀਂ ਵੇਂਦੇ, ਕੋਈ ਨਹੀਂ ਜਾਣਦਾ। ਪਰ ਇੱਕ ਗੱਲ ਹੈ ਕਿ ਤੂੰ ਤੇ ਜਾਣਦਾ ਨਾ। ਤੇਰਾ ਚਿੱਤ ਜਿਹੜਾ ਤੇਰਾ ਚਿੱਤ ਹੀ ਤੇ ਤੇਰਾ ਚਿੱਤਰਗੁਪਤ ਹੈ। ਚਿੱਤਰਗੁਪਤ ਕੋਈ ਵੱਖਰਾ ਨਹੀਂ ਹੈਗਾ। ਇਸ ਲਈ ਕਹਿੰਦੇ ਨੀ ਕਿ ਤੁਹਾਡੇ ਮੋਢੇ ਤੇ ਕੋਈ ਚਿੱਤਰਗੁਪਤ ਬੈਠਾ ਹੈ, ਲਿਖਦਾ ਪਿਆ ਹੈ। ਚਿੱਤ ਨੂੰ ਹੀ ਚਿੱਤਰਗੁਪਤ ਕਿਹਾ ਗਿਆ। ਤੇਰੇ ਚਿੱਤ ਦੇ ਅੰਦਰ ਇੱਕ ਇੱਕ ਤੇਰੇ ਮਾੜੇ ਕਰਮ ਲਿਖੇ ਜਾ। ਪਰ ਲਿਖਣ ਤੋਂ ਪਹਿਲਾਂ ਤੂੰ ਮਨ ਚ ਵਿਚਾਰ ਕਰ ਲੈ ਗ੍ਰੰਥਾਂ ਚ ਕੀ ਲਿਖਿਆ ਹੈ। ਤੂੰ ਨਾ ਕੰਮ ਕਰ, ਕਿਤੇ ਫਿਰ ਪਛਤਾਉਣਾ ਹੈ, ਫਿਰ ਫਾਇਦਾ ਕੋਈ ਨਹੀਂ ਹੈਗਾ। ਹਾਂਜੀ ਨਿਜਰ ਸਾਹਿਬ, ਅੱਗੇ ਚੱਲੀਏ। ਫਿਰ ਕਹਿੰਦੇ ਕਿ ਪੰਜ ਪ੍ਰਗਟ ਸੰਤਾਪੇ। ਫਿਰ ਜਦੋਂ ਪੰਚਾਂ ਨੂੰ ਤੂੰ ਉਹਨਾਂ ਸ਼ੈਤਾਨਾਂ ਨੂੰ ਉਹਨਾਂ ਨੂੰ ਖੁਰਾਕ ਦਿੱਤੀ, ਹੁਣ ਮਤਲਬ ਕਾਮ ਨੂੰ ਹੀ ਮੰਨ ਲਓ, ਕਾਮ ਨੂੰ ਦੇਈ ਜਾਓ। ਟਾਈਮ ਆਉਣਾ ਉਹਨੇ ਤੁਹਾਡੀ ਸੁਣਨੀ ਥੋੜੀ ਹੈ। ਬਿਲਕੁਲ।
ਫਿਰ ਸਾਰਾ ਪਿੰਡ ਕਹਿੰਦਾ ਤੂੰ ਪਾਉਂਦਾ ਲੋਕਾਂ ਤੇ ਵੀ ਇਹ ਕਿੱਡਾ ਗੰਦਾ ਬੰਦਾ, ਕਰੈਕਟਰ ਚਰਿੱਤਰਹੀਣ ਇਨਸਾਨ ਹੈ, ਇਹ ਕਿੱਡਾ ਕਰੋਧੀ ਇਨਸਾਨ ਹੈ, ਕਿੱਡਾ ਲੋਭੀ ਹੈ, ਕਿੱਡਾ ਮੋਹ ਚ ਫਸਿਆ, ਕਿੱਡਾ ਹੰਕਾਰੀ ਹੈ। ਪਰ ਉਹਨੂੰ ਨਹੀਂ ਪਤਾ ਲੱਗਦਾ ਜਿਹਦੇ ਉੱਤੇ ਭੂਤ ਚੜ ਜਾਂਦੇ ਆ ਨਾ ਨਿੱਜਰ ਸਾਹਿਬ, ਜਦੋਂ ਭੂਤ ਕੋਈ ਵੀ ਚੀਜ਼ ਆ ਜਦੋਂ ਓਵਰ ਪਾਵਰ ਹੋ ਜਾਂਦੀ ਆ ਤੇ ਫਿਰ ਉਹ ਬੰਦੇ ਨੂੰ ਵਿਚਾਰੇ ਨੂੰ ਦਿਖਦਾ ਹੀ ਕੁਛ ਨਹੀਂ। ਉਹਦੇ ਜੀਵਨ ਚ ਉਹਨੇ ਬਹੁਤ ਜ਼ਿਆਦਾ ਇੱਕ ਉਹਨੇ ਆਪਣੀ ਸ਼ਕਤੀ ਰਿਲੀਜ਼ ਕੀਤੀ ਔਰ ਉਸ ਮਾੜੇ ਦੋਸ਼ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਉਹਨੇ ਠੋਕ ਦਿੱਤਾ। ਉਹਨੂੰ ਦੋਸ਼ ਨੂੰ ਛੱਡਦਾ ਹੀ ਨਹੀਂ, ਫਿਰ ਉੱਥੋਂ ਨਿਕਲਣਾ ਬੜਾ ਔਖਾ। ਪਰ ਉੱਥੋਂ ਨਾਮ ਕੱਢ ਸਕਦਾ ਤੁਹਾਨੂੰ, ਉਹ ਤਾਂ ਤੁਸੀਂ ਖੁਦ ਨਹੀਂ ਨਿਕਲ ਸਕਦੇ ਉੱਥੋਂ, ਇਸ ਲਈ ਭਗਤੀ ਚਾਹੀਦੀ। ਹਾਂਜੀ ਨਿਜਲ ਸਾਹਿਬ ਅੱਗੇ ਕਹਿੰਦੇ ਜਬ ਤੱਕ ਸੰਜਮ ਛੋੜ ਸੁਕ੍ਰਿਤ ਮਤ ਰਾਮ ਨਾਮ ਨਾ ਆਰਾਧਿਆ। ਉਹ ਤਾਂ ਰਾਮ ਨਾਮ ਤਾਂ ਆਰਾਧਿਆ ਹੀ ਨਹੀਂ ਤੂੰ, ਅੱਜ ਸੁਕ੍ਰਿਤ ਮਤ ਤਾਂ ਲਈ ਨਹੀਂ, ਉਹ ਤਾਂ ਛੱਡ ਦਿੱਤੀ ਸਾਰੀ ਦੀ ਸਾਰੀ ਪ੍ਰੋਸੈਸ ਜਿਹੜੀ ਹੈ ਧਿਆਨ ਸਿਮਰਨ ਵਾਲੀ। ਉਛਲਿਆ ਕਾਮ ਕਾਲ ਮਤ ਲਾਗੀ ਤਉ ਆਨ ਸਕਤ ਗਲ ਬਾਂਧਿਆ। ਤੇ ਕਾਮ ਜਦ ਤੇਰੇ ਚ ਕਾਮ ਨੇ ਜ਼ੋਰ ਪਾਇਆ, ਕਾਲ ਦੀ ਮਤ ਆ ਗਈ ਤੇਰੇ ਅੰਦਰ ਜਿਹੜੀ ਹੈਗੀ ਆ। ਤੇ ਕਿਉਂਕਿ ਕਾਲ ਜਿਹੜਾ ਹੈਗਾ ਇਹੀ ਤਾਂ ਚਾਹੁੰਦਾ ਹੈ, ਕਾਲ ਜਿਹੜਾ ਹੈ ਕਾਮ ਕ੍ਰੋਧ ਲੋਭ ਮੋਹ ਓਂਕਾਰ ਦੇ ਵਿੱਚ ਆਏ, ਇਹੀ ਤਾਂ ਕਾਲ ਦੀ ਮਤ ਹੈਗੀ। ਕਹਿੰਦੇ ਜਦ ਮੱਤ ਲੱਗ ਗਈ ਤੇ ਫਿਰ ਤੂੰ ਆਨ ਸਕਤ ਗਲ ਬਾਂਧਿਆ, ਤੇ ਤੂੰ ਜਿਹੜਾ ਹੈਗਾ ਇਸਤਰੀ ਨੂੰ ਗਲ ਨਾਲ ਲਾ ਲਿਆ, ਇਹ ਕਾਮ ਦੇ ਵਿੱਚ ਗਤੀਸ਼ੀਲ ਹੋ ਗਿਆ। ਤਰੁਣ ਤੇਜ ਪਰ ਤ੍ਰਿਆ ਮੁਖ ਜੋ ਹੈ ਸਰ ਅਫਸਰ ਨਾ ਪਛਾਣਿਆ। ਔਰ ਕਾਮ ਦੇ ਵਿੱਚ ਇੰਨਾ ਗਤੀਸ਼ੀਲ ਹੋ ਗਿਆ ਕਿ ਜਿਹੜਾ ਹੈਗਾ ਜਵਾਨੀ ਦੇ ਵਿੱਚ ਕਹਿੰਦੇ ਆ ਤੇਜ, ਜਿਹੜਾ ਜਵਾਨੀ ਦਾ ਜੋਸ਼, ਜਵਾਨੀ ਦੀ ਤਾਕਤ ਜਿਹੜੀ ਹੈਗੀ ਆ। ਪਰ ਤ੍ਰਿਆ ਮੁਖ ਜੋ ਹੈ, ਕੀ ਕਰਦਾ ਹੈ ਤੂੰ? ਪਰਾਈਆਂ ਇਸਤਰੀਆਂ ਦੇ ਮੁਖ ਜੋਹਣ ਲੱਗ ਗਿਆ, ਇੰਨਾ ਕਾਮ ਤੇਰਾ ਪਰਬਲ ਹੋ ਗਿਆ। ਤਰੁਣ ਤੇਜ ਪਰ ਤ੍ਰਿਆ ਮੁਖ ਜੋ ਹੈ ਮਤਲਬ ਦੇਖਦਾ ਆ, ਸਰ ਅਫਸਰ ਨਾ ਪਛਾਣਿਆ। ਤੈਨੂੰ ਨਹੀਂ ਪਤਾ ਵੀ ਆ ਜਿਹੜਾ ਹੈਗਾ ਕਿ ਕਿੱਥੇ ਬੈਠਾ ਹੈ, ਕੀ ਕਰ ਰਿਹਾ ਹੈ। ਕੋਈ ਤੇਰੇ ਕੋਲ ਜਿਹੜਾ ਹੈਗਾ ਤੂੰ ਮੌਕਾ ਜਿਹੜਾ ਹੈਗਾ ਨਹੀਂ ਦੇਖਿਆ ਵੀ ਕਿੱਥੇ ਬੈਠਾ ਹੈ, ਕੀ ਕਰ ਰਿਹਾ ਮੈਂ। ਤੇਰੇ ਅੰਦਰ ਇੱਕੋ ਹੀ ਜਿਹੜਾ ਹੈਗਾ ਇਹ ਕਾਮ ਦਾ ਹੀ ਵੇਗ ਤੇਰੇ ਅੰਦਰ ਚੱਲਦਾ ਹੈ। ਉਨਮਤ ਕਾਮ ਮਹਾ ਬਿਖ ਭੂਲੈ ਪਾਪ ਪੁੰਨ ਨਾ ਪਛਾਣਿਆ। ਕਹਿੰਦਾ ਇੰਨਾ ਕਾਮ ਤੇਰੇ ਅੰਦਰ ਉਨਮਤ, ਕਹਿੰਦੇ ਇਸ ਤਰ੍ਹਾਂ ਤੂਫਾਨ ਜਿਹੜਾ ਨਦੀ 'ਚ ਤੂਫਾਨ ਆਉਂਦਾ ਹੈ, ਇਸ ਤਰ੍ਹਾਂ ਕਾਮ ਤੇਰੇ ਅੰਦਰ ਜਿਹੜਾ ਹੈਗਾ ਆ ਗਿਆ। ਔਰ ਇਹ ਮਹਾਬਿਖ, ਇਹਦੇ ਵਿੱਚ ਤੂੰ ਭੁੱਲ ਗਿਆ, ਤੈਨੂੰ ਪਤਾ ਹੀ ਨਹੀਂ ਵੀ ਪਾਪ ਕੀ ਹੈ ਪੁੰਨ ਕੀ ਹੈ। ਤੂੰ ਜਿਹੜਾ ਹੈਗਾ ਹੁੱਕ ਐਂਡ ਕਰੁਕ ਜਿਹੜਾ ਹੈਗਾ ਆਪਣੀ ਕਾਮ ਦੀ ਪੂਰਤੀ ਵਾਸਤੇ ਜਿਹੜਾ ਹੈਗਾ ਪਾਪ ਕਮਾਉਣ ਲੱਗ ਪਿਆ। ਸੁਤ ਸੰਪਤ ਦੇਖ ਇਹ ਮਨ ਗਰਬਿਆ ਰਾਮ ਹਿਰਦੇ ਤੇ ਖੋਇਆ। ਕਹਿੰਦੇ ਬੱਚੇ ਪ੍ਰਾਪਰਟੀ ਦੇਖ ਕੇ ਤੂੰ ਜਿਹੜਾ ਹੈਗਾ ਇੰਨਾ ਤੇਰੇ ਅੰਦਰ ਹੰਕਾਰ ਆ ਗਿਆ। ਔਰ ਪਰਮਾਤਮਾ ਦਾ ਜਿਹੜਾ ਨਾਮ ਹੈ, ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਤੇਰੇ ਹਿਰਦੇ ਚੋਂ ਜਿਹੜਾ ਹੈਗਾ ਬਿਲਕੁਲ ਹੀ ਨਹੀਂ ਹੈਗਾ। ਪਰਮਾਤਮਾ ਦੀ ਭਗਤੀ, ਪਰਮਾਤਮਾ ਜਿਹੜਾ ਜਿਹਨੇ ਆ ਸਾਰਾ ਕੁਝ ਦਿੱਤਾ ਹੈ ਉਹਨੂੰ ਤਾਂ ਬਿਲਕੁਲ ਹੀ ਤੂੰ ਗਵਾ ਦਿੱਤਾ। ਅਵਰ ਮਰਤ ਮਾਇਆ ਮਨ ਤੋਲੇ ਤਉ ਭਗ ਮੁਖ ਜਨਮ ਵਿਗੋਇਆ। ਕਹਿੰਦੇ ਬਾਕੀ ਜਿਹੜੇ ਕਿਤੇ ਵੀ ਕੋਈ ਜਿਹੜਾ ਹੈਗਾ ਮਰਦਾ ਸੀਗਾ ਤੇ ਤੈਨੂੰ ਨਹੀਂ ਪਤਾ, ਤੇਰੇ ਅੰਦਰ ਨਹੀਂ ਆਉਂਦਾ ਸੀ ਵੀ ਮੈਂ ਵੀ ਮਰਨਾ ਹੈ। ਉਦੋਂ ਤੂੰ ਤਾਂ ਬਸ ਤੂੰ ਆਪਣੀ ਮਾਇਆ, ਆਪਣੇ ਜਿਹੜੇ ਹੈਗੇ ਸਾਰਾ ਜਿਹੜਾ ਹੈਗਾ ਪਦਾਰਥ ਆਪਣਾ ਜਿਹੜੇ ਉਹਨੂੰ ਤੋਲਦਾ ਸੀਗਾ, ਮਾਇਆ ਨੂੰ ਤੋਲਦਾ ਸੀ ਆਪਣੀ ਨੂੰ। ਤੇਰੇ ਉੱਤੇ ਕੋਈ ਅਸਰ ਹੀ ਨਹੀਂ ਹੁੰਦਾ ਸੀ ਬਈ ਤੈਨੂੰ ਜਿਹੜਾ ਹੈਗਾ ਮਰਨਾ ਵੀ ਹੈਗਾ, ਤੈਨੂੰ ਬੁਢਾਪਾ ਵੀ ਆ ਰਿਹਾ ਹੈ। ਤੇ ਦੋਨੋਂ ਹੀ ਜਰ ਔਰ ਮੌਤ ਤੈਨੂੰ ਭੁੱਲੀ ਹੋਈ ਸੀਗੀ। ਅਵਰ ਮਰਤ ਮਾਇਆ ਮੁਖ ਤੋਲੇ ਤਉ ਭਗ ਮੁਖ ਜਨਮ ਵਿਗੋਇਆ। ਕਹਿੰਦੇ ਤੂੰ ਜਿਹੜਾ ਹੈਗਾ ਦੋ ਕੰਮਾਂ ਦੇ ਵਿੱਚ ਆਪਣਾ ਜਨਮ ਗਵਾ ਦਿੱਤਾ। ਇੱਕ ਜਿਹੜਾ ਹੈਗਾ ਪਰਾਈ ਜਨਨ ਇੰਦਰੀ ਪੱਗ ਤੇ ਮੁਖ ਕਹਿੰਦੇ ਆ ਇਹ ਮੂੰਹ, ਸਵਾਦ ਦੁਨੀਆ ਦੇ ਰਸ ਤੇ ਇੱਕ ਕਾਮ ਦਾ ਜਿਹੜਾ ਹੈਗਾ ਕਾਮ ਦਾ ਸਵਾਦ ਤੇ ਜੀਭ ਦਾ ਸਵਾਦ, ਇਹ ਦੋ ਦੇ ਵਿੱਚ ਤੂੰ ਆਪਣਾ ਜਨਮ ਮਨੁੱਖੀ ਜੂਨ ਖਤਮ ਕਰਤੀ, ਵਿਗਾੜ ਦਿੱਤੀ। ਅਵਰ ਮਰਤ ਮਾਇਆ ਮਨ ਤੋਲੇ ਤਉ ਪੱਗ ਮੁਖ ਜਨਮ ਗਵਾਇਆ। ਹਾਂਜੀ ਹਾਂਜੀ ਠੀਕ ਹੈ ਨਿਜੇ ਸਾਹਿਬ, ਪਲੀਜ਼ ਤੋਂ ਬੋਲ ਦੋ। ਹਾਂ, ਤਰੁਣ ਤੇਜ ਪਰ ਤ੍ਰਿਆ ਮੁਖ ਜੋ ਹੈ ਸਰ ਅਫਸਰ ਨਾ ਪਛਾਣਿਆ। ਕਹਿੰਦੇ ਜਵਾਨੀ ਆ ਗਈ ਤੇਰੇ ਅੰਦਰ, ਤਾਕਤ ਆ ਗਈ, ਤੇਜ ਮਤਲਬ ਪ੍ਰਤਾਪ ਜਿਹੜਾ ਜਵਾਨੀ ਦਾ। ਪਰ ਤ੍ਰਿਆ ਪਰਾਈ ਇਸਤਰੀਆਂ ਦੇ ਮੁਖ ਜਿਹੜਾ ਹੈਗਾ, ਪਰਾਈ ਇਸਤਰੀਆਂ ਨੂੰ ਦੇਖਦਾ ਰਹਿ ਗਿਆ ਕਾਮ ਦੀ ਵਰਤੀ ਦੇ ਨਾਲ। ਸਰ ਅਫਸਰ ਜਿਹੜਾ ਹੈਗਾ ਨਹੀਂ, ਤੂੰ ਜਿਹੜਾ ਹੈਗਾ ਮਾੜਾ ਚੰਗਾ ਨਹੀਂ ਸੋਚਿਆ। ਔਰ ਜਿਹੜਾ ਹੈਗਾ ਇੰਨਾ ਤੇਰੇ ਅੰਦਰ ਕਾਮ ਵਾਸਨਾ ਆ ਗਈ। ਉਨਮਤ ਕਾਮ ਮਹਾਬਿਖ ਭੂਲੇ। ਕਹਿੰਦੇ ਐਸਾ ਮਹਾਬਿਖ ਇਹ ਤੇਰੇ ਅੰਦਰ ਕਾਮ ਇੰਨਾ ਕਾਮ ਦੀ ਨਦੀ ਜਿਹੜੀ ਹੈ ਹੜ ਆ ਗਿਆ ਕਾਮ ਦਾ,
ਕਿ ਇਹਦੇ ਵਿੱਚ ਭੁੱਲ ਗਿਆ ਤੂੰ ਤੇ ਪਾਪ ਪੁੰਨ ਨਾ ਪਛਾਣਿਆ ਤੇ ਪਾਪ ਕਰਨ ਲੱਗ ਗਿਆ। ਪਾਪ ਪੁੰਨ ਦਾ ਤੈਨੂੰ ਡਿਫਰੈਂਸ ਹੀ ਨਹੀਂ ਰਹਿ ਗਿਆ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਕਹਿੰਦੇ ਕਿ ਜਦੋਂ ਤੈਨੂੰ ਜਵਾਨੀ ਆਈ, ਤੈਨੂੰ ਜੋਸ਼ ਆਇਆ, ਤੇ ਅਕਸਰ ਹੀ ਆਪਾਂ ਸੁਣਿਆ ਕਿ ਜੋਸ਼ ਜਿਹੜਾ ਹੋਸ਼ ਤੋਂ ਸਾਨੂੰ ਦੂਰ ਲੈ ਜਾਂਦਾ, ਤੇ ਪਾਪ ਤੇ ਪੁੰਨ ਜਿਹੜਾ ਨਹੀਂ ਪਛਾਣ ਸਕਿਆ। ਕਹਿਣ ਤੋਂ ਭਾਵ ਕਿ ਤੇਰੇ ਜੀਵਨ 'ਚ ਧਰਮ ਖਤਮ ਹੋ ਗਿਆ। ਕਿਉਂਕਿ ਧਰਮ ਨੇ ਤੇ ਤੁਹਾਨੂੰ ਗਿਆਨ ਕਰਾਉਣਾ। ਜੇ ਧਰਮ ਹੀ ਨਹੀਂ ਹੈਗਾ ਸਾਡੇ ਜੀਵਨ 'ਚ ਤਾਂ ਖਤਮ, ਆਪਣਾ ਕੰਮ ਹੋ ਗਿਆ, ਫਿਰ ਤਾਂ ਕੁਛ ਹੀ ਨਹੀਂ ਬਚਣਾ। ਕਿਉਂਕਿ ਫਿਰ ਆਪਾਂ ਉਹ ਕੰਮ ਕਰਨੇ ਆ ਜਿਹੜੇ ਵਰਜਿਤ ਕੀਤੇ ਨੇ। ਅਸੀਂ ਉਹ ਖਾਣਾ ਵਾ ਜਿਹੜਾ ਮਨਾ ਕੀਤਾ ਹੈ, ਅਸੀਂ ਉਹ ਪਾਉਣਾ ਵਾ ਜਿਹੜਾ ਮਨਾ ਕੀਤਾ। ਇਹ ਸਾਰੇ ਕਿੱਥੋਂ ਪੈਦਾ ਹੁੰਦੇ ਨੇ? ਜਦੋਂ ਸਾਡੇ ਜੀਵਨ 'ਚ ਧਰਮ ਨਹੀਂ ਹੁੰਦਾ। ਆਪ ਜੇ ਕੋਈ ਦੇਖੋ ਨਾ, ਜੇ ਕਿਸੇ ਬੰਦੇ ਦਾ ਜੀਵਨ ਬਹੁਤ ਡਾਊਨ ਕ੍ਰੀਏਟ ਹੋ ਰਿਹਾ, ਆਪ ਦੇਖਦੇ ਨਹੀਂ ਆ ਜਿਹੜੇ ਲੋਕ ਪਦਾਰਥਾਂ ਦੇ ਪਾਗਲ ਹੋ ਜਾਂਦੇ ਨੇ, ਆਪ ਜਸਟ ਸਮਝੋ ਕਿ ਉਹ ਬੰਦਾ ਖਤਮ ਹੋ ਗਿਆ, ਧਰਮ ਹੀ ਨਹੀਂ ਹੈਗਾ ਉਹਦੇ ਜੀਵਨ 'ਚ। ਕਿਤੇ ਤੇ ਦਇਆ ਨਹੀਂ ਹੈਗੀ। ਦਇਆ ਦਾ ਪੁੱਤ ਹੈ ਧਰਮ। ਹੁਣ ਜਦੋਂ ਦਇਆ ਹੀ ਨਹੀਂ ਹੈਗੀ ਤੇ ਮੈਂ ਕਿਸੇ ਦਾ ਪੈਰ ਚੁੱਕ ਲਿਆਉਂਗਾ, ਮੈਨੂੰ ਕੀ ਫਰਕ ਪੈਂਦਾ ਨਿੱਜਰ ਸਾਹਿਬ? ਬਿਲਕੁਲ। ਮੈਂ ਤੁਹਾਡੇ ਮੈਂ ਪ੍ਰਵਾਹ ਕਰਦਾ, ਤੁਹਾਡੀ ਪੈਨਸ਼ਨ ਹੈ, ਮੈਂ ਚੁੱਕ ਕੇ ਲਿਆਉਂਗਾ ਸਾਰਾ ਕੁਝ, ਮੈਂ ਕਹੂੰਗਾ ਮੇਰਾ। ਪਰ ਜਦੋਂ ਦਇਆ ਆ ਗਈ ਤੇ ਫਿਰ ਧਰਮ ਨੇ ਪੈਦਾ ਹੋਣਾ। ਫਿਰ ਮੈਨੂੰ ਦੇਖਣਾ ਹੈ ਕਿ ਕੀ ਚਰਜੀ ਤੇਰੀ ਨਹੀਂ ਹੈਗੀ, ਨਾ ਤੇ ਤੂੰ ਮਿਹਨਤ ਕੀਤੀ ਹੈ, ਤੂੰ ਤੇ ਆਪ ਹੀ 12-1 ਵਜੇ ਉੱਠਦਾ ਹੈ। ਹੁਣ ਤੂੰ ਆਹ ਸਮਾਨ ਚੁੱਕੀ ਹੁੰਦਾ, ਤੇਰਾ ਥੋੜੀ ਹੈਗਾ। ਹਾਂ ਠੀਕ ਹੈ, ਤੇਰਾ ਜਿੰਨੀ ਤੇਰੀ ਰਾਈਟ ਇਨਕਮ ਬਣਦੀ ਹੈ, ਮਿਹਨਤ ਕਰ, ਆਪਣਾ ਜਿਹੜਾ ਵੀ ਪਰਸੈਂਟ ਆਪਣੀ ਕਮਿਸ਼ਨ ਬਣਾ, ਉਹ ਆਪਣੇ ਤੇ ਕੰਮ ਕਰ। ਪਰ ਇਹ ਨਹੀਂ ਛੋਟਾ ਬੱਚਾ ਆ ਗਿਆ ਤੇ ਠੱਗੀ ਮਾਰ ਲੇਗਾ। ਆਪਾਂ ਹੁਣ ਮੰਨ ਲਓ ਮੈਂ ਇੱਥੇ ਬੈਠਾ ਵਾਂ, ਕੋਈ ਮੇਰੇ ਲਾਗੇ ਨਹੀਂ ਹੈਗਾ, ਤੇ ਮੈਂ ਉੱਥੇ ਮਾੜਾ ਕਰਮ ਕਰਦਾ, ਇਹਦਾ ਮਤਲਬ ਕੀ ਹੈ? ਮੈਂ ਧਰਮ ਤੋਂ ਦੂਰ ਹੋ ਗਿਆ। ਧਰਮ ਨਹੀਂ ਹੈਗਾ ਉੱਥੇ। ਚਾਹੇ ਮੈਨੂੰ ਕੋਈ ਵੇਖੇ ਨਾ ਵੇਖੇ, ਧਰਮ ਤੇ ਵੇਂਦਾ ਪਿਆ ਨਾ ਮੈਨੂੰ। ਮੇਰਾ ਤੁਹਾਡੇ ਅੰਦਰ ਵੇਖੇ ਨਹੀਂ ਕਿ ਤੂੰ ਦੱਸਿਆ ਨਹੀਂ ਉਹ 3 ਬੰਦਿਆਂ ਦੀ ਗੱਲ। 3 ਬੰਦੇ ਨੂੰ ਕਿਹਾ ਵੀ ਜਾਓ ਵੀ ਮੁਰਗੀ, ਉਹ ਮੁਰਗੀ ਮਾਰ ਰਹੇ ਹੋ ਜਿੱਥੇ ਕੋਈ ਨਹੀਂ ਹੈਗਾ। ਪਹਿਲਾ ਗਿਆ ਮਗਲੇ ਬੰਨੇ ਕੰਧ ਪਿੱਛੇ ਨੇ ਮਰੋੜ ਲਿਆਂਦੀ, ਕਹਿੰਦਾ ਕੋਈ ਨਹੀਂ ਵੇਂਦਾ ਸੀ, ਚਲੋ ਲੈ ਕੇ ਮਰੋੜ ਕੇ। ਦੂਜਾ ਗਿਆ ਜੀ, ਉਹ ਥੋੜਾ ਜੰਗਲਾਂ 'ਚ ਚਲ ਗਿਆ, ਝਾੜੀਆਂ ਝੂੜੀਆਂ 'ਚ, ਉੱਥੇ ਵੀ ਕੋਈ ਨਹੀਂ ਹੈਗਾ, ਉੱਥੇ ਮਰੋੜ ਕੇ ਲਿਆ। ਤੀਜਾ ਗਿਆ ਤੇ ਵਾਪਸ ਹੀ ਨਹੀਂ ਆਇਆ, ਬੜਾ ਦੂਰ ਚਲ ਗਿਆ, ਉਹਨੂੰ ਜਗ੍ਹਾ ਹੀ ਨਾ ਮਿਲੇ। ਫਿਰ ਉਹਨੂੰ ਬੰਦੇ ਭੇਜੇ, ਲੱਭ ਕੇ ਲਿਆਂਦੇ, ਵੀ ਕੀ ਗੱਲ ਹੋਈ, ਤੂੰ ਇਹ ਕਿੱਥੇ ਚਲ ਗਿਆ? ਉਹ ਕਹਿੰਦਾ ਕਿ ਮੇਰੇ ਨਾਲ ਵੀ ਕਿਤੇ ਦਾ ਕੇਸ ਹੋਇਆ। ਤੇ ਪਹਿਲੇ ਨੂੰ ਪੁੱਛਿਆ ਤੂੰ ਕੀ ਕੀਤਾ? ਕਹਿੰਦਾ ਮਹਾਰਾਜ ਕੀ ਕਰਨਾ ਸੀ, ਆ ਮਗਲੇ ਬੰਨੇ ਹੀ ਆਸ਼ਰਮ ਦੇ ਮਗਲੇ ਬੰਨੇ ਮੈਂ ਖੜੀ ਮੁਰਗੀ, ਉੱਥੇ ਕੋਈ ਨਹੀਂ ਹੈਗਾ, ਕੰਧ ਦੇ ਵਿੱਚ ਮੈਂ ਧੌਣ ਮਰੋੜੀ ਤੇ ਮੈਂ ਲੈ ਆ। ਕਹਿੰਦਾ ਠੀਕ ਹੈ, ਵੈਰੀ ਗੁੱਡ। ਦੂਜੇ ਨੂੰ ਪੁੱਛਿਆ ਬਈ ਤੂੰ ਕੀ ਕੀਤਾ? ਕਹਿੰਦਾ ਮਹਾਰਾਜ ਮੈਂ ਇੱਧਰ ਘੁੰਮਿਆਗਾ, ਮੈਂ ਵੇਖਿਆ ਸਾਰੀ ਜਗ੍ਹਾ ਦੇ ਵਿੱਚ ਕੋਈ ਨਾ ਕੋਈ ਹੈਗਾ ਸੀ, ਤੇ ਫਿਰ ਮੈਂ ਜੰਗਲ 'ਚ ਚੱਲ ਗਿਆ, ਝਾੜੀਆਂ ਝੂੜੀਆਂ 'ਚ ਕੋਈ ਨਹੀਂ ਹੈਗਾ, ਉੱਥੇ ਮਰੋੜ ਲਿਆ। ਕਹਿੰਦਾ ਚੱਲ ਠੀਕ ਹੈ, ਵੀ ਵਧੀਆ ਕੰਮ ਹੈ। ਫਿਰ ਤੀਜੇ ਨੂੰ ਪੁੱਛਿਆ ਕਿ ਤੇਰੀ ਕੀ ਸਮੱਸਿਆ? ਕਹਿੰਦਾ ਮਹਾਰਾਜ ਮੈਂ ਇੱਧਰ ਇਹਨਾਂ ਦੋਵਾਂ ਕੰਮ ਕੀਤੇ, ਮੈਂ ਵੀ ਕੀਤੇ ਆ। ਮੈਂ ਜੰਗਲ 'ਚ ਬੜਾ ਗਹਿਰਾ ਗਿਆ, ਪਰ ਅੰਦਰੋਂ ਮੇਰੇ ਅੰਦਰ ਤਾਂ ਕੋਈ ਹੈਗਾ ਨਾ ਜਿਹੜਾ ਵੇਂਦਾ ਪਿਆ ਵਾ। ਮੈਂ ਮਰੋਣ ਤੇ ਦਿਆਂ ਵਾ, ਪਰ ਮੇਰੇ ਅੰਦਰ ਕੋਈ ਹੋਰ ਵੀ ਹੈਗਾ, ਉਹ ਵੇਂਦਾ ਪਿਆ ਮੇਰੇ ਕਰਮਾਂ ਨੂੰ। ਬਿਲਕੁਲ। ਤੁਸੀਂ ਵੇਖੋ ਤੁਹਾਡੇ ਅੰਦਰ ਨਹੀਂ ਹੈਗਾ, ਕਹਿੰਦਾ ਉਹ ਤੁਹਾਡੇ ਅੰਦਰ ਹੋ, ਤੁਹਾਡਾ ਚਿੱਤ ਵੇਂਦਾ ਪਿਆ ਵਾ। ਤੁਹਾਨੂੰ ਕਰ ਲਓ ਕੋਈ ਦੁਨੀਆ ਦੇ ਚੋਰੀ ਕਰ ਲਓ, ਹਾਂ ਕੋਈ ਨਹੀਂ ਵੇਖਣ ਦੇ, ਆਪਾਂ ਤੁਹਾਡਾ ਚਿੱਤ ਵੇਖਣ ਦੇ ਆ। ਤੁਸੀਂ ਝੂਠ ਬੋਲ ਦੋ, ਮੈਨੂੰ ਕੀ ਪਤਾ? ਤੁਸੀਂ ਕਹਿ ਦੋ ਕਿ ਮੈਂ ਵੀ ਨੇ ਪਾਠ ਕਰਦਾ ਵਾਂ, ਮੈਂ ਕੋਈ ਮਾੜਾ ਕੰਮ ਨਹੀਂ ਕਰਦਾ, ਮੈਂ ਮੈਨੂੰ ਤੁਸੀਂ ਬੋਲ ਸਕਦੇ ਜੋ ਮੇਰੀ, ਕਿਉਂਕਿ ਮੇਰੀ ਬੁੱਧੀ ਦੀ ਸੀਮਾ ਹੈ। ਉੱਪਰ ਤੁਹਾਡਾ ਚਿੱਤ ਤੁਹਾਨੂੰ ਵੇਂਦਾ ਪਿਆ ਵਾ। ਆਪਾਂ ਐ ਥੋੜੀ ਆਜ਼ਾਦ ਬੈਠੇ ਆ ਧਰਤੀ ਤੇ, ਆਪਾਂ ਮਰਜ਼ੀ ਕਰੀਏ, ਸਾਨੂੰ ਕੋਈ ਪੁੱਛੇ ਗਿੱਛੇ ਹੀ ਨਾ ਕੋਈ। ਇੰਨੀ ਜਿੰਨੇ ਅਗਲੇ ਨੇ ਪਲੈਨਿੰਗ ਕੀਤੀ ਐਵੇਂ ਕੀਤੀ ਹੈ, ਐਵੇਂ ਬੈਠਾ ਹੈ। ਇਹਦਾ ਮਤਲਬ ਕਿ ਇੱਥੇ ਜਿਹੜੀਆਂ ਠੱਗੀਆਂ ਮਾਰੀਆਂ, ਜਿਹੜੇ ਲੋਕੀ ਜੇਲ੍ਹਾਂ 'ਚ ਨਹੀਂ ਜਾਂਦੇ, ਉਹ ਸਾਰੇ ਮੁਕਤ ਹੈਗੇ ਆ। ਐਨੇਜਰ ਸਾਹਿਬ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਉੱਥੇ ਤਾਂ ਪਾਈ ਦਾ ਹਿਸਾਬ ਹੋਣਾ ਹੈ ਭਾਈ। ਉੱਥੇ ਤਾਂ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਇੱਕ ਕਰਮ ਦਾ ਵਿਚਾਰ ਹੋਣਾ, ਕੋਈ ਨਹੀਂ ਛੱਡਿਆ ਜਾਣਾ। ਹਾਂ ਉੱਥੇ ਹੈ ਬੱਚਾ, ਉੱਥੇ ਕੁਦਰਤ ਨੇ ਨਿਯਮ ਏਦਾਂ ਬਣਾਇਆ। ਕੁਦਰਤ ਨੂੰ ਕੋਈ ਜਲਦੀ ਨਹੀਂ ਹੈਗੀ, ਤੁਸੀਂ ਨਾ ਜਾਓ, ਤੁਸੀਂ ਮੁਕਤ ਹੋ। ਇਹ ਤੇ ਇੱਕ ਬ੍ਰਹਮ ਗਿਆਨੀ ਸਾਨੂੰ ਮੁਕਤ ਕਰਨਾ ਚਾਹੁੰਦੇ ਨੇ, ਉਹ ਜੀਵਨ ਤੋਂ ਸਾਨੂੰ ਚਾਹੁੰਦੇ ਕਿ ਤੂੰ ਐਵੇਂ ਵਹਿਮਾਂ ਭਰਮਾਂ 'ਚ ਆਪਣਾ ਜੀਵਨ ਨਾ ਬਤੀਤ ਕਰ। ਹੁਣ ਇੱਥੇ ਕਹਿੰਦੇ ਆ ਕਿ ਨਿਜ ਸਤੋ ਕੋ ਬੋਲਦੇ ਦੁਬਾਰਾ। हाँ, उन्मत्त काम महाबिक भूले पाप पुण्य पछाने हो गया, सुत संपत देख ए मन गर्भया राम हृदय ते खोया। तू अपने बच्चे परिवार देख के, प्रॉपर्टी देख के ਜਿਹੜਾ ਹੈਗਾ ਇੰਨਾ ਕਮੰਡ ਆਕੜ ਦੇ ਵਿੱਚ ਆ ਗਿਆ ਤੇ ਪਰਮਾਤਮਾ ਦੀ ਭਗਤੀ, ਪਰਮਾਤਮਾ ਨੂੰ ਜਿਹੜਾ ਹੈਗਾ ਸਾਈਡ ਤੇ ਕਰ ਦਿੱਤਾ, ਤੂੰ ਖੋ ਦਿੱਤਾ। ਇਹ ਚਾਂਸ ਤੇਰਾ ਚਲਾ ਗਿਆ, ਕੌਡੀ ਦੇ ਬਦਲੇ ਗਵਾ ਲਿਆ ਮਨੁੱਖੀ ਜੂਨ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ।
ਕਹਿੰਦੇ ਕਿ ਤੂੰ ਘਰ ਪਰਿਵਾਰ 'ਚ ਆਇਆ ਤੇ ਫਿਰ ਤੈਨੂੰ ਪਤਾ ਨਹੀਂ ਲੱਗਾ ਧਰਮ ਕੀ ਹੈ। ਤੂੰ ਇੱਕ ਪਾਗਲ ਹੋ ਗਿਆ, ਇੰਨਾ ਪਾਗਲ ਹੋ ਗਿਆ, ਧਰਮ ਤੇਰੇ ਜੀਵਨ 'ਚ ਨਹੀਂ ਹੈਗਾ ਤੇ ਫਿਰ ਤੈਨੂੰ ਰਾਮ ਤੇਰੇ ਕੋਲ ਕਿੱਥੋਂ ਹੋਣਾ ਜਦੋਂ ਤੇਰੇ ਜੀਵਨ 'ਚ ਧਰਮ ਹੀ ਨਹੀਂ ਹੈਗਾ। ਪਹਿਲੀ ਕ੍ਰਾਈਟੇਰੀਆ ਜਦੋਂ ਤੇਰੇ ਧਰਮ ਨਹੀਂ ਹੈਗਾ, ਜਿਹੜੀ ਚੀਜ਼ ਤੇਰੀ ਨਹੀਂ ਹੈਗੀ ਤੂੰ ਚੁੱਕ ਲਿਆਉਂਦੇ ਆ। ਜਿਹੜੀ ਚੀਜ਼ ਦਾ ਤੈਨੂੰ ਪਤਾ ਨਹੀਂ ਤੂੰ ਬੋਲ ਰਿਹਾ ਇਹਦਾ ਮਤਲਬ ਝੂਠ ਆ। ਜਿਹੜੀ ਚੀਜ਼ ਦਾ ਤੈਨੂੰ ਪਤਾ ਨਹੀਂ ਤੂੰ ਕਰ ਰਿਹਾ ਤੇ ਉਹ ਉੱਥੇ ਧਰਮ ਕਿੱਥੇ ਹੈਗਾ? ਬਿਲਕੁਲ ਜਿੱਥੇ ਧਰਮ ਨਹੀਂ ਹੈਗਾ ਉੱਥੇ ਪਰਮਾਤਮਾ ਵੀ ਨਹੀਂ ਹੋ ਸਕਦਾ। ਨਾ ਪਰਮਾਤਮਾ ਹੋਊਗਾ ਇੱਕ ਇੰਚ ਨਹੀਂ ਹੋਊਗਾ। ਭਾਵੇਂ ਮੈਂ ਲੱਖ ਪਾਠ ਪੜਦਾ ਮੈਂ, ਭਾਵੇਂ ਮੈਂ ਤਾਂ ਗੁਰਦੇ ਦੀ ਫਰਜ਼ ਕਸਾਈ ਆ, ਜਦੋਂ ਮੇਰੇ ਜੀਵਨ 'ਚ ਧਰਮ ਹੀ ਨਹੀਂ ਹੈਗਾ ਕਿੱਥੋਂ ਪਰਮਾਤਮਾ ਦੇ ਨਾਲ? ਉੱਥੇ ਦੇ ਕਹਿੰਦੇ ਧਰਮ ਤੇਰੇ ਜ਼ਿੰਦਗੀ 'ਚ ਇੱਕ ਬੇਸਿਕ ਬੇਸਮੈਂਟ ਆ। ਤੂੰ ਨੀਂਹ ਨਹੀਂ ਪੈਦਾ ਕੀਤੀ ਤੇ ਬਿਲਡਿੰਗ ਕਿੱਥੋਂ ਖੜੀ ਕਰਨੀ ਹੈ? ਬਿਲਕੁਲ ਅਗਲੀ ਤੇ ਯਾਤਰਾ ਲੰਮੀ ਹੈ ਔਰ ਆਪਾਂ ਸੋਚਦੇ ਧਰਮ ਹੀ ਆਖਰੀ ਕੰਮ ਹੈ। ਉੱਥੇ ਮੇਰੇ ਗੁਰੂ ਕਹਿੰਦੇ ਵੀ ਜਾਓ ਪ੍ਰਸ਼ਾਦ ਚੜਾਇਆ, ਮੱਥਾ ਟੇਕਿਆ, ਉੱਥੇ ਝਾੜੂ ਮਾਰਿਆ ਵੀ ਅੱਛਾ ਜੀ 5 ਪਾਠ ਇੰਨੇ ਕਰ ਲਾ, ਅੱਛਾ ਜੀ ਦਾਨ ਕਰਿਆ। ਪਰ ਇਹ ਨਹੀਂ ਕਹਿੰਦੇ ਕਿ ਬੇਵਕੂਫਾ ਤੇਰੇ ਜੀਵਨ 'ਚ ਧਰਮ ਹੈਗਾ ਵਾ। ਇਹ ਜਿਹੜੇ ਪੈਸੇ ਚੜਾਉਂਦੇ ਆ ਕਿੱਥੋਂ ਆਉਂਦੇ ਤੇ ਤੂੰ? ਬਿਲਕੁਲ ਧਰਮ ਨੇ ਤੇ ਰੌਲਾ ਪਾ ਦੇਣਾ, ਧਰਮ ਨੇ ਤੇ ਕਹਿਣਾ ਕਿ ਬਈ ਇਹ ਜਿਹੜੇ ਪੈਸੇ ਰਣਜੀਤ ਦਾਨ ਹੁਣ ਲੋਕਾਂ ਨੇ ਤੇ ਲੋਕਾਂ ਨੂੰ ਪਤਾ ਕੋਈ ਨਹੀਂ, ਲੋਕੀ ਤੇ ਬੇਵਕੂਫ ਹੈਗੇ ਵੱਡੇ। ਇੱਥੇ ਕਰੋੜਾਂ ਰੁਪਏ ਚੜਾਉਂਦੇ ਆ, ਉਹ ਕਰੋੜਾਂ ਰੁਪਏ ਚਾਹੀਦੇ ਉਹਨੂੰ ਪਰਮਾਤਮਾ ਨੂੰ ਨਾ। ਉਹ ਕਹਿੰਦੇ ਉਹ ਧਰਮ ਨੇ ਤੇ ਕਹਿਣਾ ਇਹ ਪੈਸੇ ਕਿੱਥੋਂ? ਪਰ ਬੰਦਾ ਏਦਾਂ ਕਰਦਾ, ਠੱਗੀਆਂ ਮਾਰ ਕੇ ਮੁੜ ਕੇ ਚੜਾਉਣ ਡਿਆ ਪੈਂਦਾ ਕਿ ਸ਼ਾਇਦ ਰੱਬ ਨੂੰ ਬੇਵਕੂਫ ਬਣਾਉਂਗਾ। ਉਹ ਬੇਵਕੂਫ ਹੈ, ਰੱਬ ਨੂੰ ਬੇਵਕੂਫ ਨਹੀਂ ਬਣਾਉਂਦਾ, ਤੂੰ ਆਪਣੇ ਆਪ ਨੂੰ ਬੇਵਕੂਫ ਬਣਾਉਂਦਾ। ਇਹ ਕੰਮ ਕਰਨ ਤੈਨੂੰ ਕਿਹਨੇ ਕਿਹਾ? ਇਹ ਲੋਕਾਂ ਦੇ ਪੈਸੇ ਲੋਕਾਂ ਕੋਲ ਹੁੰਦੇ ਤੇ ਲੋਕਾਂ ਦਾ ਜੀਵਨ ਆਪੇ ਸੌਖਾ ਹੁੰਦਾ ਹਨਾ ਨਿੱਜਰ ਸਾਹਿਬ? ਬਿਲਕੁਲ। ਉਹ ਕਹਿੰਦਾ ਹੈ ਨਾ ਕਿ ਪਰਮਾਤਮਾ ਤੇ ਗੁਰਦੁਆਰੇ ਕੋ ਫੁੱਲ ਚੜਾਇਆ, ਕਹਿੰਦਾ ਫੁੱਲ ਮੈਂ ਤੇਰੇ ਚਰਨਾਂ 'ਚ, ਕਹਿੰਦਾ ਫੁੱਲ ਤੇ ਮੈਂ ਰੁੱਖਾਂ ਨਾਲ ਲਾਏ ਸੀ, ਉੱਥੇ ਸੋਹਣੇ ਲੱਗਦੇ, ਤੂੰ ਉੱਥੇ ਤੋੜ ਲਿਆ। ਇਹ ਕੋਈ ਚੰਗਾ ਕੰਮ ਕੀਤਾ? ਹਾਂ ਉਹ ਕੋਈ ਗੱਲ ਨਹੀਂ, ਚੜਾ ਲਿਆ ਕਰੋ। ਮੈਂ ਵੈਸੇ ਗੱਲ ਕਰਦਾ, ਵੈਸੇ ਕੰਮ ਨਹੀਂ ਗੱਲ ਕਰਦਾ। ਬਿਲਕੁਲ ਸਹੀ ਗੱਲ। ਜਿਹੜੀ ਚੀਜ਼ ਉੱਥੇ ਲੱਗੀ ਆ ਉਹਨੂੰ ਤੋੜ ਕੇ ਉਹਦੇ ਚਰਨਾਂ 'ਚ ਆਪਾਂ ਚੜਾਈ ਜਾਈਏ। ਪਰਮਾਤਮਾ ਨਹੀਂ ਇਹ ਚੀਜ਼ ਚਾਹੁੰਦਾ ਸਨ। ਪਰਮਾਤਮਾ ਚਾਹੁੰਦਾ ਕਿ ਸਹੀ ਦੇ ਸਰਾਵਾਂ ਬਣਾ ਦੀ। ਉਹ ਕਹਿੰਦਾ ਕਿ ਭੋਲਿਆ ਪਹਿਲਾਂ ਤੇ ਆਪਣੇ ਘਰਦਿਆਂ ਨੂੰ ਹੱਕ ਹਲਾਲ ਦੀ ਕਮਾਈ ਖਵਾ, ਪਹਿਲਾਂ ਧਰਮ ਤੇ ਲੈ ਕੇ ਆ, ਪਹਿਲਾ ਹੀ ਕ੍ਰਾਈਟੇਰੀਆ। ਤੇ ਪਹਿਲੇ 'ਚ ਆਪਾਂ ਫੇਲ ਹੋ ਰਹੇ ਹਾਂ, ਹੋਰ ਕਿਉਂ ਨਹੀਂ ਕੰਮ ਕਿਉਂ ਨਹੀਂ ਹੋ ਰਹੇ? ਧਰਮ ਤੋਂ ਬਿਨਾਂ ਤੇ ਨਿੱਜਰ ਸਾਹਿਬ ਆਪਾਂ ਕੋਈ ਵੀ ਕੰਮ ਕਰਦੇ ਹਾਂ, ਧਰਮ ਭਗਤੀ ਨੇ ਸਭ ਤੋਂ ਪਹਿਲਾਂ ਸਾਡੇ ਜੀਵਨ 'ਚ ਧਰਮ ਹੀ ਪੈਦਾ ਕਰਨਾ ਵਾ। ਬਿਲਕੁਲ ਭਗਤੀ ਜਿਹੜੀ ਹੈ, ਹਾਂਜੀ, ਔਰ ਧਰਮ ਦਇਆ ਤੋਂ ਪੈਦਾ ਹੋਣਾ ਹੈ ਗੁਰਕੀ ਸਾਹਿਬ। ਔਰ ਭਗਤੀ ਦੇ ਨਾਲ ਜਿਹੜਾ ਹੈਗਾ ਉਹ ਸੰਤੋਖ ਦੇ ਨਾਲ ਉਹਨੇ ਸੰਵਰਨਾ ਹੈਗਾ, ਤਾਂ ਜਿਹੜਾ ਹੈਗਾ ਹਾਂ ਇਹ ਸਾਰੇ ਨਿੱਜਰ ਸਾਹਿਬ ਆਪਸੇ ਜੁੜੇ ਆ। ਭਗਤੀ ਨੇ ਉਹ ਦਇਆ ਪੈਦਾ ਕਰਨੀ ਹੈ। ਦਇਆ ਤੇ ਨਿੱਜਰ ਸਾਹਿਬ ਮਤਲਬ ਇਹੋ ਹੀ ਆ ਕਿ ਜਿਹੜੀ ਚੀਜ਼ ਮੇਰੀ ਨਹੀਂ ਹੈ, ਮੈਂ ਤਰਸ ਖਾਵਾਂ ਲੋਕਾਂ ਤੇ, ਪਰ ਬੰਦਾ ਤਰਸ ਨਹੀਂ ਖਾਂਦਾ। ਬਿਲਕੁਲ ਬੰਦਾ ਚੋਰੀ ਕਰ ਲੈਂਦਾ ਵਾ, ਉਹ ਚਾਹੇ ਕਾਮ ਹੈ, ਕ੍ਰੋਧ, ਲੋਭ। ਆ ਕਾਮ ਤੇ ਨਾਲ ਬਹੁਤ ਜ਼ਿਆਦਾ ਭਗਤ ਬੇਣੀ ਨੇ ਜ਼ੋਰ ਲਾਇਆ ਵਾ, ਕਿਉਂਕਿ ਕਾਮ ਦੇ ਵਿੱਚ 95% ਲੋਕ ਗ੍ਰਸਤ ਨੇ ਔਰ ਕਾਮ ਦੇ ਵਿੱਚ ਪਿੱਛੇ ਲੱਗ ਕੇ ਨੇ ਬਹੁਤ ਮਾੜੇ ਕਰਮ ਕਰਦਾ ਹੈ। ਹਾਂਜੀ ਨਿੱਜਰ ਸਾਹਿਬ ਅਗਲੀ ਤੋਂ ਬੋਲੋ। ਪ੍ਰਾਣ ਸ਼ਕਤੀ ਪੂਰੀ ਜਿਹੜੀ ਹੈ ਇਸੇ ਚੀਜ਼ ਜਾਇਆ ਹੋ ਜਾਂਦੀ ਹੈ ਗੁਰਕੀ ਸਾਹਿਬ। ਅਵਰ ਮਰਤ, ਹਾਂਜੀ 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 ਬੋਲੋ, ਤੁਸੀਂ ਬੋਲੋ। ਨਹੀਂ ਤੁਸੀਂ ਕੁਝ ਕਹਿ ਰਹੇ ਸੀ? ਹਾਂਜੀ ਠੀਕ ਹੈ ਨਿੱਜਰ ਸਾਹਿਬ, ਬਸ ਉਹੀ ਆ ਕਿ ਜਦੋਂ ਉਹ ਸਾਡਾ ਜਨਮ ਹੀ ਉਸੇ ਚੀਜ਼ ਤੋਂ ਹੋਇਆ। ਹਾਂ ਬਿਲਕੁਲ ਠੀਕ ਹੈ। ਇਹਦੇ ਪਿੱਛੇ ਕਾਰਨ ਕੀ ਹੈ ਕਿ ਸਾਡਾ ਜਨਮ ਉਸ ਚੀਜ਼ ਤੋਂ ਹੋਇਆ। ਸਾਡੇ ਸਰੀਰ ਦਾ ਇੱਕ ਅੰਗ ਉਹ ਆ। ਬਿਲਕੁਲ ਇਸ ਕਰਕੇ ਉਹਦੀ ਅਟਰੈਕਸ਼ਨ ਹੈਗੀ ਉਹਦੇ। ਅਵਰ ਮਰਤ ਮਾਇਆ ਮਨ ਤੋਲੇ, ਕਹਿੰਦੇ ਦੇਖ ਲਾ ਕੋਈ ਮਰਦਾ ਹੈ ਤੇ ਫਿਰ ਵੀ ਇਨਸਾਨ ਇਹ ਨਹੀਂ ਸੋਚਦਾ ਵੀ ਮੈਂ ਵੀ ਮਰਨਾ ਹੈਗਾ, ਜਰਾ ਵੀ ਨਹੀਂ। ਫਿਰ ਵੀ ਹਾਲੇ ਆਪਣੇ ਉੱਤੇ ਵੀ ਜਿਹੜਾ ਹੈਗਾ ਆਪਣੀ ਮਾਇਆ, ਆਪਣਾ ਜਿਹੜਾ ਹੈਗਾ ਧਨ ਦੌਲਤ ਜਿਹੜੀ ਹੈਗੀ ਇਹਨੂੰ ਹੀ ਤੋਲਦਾ ਹੈ ਭਾਈ। ਤਉ ਭਗ ਮੁਖੇ ਜਨਮ ਗਵਾਇਆ, ਕਹਿੰਦੇ ਇਸ ਤਰੀਕੇ ਦੇ ਨਾਲ ਦੋ ਕੰਮਾਂ ਦੇ ਵਿੱਚ ਤੂੰ ਆਪਣੀ ਸਾਰਾ ਪ੍ਰਾਣ ਸ਼ਕਤੀ, ਸਾਰੀ ਜਿਹੜੀ ਮਨੁੱਖੀ ਜੂਨ, ਸਾਰਾ ਇਹ ਮਨੁੱਖੀ ਜਨਮ ਗਵਾ ਦਿੱਤਾ। ਇੱਕ ਹੈਗਾ ਪਰਾਈ ਜਿਹੜੀ ਹੈਗੀ ਜਨਨ ਇੰਦਰੀ, ਤੇ ਇੱਕ ਜਿਹੜਾ ਹੈਗਾ ਮੁਖ ਜਿਹੜਾ ਹੈਗਾ, ਇਹ ਦੋਨਾਂ ਚੋਂ ਤੇਰੀ ਪ੍ਰਾਣ ਸ਼ਕਤੀ ਜਿਹੜੀ ਹੈਗੀ ਖਤਮ ਹੋ ਗਈ ਭਾਈ। ਦੋਨਾਂ ਦੇ ਵਿੱਚ, ਇੱਕ ਸਵਾਦਾਂ ਦੇ ਵਿੱਚ, ਇੱਕ ਕਾਮ ਦੇ ਸਵਾਦ, ਇੱਕ ਜਿਹੜਾ ਹੈਗਾ ਜੀਵ ਦੇ ਸਵਾਦ ਦੇ ਵਿੱਚ ਜਨਮ, ਮਨੁੱਖੀ ਜਨਮ ਤੂੰ ਗਵਾ ਦਿੱਤਾ। ਹਾਂਜੀ ਗੁਰੂ। ਹਾਂਜੀ ਬਿਲਕੁਲ ਠੀਕ ਹੈ ਜੀ। ਇੱਥੇ ਕਹਿੰਦੇ ਆ ਕਿ ਜਦੋਂ ਇੰਦਰੀਆਂ ਦੇ ਭੋਗਾਂ 'ਚ ਬੰਦਾ ਗ੍ਰਸਤ ਹੋ ਜਾਂਦਾ ਹੈ ਤੇ ਫਿਰ ਉਹ ਬੰਦੇ ਦਾ ਜੀਵਨ ਹੌਲੀ ਹੌਲੀ ਕਰਕੇ ਨਸ਼ਟ ਹੋ ਜਾਂਦਾ ਹੈ, ਕਿਉਂਕਿ ਭੋਗਾਂ ਦੇ ਨਾਲ ਸਾਨੂੰ ਗਿਆਨ ਥੋੜੀ ਕੋ ਪ੍ਰਾਪਤ ਹੋਣਾ।
ਭੋਗ ਤੇ ਏਦਾਂ ਦੇ ਆ, ਤੁਸੀਂ ਲੱਕੜ ਪਾਈ ਉਹ ਅੱਗ 'ਚ, ਅੱਗ ਹੋਰ ਜਿਆਦੀ ਉਹ ਪ੍ਰਚੰਡ ਰੂਪ 'ਚ ਉਹ ਬਲਦੀ ਹੈ। ਔਰ ਉਹਦੇ ਲਈ ਇੱਕੋ ਚੀਜ਼ ਹੈਗੀ ਸੰਜਮ ਤੇ ਤਪ। ਇੰਦਰੀਆਂ ਤੇ ਸੰਜਮ ਕਰਨਾ ਪਊਗਾ। ਹੁਣ ਸੰਜਮ ਦਾ ਮਤਲਬ ਇਹ ਆ, ਬੈਂਕ 'ਚ ਪੈਸੇ ਪਏ ਆ ਮੇਰੇ ਕੋਲ, ਪਿਆ ਹੈਗਾ ਵਾ ਮੇਰੇ ਕੋਲ 3 ਲੱਖ ਰੁਪਏ, ਜੇ ਮੈਂ ਕਿਸੇ ਤਰੀਕੇ ਨਾਲ ਚਲਾਵਾਂ ਤੇ ਕਾਫੀ ਲੰਮੇ ਸਮੇਂ ਲਈ ਉਹ ਪੈਸਾ ਸੰਜਮ ਦੇ ਵਿੱਚ ਚਲਾਵਾਂ ਤੇ ਕਾਫੀ ਲੰਮੇ ਸਮੇਂ ਲਈ ਮੇਰੀ ਜ਼ਿੰਦਗੀ ਚੱਲ ਸਕਦੀ ਹੈ। ਤੇ ਜੇ ਮੈਂ ਸੰਜਮ ਨਹੀਂ ਕਰਦਾ ਤਾਂ ਮੈਂ ਇੱਕ ਦਿਨ 'ਚ ਹੀ ਖਤਮ ਕਰ ਸਕਦਾ ਨਿੱਜਾ ਸਾਹਿਬ ਨੂੰ। ਬਿਲਕੁਲ। ਸੰਜਮ ਦਾ ਮਤਲਬ ਇਹਨਾਂ ਹੈ ਕਿ ਤੁਹਾਡਾ ਕੰਟਰੋਲ ਹੋਣਾ ਚਾਹੀਦਾ। ਇੰਦਰੀ ਤੁਹਾਡੇ ਤੇ ਨਾ ਕੰਟਰੋਲ ਕਰੇ, ਤੁਹਾਡੀਆਂ ਜਿਹੜੀਆਂ ਇੰਦਰੀਆਂ ਤੁਹਾਡੇ ਕੰਟਰੋਲ 'ਚ ਰਹਿਣ, ਬਸ ਇੰਨਾ ਹੀ ਕੰਮ ਹੈ, ਹੋਰ ਕੋਈ ਇਸ ਤੋਂ ਵੱਡਾ ਕੰਮ ਨਹੀਂ ਹੈਗਾ। ਹਾਂਜੀ ਨਿੱਜਾ ਸਾਹਿਬ। ਅੱਗੇ ਮਹਾਰਾਜ ਬਹੁਤ ਕਮਾਲ ਗਿਆਨ ਦੇ ਰਹੇ, ਕਹਿੰਦੇ ਦੇਖ ਪਿਆਰਿਆ, ਜਵਾਨੀ ਖਤਮ ਹੋ ਜਾਣੀ ਹੈ ਤੇਰੀ ਤੇ ਬੁਢੇਪਾ ਆ ਜਾਣਾ ਹੈ। ਬੁਢੇਪੇ ਦੇ ਵਿੱਚ ਵੀ ਇਹ ਕਾਮ ਨੇ ਤੇ ਸਵਾਦਾਂ ਨੇ ਤੇਰਾ ਖੈੜਾ ਨਹੀਂ ਛੱਡਣਾ। ਪੁੰਡਰ ਕੇਸ ਕੁਸਮ ਤੇ ਧੌਲੇ, ਪੁੰਡਰ ਕਹਿੰਦੇ ਆ ਚਿੱਟੇ, ਪੁੰਡਰ ਕਹਿੰਦੇ ਇੱਕ ਜਿਹੜਾ ਹੈਗਾ ਕਮਲ ਦਾ ਫੁੱਲ, ਚਿੱਟਾ ਕਮਲ ਜਿਹੜਾ ਹੁੰਦਾ ਬਹੁਤ ਸੋਹਣਾ ਲੱਗਦਾ। ਕਹਿੰਦੇ ਪੁੰਡਰ ਕੇਸ ਕਹਿੰਦੇ ਆ ਤੇਰੇ ਵਾਲ, ਕੁਸਮ ਕਹਿੰਦੇ ਆ ਫੁੱਲ, ਪੁੰਡਰ ਕੁਸਮ, ਇਸ ਤਰ੍ਹਾਂ ਇਹਦਾ ਪੋਇਟਰੀ ਹੈ, ਇਸ ਕਰਕੇ ਇਸ ਤਰ੍ਹਾਂ ਇਹਦਾ ਚੱਲਣਾ, ਇਹਦਾ ਅਰਥ ਇਸ ਤਰ੍ਹਾਂ ਬਣਨੇ ਆ ਵੀ ਚਿੱਟਾ ਜਿਹੜਾ ਹੈਗਾ ਫੁੱਲ ਕਮਲ ਦਾ, ਉਹਦੇ ਤੋਂ ਵੀ ਚਿੱਟੇ ਤੇਰੇ ਵਾਲ ਹੋ ਗਏ ਆ। ਪੁੰਡਰ ਕੇਸ ਕੁਸਮ ਤੇ ਧੌਲੇ ਜਿਹੜੇ ਹੈਗੇ ਤੇਰੇ ਚਿੱਟੇ ਵਾਲ ਹੋ ਗਏ ਭਾਈ। ਪੁੰਡਰ ਕਮਲ ਦੇ ਫੁੱਲ ਤੋਂ ਵੀ ਚਿੱਟੇ ਤੇਰੇ ਵਾਲ ਹੋ ਗਏ। ਸਪਤ ਪਤਾਲ ਕੀ ਬਾਣੀ, ਔਰ ਤੇਰੀ ਬਾਣੀ ਇਸ ਤਰ੍ਹਾਂ ਆ ਰਹੀ ਜਿਵੇਂ 7 ਪਤਾਲਾਂ ਤੋਂ ਆ ਰਹੀ ਹੋਏ। ਟਾਈਮ ਜਿਹੜਾ ਹੈ ਨਾ ਜੀ, ਪਲੀਜ਼ ਦੇਖੋ, ਜੇ ਕਿਸੇ ਨੇ ਨਾ ਜਾਣਾ ਹੈ ਤੇ ਜਾ ਸਕਦਾ ਹੈ, ਕਿਉਂਕਿ ਸ਼ਬਦ ਜਿਹੜਾ ਹੈਗਾ 2 ਬੰਦ ਰਹਿ ਗਏ, ਪੂਰੇ ਕਰਨੇ ਅਸੀਂ। ਬਾਰ-ਬਾਰ ਟਾਈਮ ਦੀ ਗੱਲ ਨਾ ਕਰੋ ਜੀ, ਤੁਸੀਂ ਬਾਅਦ ਚ ਰਿਕਾਰਡਿੰਗ ਸੁਣ ਲੈਣਾ ਪਲੀਜ਼। ਪੁੰਡਰ ਕੇਸ ਕੁਸਮ ਤੇ ਧੌਲੇ, ਸਪਤ ਪਤਾਲ ਕੀ ਬਾਣੀ, ਕਹਿੰਦੇ ਜਿਹੜੇ ਹੈਗੇ ਆ ਇਹ ਤੇਰੇ ਜਿਹੜੇ ਹੈਗੇ ਕੇਸ ਜਿਹੜੇ ਹੈਗੇ ਆ ਉਹ ਕਮਲ ਤੋਂ, ਚਿੱਟੇ ਕਮਲ ਤੋਂ ਵੀ ਜਿਹੜੇ ਹੈਗੇ ਚਿੱਟੇ ਹੋ ਗਏ। ਤੇ ਤੇਰੀ ਬੋਲੀ ਜਿਹੜੀ, ਤੇਰੀ ਬਾਣੀ ਜਿਹੜੀ, ਤੇਰੀ ਆਵਾਜ਼ ਹੈਗੀ, ਇਸ ਤਰ੍ਹਾਂ ਲੱਗਦਾ 7 ਪਤਾਲਾਂ ਤੋਂ ਆ ਰਹੀ ਹੈ। ਬਾਬਾ ਜਿਹੜਾ ਹੈਗਾ ਕਹਿੰਦਾ ਕੁਛ ਆ, ਸਮਝ ਕੁਛ ਆਉਂਦੀ ਆ। ਲੋਚਨ ਸ਼ਰਮੇ ਬੁੱਧ ਬਲ ਨਾਠੀ, ਤੇਰੇ ਲੋਚਨ ਜਿਹੜੇ ਹੈਗੇ ਅੱਖਾਂ ਤੋਂ ਪਾਣੀ ਆ ਰਿਹਾ ਆ। ਤੇਰੀ ਬੁੱਧੀ ਤੇ ਤੇਰੀ ਤਾਕਤ ਨੱਠ ਗਈ ਹੈ। ਬੁੱਧੀ ਵੀ ਕਮਜ਼ੋਰ ਹੋ ਗਈ, ਤਾਕਤ ਵੀ ਕਮਜ਼ੋਰ ਹੋ ਗਈ ਸਰੀਰ ਦੀ। ਤਾਂ ਕਾਮ ਪਵਸ ਮਧਾਣੀ, ਪਰ ਤੇਰੀ ਕਾਮ ਦੀ ਮਧਾਣੀ ਜਿਹੜੀ ਵਿਚਾਰ ਜਿਹੜੇ ਹੈਗੇ, ਕਾਮ ਦੇ ਵਿਚਾਰ ਹਾਲੇ ਵੀ ਤੈਨੂੰ ਤੰਗ ਕਰ ਰਹੇ। ਕਾਮ ਦੀ ਮਧਾਣੀ ਹਾਲੇ ਵੀ ਪਈ ਹੋਈ ਹੈ, ਹਾਲੇ ਵੀ ਰਿੜਕੀ ਜਾ ਰਹੇ ਆ ਵਿਚਾਰਾਂ ਦੇ ਨਾਲ। ਤਾਂ ਤੇ ਵਿਖੇ ਭਾਈ ਮਤ ਪਾਵਸ, ਕਾਇਆ ਕਮਲ ਕੁਮਲਾਣਾ, ਕਹਿੰਦੇ ਸਰੀਰ ਬਿਲਕੁਲ ਕੁਮਲਾ ਗਿਆ ਹੈ। ਔਰ ਵਿਖੇ ਦੀ, ਵਿਸ਼ੇ ਵਿਕਾਰਾਂ ਦੀ ਬਰਸਾਤ ਤੇਰੀ ਮਤ ਦੇ ਉੱਤੇ, ਤੇਰੀ ਮਤ ਤੋਂ ਤੇਰੇ ਵਿਚਾਰ ਜਿਹੜੇ ਹੈਗੇ ਇਸ ਤਰ੍ਹਾਂ ਜਿਹੜੇ ਹੈਗੇ ਵਿਸ਼ੇ ਵਿਕਾਰਾਂ ਦੇ ਵਿਚਾਰ ਤੇਰੇ ਅੰਦਰ ਆ ਰਹੇ ਜਿਵੇਂ ਬਰਸਾਤ ਹੋ ਰਹੀ ਹੋਏ। ਸਰੀਰ ਤੇਰਾ ਪੂਰਾ ਕੁਮਲਾ ਗਿਆ ਹੈ। ਕਾਇਆ ਕਮਲ ਕੁਮਲਾਨਾ, ਅਵਗਤ ਬਾਣ ਛੋੜ ਮਿਰਤ ਮੰਡਲ, ਤਉ ਪਾਛੇ ਪਛਤਾਣਾ। ਅਵਗਤ ਕਹਿੰਦੇ ਆ ਜਿਹਦਾ ਆਪਾਂ ਨੂੰ ਪਤਾ ਹੀ ਨਹੀਂ ਆ। ਮੈਂ ਤਾਂ ਅਵਗਤ ਨਹੀਂ ਹੈ ਭਾਈ, ਮੈਂ ਨਹੀਂ ਜਾਣਦਾ। ਉਹ ਪਰਮਾਤਮਾ, ਮਾਲਕ ਪਰਮਾਤਮਾ, ਉਹਨੂੰ ਮਾਲਕ ਪਰਮਾਤਮਾ ਨੂੰ ਬਾਣ ਮਤਲਬ ਜਿਹੜਾ ਹੈ ਜਿਸ ਤਰੀਕੇ ਦੇ ਨਾਲ ਮਾਲਕ ਨੂੰ ਮਿਲਣਾ ਹੈ, ਮਾਲਕ ਨੂੰ ਜਾਣਨਾ ਆ, ਪਰਮਾਤਮਾ ਨੂੰ ਜਾਣਨ ਦਾ ਜਿਹੜਾ ਬਣਨ ਦਾ ਜਿਹੜਾ ਹੈ, ਪਰਮਾਤਮਾ ਨੂੰ ਮਿਲਣ ਦਾ ਜਿਹੜਾ ਹੈਗਾ ਕੰਮ ਛੱਡ ਕੇ ਮਿਰਤ ਮੰਡਲ, ਅਵਗਤ ਬਾਣ ਛੋੜ ਮਿਰਤ ਮੰਡਲ, ਔਰ ਇਸ ਸੰਸਾਰ ਤੋਂ ਜਾ ਰਿਹਾ ਹੈ ਤੂੰ, ਤਉ ਪਾਛੇ ਪਛਤਾਣਾ, ਫਿਰ ਪਛਤਾਉਂਦਾ ਹੈ ਭਾਈ ਜਦ ਸਰੀਰ ਚਲੇ ਜਾਂਦਾ ਹੈ। ਹਾਂਜੀ ਗੁਰੂ ਸਾਹਿਬ। ਹਾਂਜੀ ਬਿਲਕੁਲ ਠੀਕ ਹੈ ਜੀ ਸਾਧ ਸੰਗਤ ਜੀ, ਹੁਣ ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਠੀਕ ਹੈ ਜੀ ਸਾਹਿਬ। ਇੱਕ ਹੋਰ ਰਹਿ ਗਿਆ ਜੀ ਗੁਰੂ ਸਾਹਿਬ, ਇੱਕ ਬੰਦ ਰਹਿ ਗਿਆ ਆਖਰੀ ਬਸ। ਅੱਛਾ ਇੱਕ ਬੰਦ ਹੋ ਰਿਹਾ। ਹਾਂ ਬਸ ਇਹਦੇ ਵਿੱਚ ਇਹ ਕਹਿੰਦੇ ਆ ਕਿ ਜਿਹੜਾ ਬੰਦਾ ਹੁੰਦਾ ਵਾ ਉਹ ਬੰਦਾ ਕਾਮ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ। ਇੱਥੋਂ ਤੱਕ ਕਿ ਮਹਾਤਮਾ ਬੁੱਧ ਨੇ ਨਾ ਆਪਣੀ ਜੀਵਨ ਗ੍ਰਾਫੀ ਜਿਹੜੀ ਬਾਇਓਗ੍ਰਾਫੀ ਲਿਖੀ, ਉਹਦੇ ਵਿੱਚ ਲਿਖਿਆ, ਉਹ ਕਹਿੰਦਾ ਮੈਂ ਜ਼ਿੰਦਗੀ ਭਰ ਹੀ ਸੰਜਮ ਕਰਦਾ ਰਿਹਾ, ਮਤਲਬ ਸਮਝਦੇ ਮੇਰੀ ਗੱਲ ਨਾ, ਪਰ ਉਹ ਚੀਜ਼ ਮੇਰੇ ਅੰਦਰੋਂ ਖਤਮ ਨਹੀਂ ਹੋਈ। ਇਹ ਦੇਖ ਲਓ, ਇਹ ਭੋਗਣ ਦੇ ਨਾਲ ਵੀ ਖਤਮ ਨਹੀਂ ਹੁੰਦੀ ਤੇ ਰੋਕਣ ਦੇ ਨਾਲ ਵੀ ਖਤਮ ਨਹੀਂ ਹੁੰਦੀ। ਆਪ ਜਸਟ ਮੈਂ ਇਹ ਕਹਿਣਾ ਚਾਹੁੰਦਾ, ਪਰ ਇਹਨੂੰ ਇੱਕ ਤਰੀਕਾ ਹੈਗਾ ਖਤਮ ਕਰਨ ਦਾ, ਇਹਨੂੰ ਭਗਤੀ। ਤੁਸੀਂ ਭਗਤੀ ਕਰੋਗੇ ਚੀਜ਼ ਤੋਂ ਤੁਸੀਂ ਮੁਕਤ ਹੋ ਜਾਓਗੇ, ਕੁਝ ਵੀ ਨਹੀਂ ਹੈਗਾ। ਬਸ ਇਹ ਹੈ ਕਿ ਇਸ એનર્ਜੀ ਨੂੰ ਆਪਾਂ ਚੰਗੇ ਤਰੀਕੇ ਨਾਲ ਰੀਰੂਟ ਕਰਨਾ,
ਇਸ ਨੂੰ ਆਪਾਂ એનર્ਜੀ ਨੂੰ ਬ੍ਰਹਮ ਨਾਦ ਦੇ ਵਿੱਚ ਪ੍ਰਗਟ ਕਰ ਦੇਣਾ ਹੈ। ਤੇ ਨਾਦ ਜਦੋਂ ਪ੍ਰਗਟ ਹੋ ਜਾਣਾ, ਅਮਰ ਜੋਤ ਸਾਡੇ ਅੰਦਰ ਜਗ ਜਾਣੀ ਹੈ। ਇਸ ਚੀਜ਼ ਤੋਂ ਸਾਨੂੰ ਮੁਕਤੀ ਹੋ ਜਾਏਗੀ। ਠੀਕ ਹੈ ਨਾ ਜੋ ਸਭ। ਅੱਗੇ ਹੁਣ ਆਖਰੀ ਬੰਦ ਹੈਗਾ, ਨਿਕਟੀ ਦੇ ਦੇਖ ਤੁਨ ਉਪਜੈ। ਕਹਿੰਦੇ ਹੁਣ ਬੁੱਢਾ ਹੋ ਗਿਆ ਬੰਦਾ, ਬੁੱਢਾ ਹੋ ਗਿਆ, ਦੇਖੋ ਉਹਦੇ ਬੱਚੇ ਹੋ ਗਏ, ਬੱਚਿਆਂ ਦੇ ਵੀ ਬੱਚੇ ਹੋ ਗਏ, ਦੋਤੇ ਤੇ ਪੋਤੇ। ਨਿਕਟੀ ਕਹਿੰਦੇ ਛੋਟੇ ਛੋਟੇ ਬੱਚੇ, ਹੁਣ ਹੌਲੀ ਹੌਲੀ ਜਿਹੜੇ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਉਹਦੇ ਅੱਗੇ ਪਿੱਛੇ ਘੁੰਮਦੇ ਆ। ਨਿਕਟੀ ਦੇ ਦੇਖ ਤੁਨ ਉਪਜੇ, ਉਹਦੇ ਅੰਦਰ ਬੜੀ ਧੁਨ ਉਪਜਦੀ ਹੈ, ਬੜੀ ਖਿੱਚ ਬਣਦੀ ਹੈ ਬੱਚਿਆਂ ਦੇ ਪ੍ਰਤੀ, ਜਿਹੜਾ ਹੈਗਾ ਬੜਾ ਚੁੱਕਦਾ ਹੈ, ਮੇਰਾ ਪੋਤਾ, ਮੇਰਾ ਰਾਜਾ, ਮੇਰਾ ਫਲਾਨਾ, ਮੇਰਾ ਟਿਮਕਾ। ਮਾਨ ਕਰਤ ਨਹੀਂ ਬੂਝੈ, ਹਾਲੇ ਵੀ ਮਾਨ ਕਰੀ ਜਾ ਰਿਹਾ ਆ ਮੇਰਾ ਦੋਤਾ ਤੇ ਆ ਮੇਰਾ ਪੋਤਾ। ਤੇ ਉਹ ਹਾਲੇ ਵੀ ਰੱਬ ਵਾਲੇ ਰਸਤੇ ਨੂੰ ਨਹੀਂ ਬੁੱਝ ਰਿਹਾ, ਹਾਲੇ ਵੀ ਨਹੀਂ ਬੁੱਝ ਰਿਹਾ ਵੀ ਮੇਰਾ ਹੁਣ ਟਾਈਮ ਆ ਗਿਆ, ਮੈਂ ਜਾਣਾ ਹੈ ਹੁਣ। ਹਾਲੇ ਵੀ ਕੀ ਕਰ ਰਿਹਾ? ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੈ। ਹਾਲੇ ਵੀ ਮਰਨਾ ਨਹੀਂ ਉਹਨੂੰ ਪਤਾ, ਹਾਲੇ ਵੀ ਲਾਲਚ ਕਰ ਰਿਹਾ ਹੈ, ਜੀਵਨ ਹੈਗਾ, ਮਰਨਾ ਨਹੀਂ ਹੈ ਮੈਂ। ਅੱਖਾਂ ਤੋਂ ਕੁਛ ਵੀ ਨਹੀਂ ਸੁੱਝ ਰਿਹਾ, ਜਿਹੜੇ ਉਹਦੀਆਂ ਅੰਦਰਲੀਆਂ ਅੱਖਾਂ, ਕੁਛ ਗਿਆਨ ਨਹੀਂ ਹੈਗਾ, ਕੋਈ ਸੂਝ ਨਹੀਂ ਆ ਰਹੀ। ਫਿਰ ਫਾਈਨਲ ਕੀ ਹੋਇਆ? ਠਾਕਾ ਤੇਜ, ਖਤਮ ਹੋ ਗਿਆ ਤੇਜ ਉਹਦਾ। ਉੜਿਆ ਮਨ ਪੰਖੀ, ਨਿਕਲ ਗਿਆ ਅੰਦਰੋਂ ਜਿਹੜਾ ਹੈਗਾ ਜੀਵ, ਸਰੀਰ ਵੱਖ ਹੋ ਗਿਆ। ਘਰ ਆਂਗਨ ਨਾ ਸੁਖਾਈ, ਹੁਣ ਘਰ ਦੇ ਵਿੱਚ ਪਿਆ ਹੋਇਆ ਜਿਹੜਾ ਚੰਗਾ ਨਹੀਂ ਲੱਗਦਾ। ਕਹਿੰਦੇ ਲੈ ਜਾਓ ਭਾਈ ਲੋਥ ਨੂੰ, ਇਹਦਾ ਸ਼ਾਮ ਜਿਹੜਾ ਸੂਰਜ ਛੁਪਣ ਤੋਂ ਪਹਿਲਾਂ ਸੰਸਕਾਰ ਕਰੋ ਇਹਦਾ। ਥਾਕਾ ਤੇਜ ਉੜਿਆ ਮਨ ਪੰਖੀ, ਘਰ ਆਂਗਨ ਨਾ ਸੁਖਾਈ, ਬੇਣੀ ਕਹੇ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਕਹਿੰਦੇ ਭਗਤੋ, ਭਗਤੀ ਕਰਨ ਵਾਲੇ, ਦੇਖੋ ਐਡਰੈਸ ਕਿਹਨੂੰ ਕਰ ਰਹੇ ਆ? ਆਮ ਬੰਦੇ ਨੂੰ ਐਡਰੈਸ ਨਹੀਂ ਕਰ ਰਹੇ, ਆਪਣੇ ਧਿਆਨ ਸਿਮਰਨ ਕਰਨ ਵਾਲਿਆਂ ਨੂੰ ਐਡਰੈਸ ਕਰ ਰਹੇ ਆ। ਕਹਿੰਦੇ ਭਗਤੀ ਕਰਨ ਵਾਲਿਓ ਤੇਜ਼ੀ ਕਰੋ, ਬੇਣੀ ਕਹੇ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਏ। ਸਰੀਰ ਚਲਾ ਗਿਆ ਤੇ ਫਿਰ ਮੁਕਤੀ ਕਿਸ ਤਰ੍ਹਾਂ ਲਓਗੇ? ਸਰੀਰ ਤੋਂ ਬਗੈਰ ਤਾਂ ਮੁਕਤੀ ਕਿਸੇ ਨੂੰ ਮਿਲਦੀ ਨਹੀਂ ਹੈ ਭਾਈ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਇੱਥੇ ਲਾਸਟ ਤੇ ਸਮਝਾ ਦਿੱਤਾ ਵਾ, ਇੱਥੇ ਜਿਹੜਾ ਸਤਿਗੁਰ ਦਾ ਭਰਮ ਸੀ ਉਹ ਖਤਮ ਕਰ ਦਿੱਤਾ ਉਹਨਾਂ ਨੇ। ਆਮ ਗੱਪਾਂ ਨਹੀਂ ਮਾਰੀਆਂ ਜਾਂਦੀਆਂ ਲੋਕਾਂ ਨੂੰ, ਕਿਤੇ ਸਤਿਗੁਰੂ ਜੀ ਆਊਗਾ, ਉਹ ਪਤਾ ਨਹੀਂ ਕਿਹੜੀ ਨਹਿਰ ਦੇ ਵਿੱਚੋਂ ਇੱਕ ਬਿਮਲ ਨਦੀ ਉੱਤੋਂ ਕੱਢ ਕੇ ਤੁਹਾਨੂੰ ਅੱਗੇ ਲੈ ਕੇ ਜਾਊਗਾ, ਉੱਥੇ ਬੜਾ ਪਤਾ ਨਹੀਂ ਭਿਅੰਕਰ ਅੱਖਾਂ ਜਗੀਆਂ ਨੇ। ਕਹਿੰਦੇ ਆ ਕਿ ਮਰਨ ਤੋਂ ਬਾਅਦ ਕਿਹਨੇ ਮੁਕਤੀ ਪਾਈ? ਜਿਉਂਦੀ ਜੀ ਉਸ ਅਵਸਥਾ ਨੂੰ ਅਨੁਭਵ ਕਰਨਾ ਹੈ। ਜਿਹਨੇ ਜੀਂਦੀ ਜੀ ਉਸ ਚੀਜ਼ ਨੂੰ ਨਹੀਂ ਜਾਣਿਆ ਨੇ ਜਦ ਤੱਕ ਉਹਦੇ ਭਰਮ ਚ ਜੀਵਨ ਬਰੀਤ ਹੋ ਗਿਆ ਸਾਰਾ ਨਾ। ਪਰ ਆਮ ਤੌਰ ਤੇ ਲੋਕਾਂ ਨੇ ਇਹੋ ਦੱਸਿਆ ਕਿ ਤੁਸੀਂ ਕਿਸੇ ਹੋਰ ਜਗ੍ਹਾ ਤੇ ਬੈਠੇ ਜੋ, ਪਰਮਾਤਮਾ ਕਿਸੇ ਹੋਰ ਜਗ੍ਹਾ ਤੇ ਬੈਠਾ ਹੈ, ਉੱਥੇ ਜਾਣਾ ਪਊਗਾ ਤੁਹਾਨੂੰ। ਔਰ ਉਹਦੇ ਲਈ ਪਤਾ ਨਹੀਂ ਕਿਹੜੇ ਕਿਹੜੇ ਅਰੇਂਜਮੈਂਟ ਕੀਤੇ ਹੋਏ ਨੇ। ਬਸ ਏਦਾਂ ਦਾ ਗਿਆਨ, ਏਦਾਂ ਦੇ ਉਹਨਾਂ ਨੇ ਸੋਚ ਤਿਆਰ ਕੀਤੀ ਹੈ। ਔਰ ਬੜੀ ਦੁਨੀਆ ਨੂੰ ਪਿੱਛੇ ਲਾ ਲੈਂਦੇ ਨੇ, ਪੂਰਾਂ ਦੇ ਪੂਰ ਤੇ ਤੁਰੇ ਜਾਂਦੇ ਨੇ। ਬਾਣੀ ਤੇ ਉਹ ਕਹਿੰਦੀ ਹੈ ਕਿ ਜੇ ਤੂੰ ਜਿਉਂਦੇ ਜੀ ਨੂੰ ਨਹੀਂ ਜਾਣਿਆ, ਉਹਨੂੰ ਅਨੁਭਵ ਨਹੀਂ ਕੀਤਾ, ਤੇ ਮਰਨ ਤੋਂ ਬਾਅਦ ਤੈਨੂੰ ਮਿਲੂਗਾ, ਇਹ ਪੋਸੀਬਲ ਨਹੀਂ ਹੈਗਾ, ਇੰਪੋਸੀਬਲ ਆ। ਉਹ ਤਾਂ ਹੋ ਹੀ ਨਹੀਂ ਸਕਦਾ। ਗੋਰਕੀ ਸਾਹਿਬ ਕਹਿੰਦੇ ਅੱਜ ਤੱਕ ਦੱਸ ਦੋ ਮਰਨ ਤੋਂ ਬਾਅਦ ਕਿਹਨੇ ਮੁਕਤੀ ਪਾਈ ਹੈ ਭਾਈ? ਇਹ ਜੀਂਦੇ ਜੀ ਤੇਰੇ ਜੀਵਨ ਚ ਧਰਮ ਨਹੀਂ ਆਇਆ। ਬੰਦਾ ਪੁੱਛੇ ਤੇਰੇ ਜੀਵਨ ਚ ਧਰਮ ਕੋਈ ਨਹੀਂ ਆਇਆ, ਤੂੰ ਜੀਵਨ ਠੱਗੀਆਂ ਨਾਲ ਜੀਵਨ ਬਤੀਤ ਕੀਤਾ, ਤੇ ਕਿੱਥੋਂ ਤੂੰ ਪਹੁੰਚ ਜਾਏਗਾ? ਤੇਰਾ ਹੈ ਕੋਈ ਕੁਆਲੀਫਿਕੇਸ਼ਨ ਹੈਗੀ ਤੇਰੀ? ਸਕੂਲ ਤੂੰ ਗਿਆ ਕੋਈ ਨਾ, ਕਿਤਾਬ ਤੂੰ ਕੋਈ ਪੜ੍ਹੀ ਨਾ, ਮਿਹਨਤ ਤੂੰ ਕੀਤੀ ਕੋਈ ਨਾ ਕੋਈ ਸੰਜਮ ਹੈ, ਨਾ ਕੋਈ ਜਪ ਤਪ ਕੀਤਾ ਹੈ, ਨਾ ਤੇਰੇ ਜੀਵਨ ਚ ਧਰਮ ਹੈਗਾ ਹੈ, ਤੇ ਕਿੱਥੋਂ ਤੂੰ ਪਰਮਾਤਮਾ ਕੋਲ? ਕੌਣ ਤੈਨੂੰ ਕਹਿੰਦਾ ਕਿ ਤੇਰੇ ਪੇਪਰ ਮੈਂ ਕਰੂੰਗਾ? ਇੱਥੇ ਆਮ ਹੀ ਸੰਸਾਰਿਕ ਪੇਪਰ ਹੀ ਤੁਹਾਡੇ ਕੋਈ ਨਹੀਂ ਕਰ ਸਕਦਾ, ਤੇ ਪਰਮਾਤਮਾ ਦੇ ਗਾੜੀ ਕਿੰਨੇ ਤੁਹਾਡਾ ਹਿਸਾਬ ਕਿਤਾਬ ਲੈਣਾ? ਆਪ ਜਸਟ ਸੋਚੋ। ਬਿਲਕੁਲ, ਇਹ ਤੇ ਬੜੀਆਂ ਵੱਡੀਆਂ ਗੱਲਾਂ ਨੇ। ਤੇ ਸੋ ਪੈਣੀ ਜੀ ਨੇ ਬੜੇ ਚੰਗੇ ਤਰੀਕੇ ਨਾਲ ਸਾਨੂੰ ਸਮਝਾਇਆ ਕਿ ਮਰਨ ਤੋਂ ਮੁਕਤੀ ਨਹੀਂ ਮਿਲਦੀ। ਭਗਤਾਂ ਨੂੰ ਐਡਰੈਸ ਕੀਤਾ ਹੈ ਗੋਰਕੀ ਸਾਹਿਬ। ਆਖਰੀ ਦੇ ਵਿੱਚ ਨਾ ਮੈਨੂੰ ਇਹ ਬਹੁਤ ਜਿਹੜਾ ਹੈਗਾ ਲੱਗਦਾ, ਕਹਿੰਦੇ ਭਗਤਾਂ ਨੂੰ ਐਡਰੈਸ ਕਰ ਰਹੇ। ਦੇਖ ਲਓ, ਕਹਿੰਦੇ ਭਗਤੋ ਕਰ ਲਓ, ਇਸੇ ਜਨਮ ਦੇ ਵਿੱਚ ਹੀ ਕਰ ਲਓ, ਬਸ ਮਰਨ ਤੋਂ ਬਾਅਦ ਨਹੀਂ ਚਾਂਸ ਹੈਗਾ, ਖਤਮ, ਬਸ ਫਿਰ ਤਾਂ ਪੇਪਰ ਖੋਲ ਲੈਣਾ ਹੈ। ਭਗਤਾਂ ਨੂੰ ਕਿਹਾ ਵਾ ਕਿ ਜਿਹੜੇ ਆਪਣੇ ਆਪ ਨੂੰ ਪਹੁੰਚੇ ਹੋਏ ਸਮਝਦੇ ਨਾ, ਆਪਾਂ ਜਿਹੜੇ ਧਿਆਨ ਸਿਮਰਨ ਕਰ ਰਹੇ ਆ ਉਹਨਾਂ ਨੂੰ ਹੀ ਕਹਿਤਾ ਭਾਈ। ਹਾਂ, ਜਿਹੜੇ ਆਪਣੇ ਆਪ ਨੂੰ ਉਹ ਸਮਝ ਰਹੇ ਨੇ, ਭਗਤ ਕਹਿ ਰਹੇ ਨੇ ਜੇ ਸਭ। ਉਹ ਤੇ ਇਹੋ ਹੀ ਹੈ ਕਿ ਜਿੱਦਾਂ ਮਤਲਬ ਭਗਤ ਦਾ ਮਤਲਬ ਇਹੋ ਹੀ ਹੈ ਕਿ ਕਈ ਲੋਕ ਨਾ ਜਿੱਦਾਂ ਭਰਮ ਹੀ ਪੈਦਾ ਕਰਦੇ ਨੇ, ਕहीं ਪਹੁੰਚ ਗਏ ਜਿਹੜੇ ਆਪਣੇ ਆਪ ਨੂੰ ਅਗਿਆਨ ਚ ਪਾ ਕੇ ਨਾ, ਕਿਸੇ ਦੇ ਕਹਿਣ ਤੇ ਕਿਸੇ ਨੇ ਕਹਿਤਾ ਵੀ ਹਾਂ ਤੂੰ ਮੁਕਤ ਹੈ, ਤੂੰ ਮੁਕਤ ਸਮਝ ਲੈਂਦੇ ਆ। ਇਹ ਵੀ ਭਗਤੀ ਹੁੰਦੀ ਹੈ, ਉਹੀ ਐਸਪੈਕਟ ਹੁੰਦੇ ਤੇ ਵੀ ਭਗਤ ਆ, ਪਰ ਉਹ ਕਿਸੇ ਦੇ ਵਿਸ਼ਵਾਸ ਕਰਦੇ, ਆਪਣੇ ਆਪ ਤੇ ਵਿਸ਼ਵਾਸ ਨਹੀਂ ਹੁੰਦਾ ਉਹਨਾਂ ਨੂੰ। ਤੇ ਇਸ ਲਈ ਤੇ ਕਹਿੰਦੇ ਕਿ ਜਿਸ ਮਰਨੀ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਪਾਈਏ ਪੂਰਨ ਪਰਮਾਨੰਦ। ਇਹੋ ਹੀ ਆ ਤੁਹਾਡੇ ਜੀਵਨ ਚ ਧਰਮ ਆ ਜਾਣਾ। ਆ ਜਿਹੜੇ ਤੁਹਾਡੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਦੋਂ ਮਰ ਗਏ ਤੇ ਬਸ ਪਰਮਾਨੰਦ ਹੀ ਰਹਿਣਾ, ਬਾਕੀ ਕੀ ਰਹਿ ਗਿਆ ਇੱਥੇ? ਬਿਲਕੁਲ ਸਹੀ ਗੱਲ ਹੈ। ਇਸ ਤੋਂ ਅੱਗੇ ਪਰੇ ਕੁਛ ਇਹ ਇੱਥੋਂ ਤੱਕ ਹੀ ਆਪਾਂ ਫਸੇ ਹਾਂ।
ਜਦੋਂ ਆਪਾਂ ਇਹਨਾਂ ਤੋਂ ਮੁਕਤ ਹੋ ਗਏ ਤੇ ਬ੍ਰਾਹਮੀ ਬ੍ਰਾਹਮੇ ਫਿਰ ਕਿੱਥੇ, ਫਿਰ ਹਮ ਨਹੀਂ ਹੋਤੇ ਤਬ ਤੁਮ ਹੈ ਤੇ ਜਬ ਤੁਮ ਹੋਤੇ ਤਬ ਹਮ ਨਹੀਂ ਹੈ। ਜਦੋਂ ਆ ਕਾਮ ਕ੍ਰੋਧ ਹੀ ਨਹੀਂ ਹੈਗੇ ਤੇ ਫਿਰ ਤੇ ਗਰਭ ਅਵਸਥਾ ਹੀ ਹੈ ਨਿੱਜਾ ਸਾਹਿਬ, ਬਿਲਕੁਲ ਜਿਹੜੀ ਅੱਜ ਬੈਣੀ ਜੀ ਨੇ ਕਹੀ ਹੈ। ਬਿਲਕੁਲ ਸਹੀ ਆਪ ਜਿਸ ਬੈਣੀ ਜੀ ਉਹ ਜੋ ਗੱਲ ਕਹਿ ਰਹੇ ਨੇ, ਗਰਭ ਅਵਸਥਾ ਦਾ ਮਤਲਬ ਇਹੋ ਹੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਹੈਗੇ, ਬਸ ਸਰੀਰ ਹੀ ਨਹੀਂ ਹੈਗਾ। ਉਹੀ ਚੀਜ਼ ਚਾਹੀਦੀ ਹੈ। ਹਾਂਜੀ, ਉਹੀ ਸਟੇਜ ਚਾਹੀਦੀ ਹੈ। ਦੋ ਸਟੇਜ ਬਣ ਜਾਣੀ ਹੈ, ਭਗਤੀ ਨੇ ਆਪੇ ਬਣਾ ਦੇਣੀ ਹੈ। ਤੁਸੀਂ ਦਵਾਈ ਖਾਈ ਜਾਣੀ ਆ, ਬਾਕੀ ਕੰਮ ਉਹਦਾ ਹੀ ਆ, ਉਹ ਸਾਡੀ ਕੋਈ ਗਰੰਟੀ। ਠੀਕ ਹੈ ਨਜਰ ਸਾਹਿਬ, ਬਹੁਤ ਵਧੀਆ ਜੀ, ਬਹੁਤ ਵਧੀਆ। ਮਾਫ ਕਰਨਾ ਸਾਧ ਸੰਗਤ ਜੀ, ਅੱਜ ਥੋੜਾ ਜਿਹਾ ਜ਼ਿਆਦਾ ਸਮਾਂ ਹੋ ਗਿਆ, ਸ਼ਬਦ ਹੀ ਐਸਾ ਕੋਈ ਨਹੀਂ। ਕੱਲ ਤੋਂ ਆਪਾਂ ਸਮੇਂ ਦਾ ਥੋੜਾ ਜਿਹਾ ਕੋਈ ਨਹੀਂ ਆਪਾਂ ਮੈਟਰ ਕਰ ਲਿਆ ਕਰਾਂਗੇ। ਅੱਜ ਮੈਂ ਵੀ ਥੋੜਾ ਜ਼ਿਆਦਾ ਬੋਲ ਗਿਆ, ਪਰ ਕਈ ਵਾਰੀ ਏਦਾਂ ਬੋਲਣਾ ਪੈਂਦਾ।